तेरे सेवक को कुछ नहीं, तेरे सेवक को कुछ नहीं, जम नहीं मैंने रे मेरे राम राय, तू संता को संत तेरे मेरे राम राय,
जी का खालसा वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਆਪ ਜੀ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਕੀਰਤਨ ਸਰਵਣ ਕਰਵਾਇਆ ਹੈ ਜੀ। ਸੋ ਹੁਣ ਸਾਡਾ ਪਹਿਲਾ ਸੈਸ਼ਨ ਲੈਣਗੇ ਅਮਨਦੀਪ ਸਿੰਘ ਜੀ ਜੋ ਸਾਨੂੰ ਕਰੀਅਰ ਗਾਈਡੈਂਸ ਦੇ ਉੱਤੇ ਗਾਈਡ ਕਰਨਗੇ। ਸੋ ਮੈਂ ਹੁਣ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਅੱਗੇ ਆਉਣ ਅਤੇ ਆਪਣਾ ਸੈਸ਼ਨ ਸਟਾਰਟ ਕਰਨ ਜੀ। ਇੱਕ ਬਹੁਤ ਵਧੀਆ ਇਨੀਸ਼ੀਏਟਿਵ ਗੁਰੂ ਨਾਨਕ ਮਲਟੀਵਰਸਿਟੀ ਵੱਲੋਂ ਤੁਹਾਡੇ ਸਾਰੇ ਬੱਚਿਆਂ ਦੇ ਨਾਲ ਕੀਤਾ ਜਾ ਰਿਹਾ ਹੈ। ਤੁਸੀਂ ਮੈਂ ਰੈਗੂਲਰ ਟੱਚ ਦੇ ਵਿੱਚ ਰਹਿਣਾ ਤੋਂ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਦੇਖਦੇ ਹਾਂ ਕੀਰਤਨ ਦਾ ਪ੍ਰੋਗਰਾਮ ਹੋਵੇ। ਜਿਵੇਂ ਇੱਕ ਬੱਚੇ ਨੇ ਬਹੁਤ ਵਧੀਆ ਕੀਰਤਨ ਦਾ ਪ੍ਰੋਗਰਾਮ ਕੀਰਤਨ ਕੀਤਾ, ਮੇਰੇ ਰਾਮ ਰਾਏ ਤੂੰ ਰਾਖਾ ਸੰਤੇ। ਤੋਂ ਬੱਚਿਆਂ ਨੇ ਕੀ ਹੈ ਬਹੁਤ ਵਧੀਆ ਤਰੀਕੇ ਨਾਲ, ਸਾਰੇ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ। ਸੋ ਸਟਾਰਟ ਕਰਦੇ ਹਾਂ ਅੱਜ ਦਾ ਸੈਸ਼ਨ। ਤੋਂ ਅੱਜ ਦਾ ਸੈਸ਼ਨ ਕੈਰੀਅਰ ਕਾਉਂਸਲਿੰਗ ਨੂੰ ਲੈ ਕੇ ਹੈ, ਤੁਹਾਡੇ ਲਾਈਫ ਨੂੰ ਵਧੀਆ ਬਣਾਉਣ ਲਈ, ਤੁਹਾਡੀ ਜ਼ਿੰਦਗੀ ਨੂੰ ਕਿਸੇ ਚੰਗੇ ਮੁਕਾਮ ਤੇ ਪਹੁੰਚਾਉਣ ਲਈ, ਕਿਸੇ ਚੰਗੇ ਲੈਵਲ ਤੇ ਪਹੁੰਚਾਉਣ ਲਈ ਇਹ ਅੱਜ ਸੈਮੀਨਾਰ ਕੀਤਾ ਜਾ ਰਿਹਾ ਹੈ। ਸੋ ਬਹੁਤ ਸਾਰੇ ਬੱਚੇ ਕੀ ਹੈ ਕਿਸੇ ਨਾ ਕਿਸੇ ਤਰੀਕੇ ਆਪਣੇ ਮੰਜ਼ਿਲਾਂ ਨੂੰ ਪਾਣਾ ਚਾਹੁੰਦੇ ਨੇ। ਕੋਈ ਬੱਚਾ 10th ਕਰ ਰਿਹਾ ਹੈ, +1 ਕਰ ਰਿਹਾ ਹੈ, +2 ਕਰ ਰਿਹਾ ਹੈ, ਕਰ ਚੁੱਕਾ ਹੈ, ਗ੍ਰੈਜੂਏਸ਼ਨ ਕੰਪਲੀਟ ਹੈ ਜਾਂ ਗ੍ਰੈਜੂਏਸ਼ਨ ਕਰ ਰਿਹਾ ਹੈ। ਸੋ ਬਹੁਤ ਸਾਰੇ ਬੱਚੇ ਨੇ ਜਿਹੜੇ ਕੀ ਹੈ ਕਿਸੇ ਮੰਜ਼ਿਲਾਂ ਤੇ ਪਹੁੰਚਣਾ ਚਾਹੁੰਦੇ ਨੇ, ਕਿਸੇ ਚੰਗੇ ਲੈਵਲਸ ਨੂੰ ਅਚੀਵ ਕਰਨਾ ਚਾਹੁੰਦੇ ਨੇ, ਬਟ ਲੈਕ ਆਫ ਨੌਲੇਜ ਕਰਕੇ ਕੀ ਕਰਨਾ ਚਾਹੀਦਾ ਲਾਈਫ ਦੇ ਵਿੱਚ, ਕਿੱਥੇ ਕਿੱਥੇ ਆਪਸ਼ਨਸ ਨੇ, ਕਿਵੇਂ ਅਸੀਂ ਘੱਟ ਪੈਸਿਆਂ ਦੇ ਵਿੱਚ ਕਹਿ ਸਕਦੇ ਹਾਂ ਜਾਂ ਕਿਵੇਂ ਅਸੀਂ ਕਹਿ ਲਓ ਕਿ ਈਜ਼ੀ ਵੇ ਦੇ ਨਾਲ, ਸਮਾਰਟ ਵੇ ਦੇ ਨਾਲ ਆਪਣੀਆਂ ਮੰਜ਼ਿਲਾਂ ਤੱਕ ਪਹੁੰਚ ਸਕਦੇ ਹਾਂ। ਸੋ ਉੱਥੇ ਕੀ ਹੈ ਲੈਕ ਆਫ ਨੌਲੇਜ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈ ਕਿ ਮੈਂ ਆਪਣੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਪਾਉਂਦਾ। ਸੋ ਗੁਰੂ ਨਾਨਕ ਮਲਟੀਵਰਸਿਟੀ ਬਹੁਤ ਸਾਲਾਂ ਤੋਂ ਕੰਮ ਕਰ ਰਹੀ ਹੈ ਬੱਚਿਆਂ ਦੀ ਐਜੂਕੇਸ਼ਨ ਦੇ ਨਾਲ। ਸੋ ਆਈ ਆਲਵੇਜ਼ ਫੀਲ ਮੋਟੀਵੇਟਡ ਜਦੋਂ ਵੀ ਮੈਂ ਦੇਖਦਾ ਬੱਚਿਆਂ ਨੂੰ, ਛੋਟਿਆਂ ਨੂੰ ਇੰਨਾ ਵਧੀਆ ਐਫਰਟਸ ਕਰਦੇ ਨੇ, ਇੰਨੀ ਮਿਹਨਤ ਕਰਦੇ ਨੇ। ਐਂਡ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਕਿ ਤੁਸੀਂ ਆਪਣੇ ਰੂਟਸ ਦੇ ਨਾਲ ਜਦੋਂ ਜੁੜੇ ਹੁੰਦੇ ਹੋ, ਜਿਵੇਂ ਬੱਚਿਆਂ ਨੂੰ ਅਸੀਂ ਕੀਰਤਨ ਦੇ ਪ੍ਰੋਗਰਾਮਸ 'ਚ ਦੇਖਦੇ ਹਾਂ, ਬਹੁਤ ਛੋਟੇ ਸ਼ਖਸੀਅਤ ਕੈਂਪਾਂ ਦੇ ਵਿੱਚ ਅੱਗੇ ਹੋ ਕੇ ਲੀਡਰਸ਼ਿਪ ਕਰਦੇ ਹਾਂ, ਦੇਖਦੇ ਹਾਂ, ਬੋਲਦੇ ਹਾਂ, ਦੇਖਦੇ ਹਾਂ। ਸੋ ਆਈ ਆਲਵੇਜ਼ ਫੀਲ ਹੈਪੀ ਕਿ ਤੁਸੀਂ ਬੱਚਿਓ ਬਹੁਤ ਬੜੀ ਭੀੜ ਤੋਂ ਅੱਗੇ ਹੋ, ਜਿਸ ਭੀੜ ਨੂੰ ਕੀ ਹੈ ਆਪਣੇ ਰੂਟਸ ਦਾ ਨਹੀਂ ਪਤਾ, ਜਿਸ ਭੀੜ ਨੂੰ ਇਹ ਨਹੀਂ ਪਤਾ ਕਿ ਮੈਂ ਮੰਜ਼ਿਲਾਂ 'ਚ ਪਹੁੰਚਣਾ ਕਿਵੇਂ ਹੈ, ਔਰ ਜਿਸ ਨੂੰ ਇਹ ਨਹੀਂ ਪਤਾ ਕਿ ਮੈਂ ਇੱਕ ਲਾਈਫ ਲੈ ਕੇ ਆਇਆ ਤਾਂ ਮੇਰੀ ਲਾਈਫ ਦਾ ਮਕਸਦ ਕੀ ਹੈ। ਸੋ ਯੂ ਆਲ ਆਰ ਲੱਕੀ that you are a part of this beautiful platform ਗੁਰੂ ਨਾਨਕ ਮਲਟੀਵਰਸਿਟੀ। ਸੋ ਅੱਜ ਮੈਨੂੰ ਮੌਕਾ ਮਿਲਿਆ ਤੁਹਾਡੇ ਸਾਰਿਆਂ ਨਾਲ ਛੋਟੀ ਜਿਹੀ ਇੰਟਰੈਕਸ਼ਨ ਦਾ। ਸੋ ਇੱਕ 4 ਤੋਂ 5 ਛੋਟਾ ਜਿਹਾ ਸੈਸ਼ਨ ਕਰ ਰਹੇ ਹਾਂ ਤੁਹਾਡੇ ਨਾਲ। ਸੋ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਤੁਹਾਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਕੀ ਜਿਹੜੀਆਂ ਚੀਜ਼ਾਂ ਪੈਂਡਿੰਗ ਰਹਿ ਜਾਣਗੀਆਂ, ਕੁਝ ਰਹਿ ਜਾਏਗਾ, ਅਗਰ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਕੁਐਰੀਜ਼ ਕੁਝ ਰਹਿ ਗਈਆਂ ਨੇ ਜਾਂ ਤੁਸੀਂ ਕੁਝ ਇਨਕੰਪਲੀਟ ਹੈ, ਤੁਹਾਡੇ ਦਿਮਾਗ 'ਚ ਕੁਝ ਹੈਗਾ, ਤਾਂ ਅਸੀਂ ਤੁਹਾਨੂੰ ਅਪਰੋਚ ਦੇ ਡਿਟੇਲਸ ਵੀ ਦਵਾਂਗੇ। ਤਾਂ ਤੁਸੀਂ ਕੀ ਹੈ ਪਰਸਨਲ ਵੀ ਗੱਲਬਾਤ ਕਰਕੇ ਅਪਰੋਚ ਕਰ ਸਕਦੇ ਹੋ। ਸੋ ਆਪਾਂ ਸਟਾਰਟ ਕਰਦੇ ਹਾਂ, ਬਹੁਤਾ ਟਾਈਮ ਨਾ ਲੈਂਦਿਆਂ ਹੋਇਆਂ। ਸੋ ਅੱਜ ਦਾ ਜਿਹੜਾ ਸੈਸ਼ਨ ਹੈਗਾ ਉਹ ਕੈਰੀਅਰ ਕਾਉਂਸਲਿੰਗ ਦੇ ਉੱਤੇ ਹੈ। ਕੈਰੀਅਰ ਕਾਉਂਸਲਿੰਗ ਦਾ ਇੱਕ ਮੇਨ ਸਭ ਤੋਂ ਬੜਾ ਜੇ ਆਪਾਂ ਗੱਲ ਕਰੀਏ ਕਿ ਮੈਂ ਫਸਟ ਤਾਂ ਕੀ ਹੈ ਕਿ ਮੇਰਾ ਵਿਜ਼ਨ ਕੀ ਹੈ, ਮੈਂ ਕਿੱਥੇ ਤੱਕ ਪਹੁੰਚਣਾ ਹੈ। ਹੁਣ ਕੈਰੀਅਰ ਕਾਉਂਸਲਿੰਗ ਦੇ ਵਿੱਚ ਨਾ ਜੇ ਆਪਾਂ ਲਾਰਜ ਸਕੇਲ ਤੇ ਗੱਲ ਕਰੀਏ ਤਾਂ 5000 ਲਾਈਨਸ ਨੇ। ਜੀ ਮੈਂ ਡਾਕਟਰ ਬਣਨਾ ਹੈ, ਜੀ ਮੈਂ ਇੰਜੀਨੀਅਰ ਬਣਨਾ ਹੈ, ਜੀ ਮੈਂ ਆਰਟਿਸਟ ਬਣਨਾ ਹੈ, ਜੀ ਮੈਂ ਮਿਊਜ਼ੀਸ਼ੀਅਨ ਬਣਨਾ ਹੈ, ਜੀ ਮੈਂ ਐਨੀ 3rd 4th 5th 6th ਲਾਈਨਸ ਨੇ। तो बहुत सारे बच्चे लास्ट टाइम भी ਅਸੀਂ ਦੇਖ ਰਹੇ ਸੀਗੇ, ਬਹੁਤ ਸਾਰੇ ਬੱਚਿਆਂ ਦਾ ਇੱਕ ਕਾਮਨ ਕੰਸਰਨ ਸੀਗਾ ਕਿ ਮੈਂ ਸਰ ਆਈਐਸ ਆਫੀਸਰ ਬਣਨਾ ਹੈ, ਆਈਪੀਐਸ ਆਫੀਸਰ ਬਣਨਾ ਹੈ। ਬਟ ਮੈਂ ਉਹਨਾਂ ਬੱਚਿਆਂ ਨੂੰ ਪੁੱਛਿਆ ਕਿ ਬੱਚਿਓ ਓਕੇ ਇਫ ਯੂ ਵਾਂਟ ਟੂ ਬਿਕਮ ਅ ਆਈਐਸ ਆਫੀਸਰ, ਪਹਿਲਾਂ ਮੈਨੂੰ ਇੱਕ ਐ ਦੱਸੋ ਕਿ ਆਈਐਸ ਆਫੀਸਰ ਕਰਦਾ ਕੀ ਹੈ। ਤੁਸੀਂ ਪੇਪਰ ਕਲੀਅਰ ਕਰ ਲਿਆ, ਗॉट इट, ਤੁਸੀਂ ਪੇਪਰ ਬਾਰੇ ਜਾਣਦੇ ਹੋ, ਗॉट इट, ਬਟ ਇੱਕ ਆਈਐਸ ਆਫੀਸਰ ਦਾ ਕੰਮ ਕੀ ਹੁੰਦਾ ਹੈ ਨਾ। ਉਹਨਾਂ ਬੱਚਿਆਂ ਨੂੰ ਇਹ ਨਹੀਂ ਸੀ ਪਤਾ ਕਿ ਆਈਐਸ ਆਫੀਸਰ ਦਾ ਟਾਸਕ ਕੀ ਹੁੰਦਾ ਹੈ। ਉਹਨਾਂ ਨੂੰ ਸਿਰਫ ਇੰਨਾ ਕੁ ਪਤਾ ਸੀ ਕਿ ਇੱਕ ਪੇਪਰ ਹੁੰਦਾ ਹੈ ਜਿਹਦਾ ਨਾਮ ਆਈਏਐਸ ਹੈ, ਸ਼ਾਇਦ ਯੂਪੀਐਸਸੀ ਲੈਂਦੀ ਹੈ, ਇੰਨਾ ਕੁ ਪਤਾ ਹੁੰਦਾ ਹੈ। ਸੋ
ਇੱਕ ਤਾਂ ਮੇਰਾ ਵਿਜ਼ਨ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਕਿ ਮੈਂ ਪਹੁੰਚਣਾ ਕਿੱਥੇ ਤੱਕ ਹੈ। ਇਹ ਬਹੁਤ ਜ਼ਰੂਰੀ ਹੈ। ਅਗਰ ਮੈਨੂੰ ਇਹ ਨਹੀਂ ਪਤਾ ਕਿ ਮੈਂ ਦਿੱਲੀ ਜਾਣਾ ਹੈ, ਜਲੰਧਰ ਜਾਣਾ ਹੈ, ਪਠਾਨਕੋਟ ਜਾਣਾ ਹੈ, ਤੇ ਗੱਡੀ ਜਿੰਨੀ ਮਰਜ਼ੀ ਵਧੀਆ ਹੋਵੇ ਮੇਰੇ ਕੋਲ, ਬਟ ਮੈਨੂੰ ਪਤਾ ਹੀ ਨਹੀਂ ਪਹੁੰਚਣਾ ਕਿੱਥੇ ਤੱਕ ਹੈ, ਤਾਂ ਅਲਟੀਮੇਟਲੀ ਉਹ ਮਹਿੰਗੀ ਗੱਡੀ ਤੇ ਫੁੱਲ ਟੈਂਕੀ ਕਰਾਈ ਦਾ ਕੋਈ ਫਾਇਦਾ ਨਹੀਂ ਹੈ। ਸੋ ਪਹਿਲਾਂ ਤਾਂ ਇਹ ਡਿਸਾਈਡ ਹੋਵੇ ਕਿ ਮੈਂ ਪਹੁੰਚਣਾ ਕਿੱਥੇ ਤੱਕ ਹੈ, ਮੈਂ ਕਰਨਾ ਕੀ ਹੈ, ਮੇਰੀ ਲਾਈਫ ਦਾ ਅਲਟੀਮੇਟ ਗੋਲ ਕੀ ਹੈ, ਔਰ ਅਲਟੀਮੇਟਲੀ ਮੇਰਾ ਵਿਜ਼ਨ ਕੀ ਹੈ। ਸੈਕੰਡ ਚੀਜ਼ ਆਂਦੀ ਹੈ, ਫਸਟ ਤਾਂ ਠੀਕ ਹੈ ਮੇਰਾ ਵਿਜ਼ਨ ਜਦੋਂ ਕਲੀਅਰ ਹੁੰਦਾ ਹੈ, ਦੂਸਰੀ ਚੀਜ਼ ਆਂਦੀ ਹੈ ਕਿ ਹੁਣ ਉੱਥੇ ਤੱਕ ਪਹੁੰਚਿਆ ਕਿਵੇਂ ਜਾਵੇ, ਹੈਨਾ। ਸੋ ਫਿਰ ਜਰਨੀ ਸਟਾਰਟ ਹੁੰਦੀ ਹੈ ਕਿ ਠੀਕ ਹੈ, ਅਗਰ ਮੈਂ ਦਿੱਲੀ ਪਹੁੰਚਣਾ ਹੈ ਤੇ ਮੈਂ ਲੁਧਿਆਣੇ ਆ, ਠੀਕ ਹੈ, ਮੈਂ ਦਿੱਲੀ ਪਹੁੰਚਣਾ ਹੈ, ਤਾਂ ਹੁਣ ਮੈਂ ਆਪਣੀ ਸਪੀਡ ਇਸ ਹਿਸਾਬ ਨਾਲ ਕਰਾਂ ਕਿ ਮੈਂ ਪ੍ਰੋਪਰ ਤਰੀਕੇ ਨਾਲ ਟਾਈਮਲੀ ਦਿੱਲੀ ਪਹੁੰਚ ਜਾਵਾਂ। ਹੁਣ ਬਹੁਤ ਸਾਰੇ ਬੱਚੇ ਇਦਾਂ ਦੇ ਵੀ ਹੁੰਦੇ ਨੇ, ਸੈਕੰਡ ਸਟੇਜ ਦੀ ਗੱਲ ਕਰਦਾ, ਜਿਨ੍ਹਾਂ ਨੂੰ ਇਹ ਤਾਂ ਪਤਾ ਹੁੰਦਾ ਹੈ ਕਿ ਮੈਂ ਪਹੁੰਚਣਾ ਕਿੱਥੇ ਤੱਕ ਹੈ, ਜਿਨ੍ਹਾਂ ਨੂੰ ਇਹ ਤਾਂ ਪਤਾ ਹੁੰਦਾ ਹੈ ਕਿ ਮੈਂ ਪਹੁੰਚਣਾ ਕਿੱਥੇ ਤੱਕ ਹੈ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਮੈਨੂੰ ਉਸ ਮੰਜ਼ਿਲ ਤੱਕ ਪਹੁੰਚਣ ਦੇ ਲਈ ਸਪੀਡ ਕਿੰਨੀ ਚਾਹੀਦੀ ਹੈ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕਿਵੇਂ ਉਸ ਮੰਜ਼ਿਲ ਤੱਕ ਪਹੁੰਚਾਂਗਾ। ਇਟ ਇਜ਼ ਲਾਈਕ ਕਿ ਮੈਂ ਦਿੱਲੀ ਜਾਣਾ ਹੈ, ਮੈਂ ਚੱਕ ਸਾਈਕਲ ਲਿਆ, ਸੋ ਕਦੇ ਵੀ ਨਹੀਂ ਹੁੰਦਾ ਕਿ ਮੈਂ ਉਸ ਸਪੀਡ ਦੇ ਨਾਲ ਦਿੱਲੀ ਪਹੁੰਚ ਪਾਵਾਂ। ਸੋ ਅਲਟੀਮੇਟਲੀ ਕੀ ਹੈ, ਮੈਨੂੰ ਆਪਣੀ ਸਪੀਡ ਕੀ ਹੈ ਇਨਕਰੀਜ਼ ਕਰਨੀ ਹੀ ਪਏਗੀ। ਅਗਰ ਮੈਂ ਦਿੱਲੀ ਪਹੁੰਚਣਾ ਤਾਂ ਮੈਨੂੰ ਗੱਡੀ ਵੀ ਉਵੇਂ ਲੈਣੀ ਪਏਗੀ, ਮੈਨੂੰ ਆਪਣੀਆਂ ਫੈਸਿਲਿਟੀਜ਼ ਵੀ ਉਵੇਂ ਕਰਨੀਆਂ ਪੈਣਗੀਆਂ। ਸੋ ਅੱਜ ਆਪਾਂ ਦੋ ਵਿਜ਼ਨਸ ਤੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਮੇਰੀ ਲਾਈਫ ਦੇ ਵਿੱਚ ਐਜ਼ ਅ ਕੈਰੀਅਰ ਆਪਸ਼ਨ ਕਿਹੜੀਆਂ ਬੈਸਟ ਆਪਸ਼ਨਸ ਨੇ ਜਿਹਨੂੰ ਮੈਂ ਚੂਜ਼ ਕਰ ਸਕਦਾ। ਹੁਣ ਕੁਝ ਕਾਮਨ ਜਿਹੜੇ ਫੀਲਡਸ ਨੇ ਆਪਾਂ ਉਹ ਡਿਸਕਸ ਕਰਾਂਗੇ। ਸੋ ਸਭ ਤੋਂ ਕਾਮਨ ਫੀਲਡਸ ਜਿਹੜੇ ਬੱਚੇ ਕੀ ਹੈ ਆਪਟ ਕਰਦੇ ਨੇ, 10ਵੀਂ ਕਰ ਰਹੇ ਬੱਚੇ, 11ਵੀਂ ਕਰ ਰਹੇ ਬੱਚੇ, 12ਵੀਂ ਕਰ ਰਹੇ ਬੱਚੇ, ਉਹਨਾਂ ਵਾਸਤੇ ਆਪਾਂ ਡਿਸਕਸ ਕਰਾਂਗੇ। ਵੈਸੇ ਅਸੀਂ ਗ੍ਰੈਜੂਏਸ਼ਨ ਵੀ ਕਰਾਂਗੇ, ਲੇਕਿਨ ਗ੍ਰੈਜੂਏਸ਼ਨ ਦੇ ਵਿੱਚ ਕੀ ਹੈ, ਬਹੁਤ ਬਲਕ ਦਾ ਇੱਕ ਸਿਸਟਮ ਹੈ, ਅਸੀਂ ਟੱਚ ਕਰਾਂਗੇ ਇਹਨਾਂ ਸੈਸ਼ਨਸ ਦੇ ਵਿੱਚ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਇੱਕ ਫੀਲਡ ਹੈਗਾ ਆਰਮੀ ਦਾ, ਇੱਕ ਫੀਲਡ ਹੈਗਾ यूपीएससी ਦਾ, ਜਿਹਦੇ ਵਿੱਚ ਆईएएस आईपीएस, ਸੋ ਬਹੁਤ ਸਾਰੇ ਬੱਚਿਆਂ ਦਾ ਸੁਪਨਾ ਹੈਗਾ आईएएस आईपीएस आईएफएस ਪੜ੍ਹਨਾ ਜਾਂ एसएससी ਕਲੀਅਰ ਕਰਨਾ। ਇੱਕ ਫੀਲਡ ਹੈਗਾ, ਠੀਕ ਹੈ। ਸੈਂਟਰ ਗਵਰਨਮੈਂਟ ਦੇ ਹੋਰ ਫੀਲਡਸ ਦੀ ਗੱਲ ਕਰੀਏ ਤਾਂ ਬੈਂਕਿੰਗ ਸੈਕਟਰ ਇੱਕ ਫੀਲਡ ਹੈਗਾ, ਹੋਰ ਫੀਲਡ ਦੀ ਗੱਲ ਕਰੀਏ ਤਾਂ ਪੁਲਿਸ ਸੈਕਟਰ ਇੱਕ ਫੀਲਡ ਹੈਗਾ। ਇਸ ਤੋਂ ਇਲਾਵਾ ਹੋਰ ਸੈਕਟਰਸ ਦੀ ਗੱਲ ਕਰੀਏ ਤਾਂ ਆਰਮੀ, ਬੈਂਕਿੰਗ, ਪੁਲਿਸ, यूपीएससी ਤੋਂ ਇਲਾਵਾ ਸਟਾਫ ਸਿਲੈਕਸ਼ਨ ਕਮਿਸ਼ਨ, SSC स्टाफ सिलेक्शन कमीशन, एक अलग चैंबर हैगा सेंट्रल गवर्नमेंट दा। तो हजे मैं गल कर रहा सिर्फ सेंट्रल गवर्नमेंट दी कि सेंट्रल गवर्नमेंट दे विच किहड़े-किहड़े इंस्टीट्यूशंस ने, ये 5 सेक्टर्स ने। इस तो इलावा कुछ सेंट्रल गवर्नमेंट दे होर भी है, तो आपां इन्नी डिटेल दे विच नहीं जावांगे, ਅਸੀਂ ਪਹਿਲਾਂ ਵੱਡੇ-ਵੱਡੇ प्रोजेक्ट्स ਦੀ ਗੱਲ ਕਰਦੇ ਹਾਂ। सो हाँ, एक होर इंपॉर्टेंट ਇਹਦੇ ਵਿੱਚ ਰਹਿ ਗਿਆ रेलवेज। तो ਆਪਾਂ ਵੱਡੇ ਸਕੇਲ ਤੇ ਗੱਲ ਕਰਦੇ ਹਾਂ, ਸੋ ਲਾਰਜ ਸਕੇਲ ਤੇ ਗੱਲ ਕਰਦੇ ਹਾਂ। ਸੋ ਸਭ ਤੋਂ ਇੰਪੋਰਟੈਂਟ ਤੁਹਾਡੇ ਸਾਰੇ ਬੱਚਿਆਂ ਵਾਸਤੇ ਪਹਿਲਾਂ ਇਹ ਹੈ ਜਾਣਨਾ ਕਿ ਤੁਹਾਡਾ ਵਿਜ਼ਨ ਕੀ ਹੈ, ਠੀਕ ਹੈ। ਇਫ ਯੂ ਵਾਂਟ ਟੂ ਬਿਕਮ ਅ ਆਰਮੀ ਆਫੀਸਰ, ਦੈਨ ਠੀਕ ਹੈ, ਪਹਿਲੀ ਚੀਜ਼ ਮੇਰੀ ਕਲੀਅਰ ਹੈ ਕਿ ਮੈਂ ਆਰਮੀ ਆਫੀਸਰ ਬਣਨਾ ਹੈ। ਸੈਕੰਡ ਚੀਜ਼ ਆਂਦੀ ਹੈ ਕਿ ਮੈਂ ਆਪਣੀਆਂ ਵਰਕਿੰਗਸ ਜਾਂ ਮੈਂ ਆਪਣੀਆਂ ਕੁਆਲਿਟੀਜ਼ ਜਾਂ ਮੈਂ ਕਹਾਂ ਮੈਂ ਆਪਣੀਆਂ ਸਰਚਿੰਗਸ उस हिसाब नाल करा कि मैं आर्मी ऑफिसर बनना है। ਹੁਣ लेट्स सपोज मेरा पहला ड्रीम नहीं क्लियर था, मैं की करना गूगल पे है ना, बेस्ट करियर फॉर मी, है ना। सो मोस्ट ऑफ द स्टूडेंट्स सर्च बेस्ट करियर्स, ठीक है। सो बेस्ट करियर हो सकता है लता मंगेशकर ਲਈ सिंगिंग है, मेरे लिए नहीं है। हो सकता है सचिन तेंदुलकर ਲਈ क्रिकेट है, मेरे लिए नहीं है। ਉਹਦੇ ਵਾਸਤੇ ਹੋ ਸਕਦਾ ਹੈ ऋतिक रोशन ਲਈ ਹੋ ਸਕਦਾ ਹੈ ਕਿ ਉਹਦੇ ਵਾਸਤੇ ਐਕਟਿੰਗ ਬੈਸਟ ਪਰਫਾਰਮੈਂਸ ਹੋਵੇ, ਲੇਕਿਨ ਉਹ ਮੇਰੇ ਲਈ नहीं है। सो ਉੱਥੇ ਕੀ ਹੈ ਕਿ ਜੇ ਗੂਗਲ ਤੁਹਾਨੂੰ ਓਪੀਨੀਅਨਸ ਦਿੰਦਾ ਹੈਗਾ ਤਾਂ ਗੂਗਲ ਕੀ ਹੈ ਤੁਹਾਨੂੰ ਥਾਊਜ਼ੈਂਡ ਆਫ ਨਾਮਸ ਦੇ ਦੇਗਾ ਜਿਹਦੇ ਤੋਂ ਕੀ ਹੈ ਤੁਸੀਂ ਮੰਜ਼ਿਲਾਂ ਤੱਕ ਪਹੁੰਚ ਸਕਦੇ ਹੋ। ਬਟ ਕੀ ਉਹ ਤੁਹਾਡੀਆਂ ਮੰਜ਼ਿਲਾਂ ਨੇ, ਕੀ ਉਹ ਤੁਹਾਡਾ ਸੁਪਨਾ ਹੈਗਾ? ਫਾਈਨਲ ਇਹ ਕਰਨਾ ਹੈ ਅਸੀਂ ਕਿ ਮੇਰਾ ਸੁਪਨਾ ਕੀ ਹੈ, ਮੈਂ ਕਿੱਥੋਂ ਤੱਕ ਪਹੁੰਚਣਾ ਹੈ, ਮੈਂ ਕੀ ਜ਼ਿੰਦਗੀ ਦੇ ਵਿੱਚ ਕਰਨਾ ਹੈ, ਮੇਰਾ ਆਪਣਾ ਵਿਜ਼ਨ ਕੀ ਹੈ, ਇਹ ਬਹੁਤ ਜ਼ਰੂਰੀ ਹੈ। ਸੈਕੰਡ ਚੀਜ਼ ਦੱਸੀ ਜਿਹੜੀ ਮੈਂ ਆਲਰੇਡੀ ਕਿ ਫਿਰ ਜ਼ੋਰ ਲੱਗੇਗਾ ਕਿ ਉਹ ਸੁਪਨਾ ਪੂਰਾ ਕਿਵੇਂ ਹੋਵੇ। ਹੁਣ ਲੈਟਸ ਸਪੋਜ਼ ਮੈਂ 10th ਦੇ ਵਿੱਚ ਆ, ਹੋ ਸਕਦਾ ਬਹੁਤ ਸਾਰੀਆਂ ਓਪਰਚੁਨਿਟੀਆਂ ਹੋਣ ਜਿਹੜੀਆਂ ਤੁਹਾਨੂੰ 10th ਦੇ ਵਿੱਚ ਹੀ ਮਿਲ ਜਾਣ ਤੁਹਾਡੇ ਸੁਪਨੇ ਨੂੰ ਪੂਰਾ ਕਰਨ ਲਈ, ਬਟ ਤੁਸੀਂ ਹਜੇ ਸੁਪਨਾ ਹੀ ਨਹੀਂ ਦੇਖਿਆ, ਤੁਸੀਂ ਹਜੇ ਉਹਨੂੰ ਪੂਰਾ ਕਰਨ ਦਾ
ਵਿਜ਼ਨ ਹੀ ਨਹੀਂ ਰੱਖਿਆ, ਤੁਸੀਂ ਅਜੇ ਸਰਚ ਹੀ ਨਹੀਂ ਕਰਨ ਲੱਗੇ ਕਿ ਮੇਰਾ ਐਗਜ਼ੈਕਟ ਸੁਪਨਾ ਅਗਰ ਆਈਐਸ ਆਫੀਸਰ ਹੈ ਤਾਂ ਪਹਿਲਾਂ ਇਹ ਤਾਂ ਪਤਾ ਲੱਗੇ ਵੀ ਆਈਐਸ ਆਫੀਸਰ ਜੌਬ ਕੀ ਕਰਦਾ ਹੈ। ਨਾਓ ਇਫ ਆਈਐਸ ਆਫੀਸਰ ਇਜ਼ ਅ ਡਿਪਟੀ ਕਮਿਸ਼ਨਰ ਆਫ ਏਰੀਆ ਜਾਂ ਇੱਕ ਵਾਰਡ ਦਾ ਜਾਂ ਇੱਕ ਡਿਸਟ੍ਰਿਕਟ ਦਾ ਜਾਂ ਇੱਕ ਏਰੀਆ ਦਾ ਜਿਵੇਂ ਹਲਕਿਆਂ ਦਾ, ਸੋ ਉੱਥੇ ਮੈਨੂੰ ਪਤਾ ਲੱਗੇਗਾ ਕਿ ਓਕੇ ਇਫ ਆਈਐਸ ਆਫੀਸਰ ਇਜ਼ ਅ ਡਿਪਟੀ ਕਮਿਸ਼ਨਰ ਤਾਂ ਡੀਸੀ ਨੂੰ as a DC ਇਹ ਕੁਆਲਿਟੀਜ਼ ਡਿਪਟੀ ਕਮਿਸ਼ਨਰ ਨੂੰ as a DC ਇਹ ਕੁਆਲਿਟੀਜ਼ ਆਪਣੇ ਆਪ ਦੇ ਵਿੱਚ ਲਿਆਉਣੀਆਂ ਪੈਣਗੀਆਂ। ਔਰ ਮੈਂ ਐਵਰੀ ਟਾਈਮ ਜਦੋਂ ਗੂਗਲ ਤੇ ਸਰਚ ਕਰਾਂਗਾ because my dream is to become IAS officer, so every time I search on Google what I do is I always prefer to search what's the how I became ਜਾਂ how I become a deputy commissioner। ਸੋ ਉੱਥੇ ਬਹੁਤ ਸੌਖਾ ਹੋ ਜਾਂਦਾ ਕਿਉਂਕਿ ਤੁਸੀਂ 100 ਲਾਈਨਾਂ ਚੋਂ ਪਹਿਲਾਂ ਇੱਕ ਲਾਈਨ ਬਾਹਰ ਕੱਢ ਲਈ, ਹੁਣ ਉਸ ਇੱਕ ਲਾਈਨ ਤੇ ਜ਼ੋਰ ਲਗਾਣਾ ਹੈ ਕਿ ਮੈਂ ਆਪਣੀ ਮੰਜ਼ਿਲ ਤੱਕ ਪਹੁੰਚਣਾ ਕਿਵੇਂ ਹੈ। ਔਰ ਥਰਡ ਜਿਹੜੀ ਗੱਲ ਹੈ ਵਿਜ਼ਨਸ ਤੋਂ ਐਂਡ ਐਫਰਟਸ ਤੋਂ ਇਲਾਵਾ ਹਾਰਡ ਵਰਕਸ ਤੋਂ ਇਲਾਵਾ ਸਾਨੂੰ ਕੀ ਕਰਨਾ ਪਏਗਾ, ਸਮਾਰਟ ਵਰਕ ਕਰਨਾ ਪਏਗਾ। ਸੋ ਐਵਰੀ ਟਾਈਮ ਮੈਂ ਹਰ ਲੈਕਚਰ ਦੇ ਵਿੱਚ ਬੋਲਦਾ ਕਿ ਕੰਮ ਤਾਂ ਅੰਬਾਨੀ ਵੀ ਕਰ ਰਿਹਾ, ਕੰਮ ਮੈਂ ਵੀ ਕਰ ਰਿਹਾ। 24 ਘੰਟੇ ਉਹਦੇ ਕੋਲ ਵੀ ਨੇ, 24 ਘੰਟੇ ਮੇਰੇ ਕੋਲ ਵੀ ਨੇ, ਬਟ ਵਾਈ ਹੀ ਇਜ਼ ਗੈਟਿੰਗ ਜਾਂ ਵਾਈ ਹੀ ਇਜ਼ ਅਰਨਿੰਗ ਮਿਲੀਅਨਸ ਤੇ ਮੇਰੇ ਕੋਲ 10,000 ਦੀ ਤਨਖਾਹ ਹੈ ਤੇ ਮੈਂ ਸਾਰੇ ਦਿਨ ਉਸ 10,000 ਦੀ, ਸਾਰਾ ਮਹੀਨਾ ਜਿਸ ਦਿਨ ਤਨਖਾਹ ਮਿਲਦੀ ਹੈ ਉਸ ਦਿਨ ਤੋਂ ਲੈ ਕੇ ਜਿਸ ਦਿਨ ਤੱਕ ਨੈਕਸਟ ਤਨਖਾਹ ਆਉਂਦੀ ਹੈ ਉਸ ਦਿਨ ਤੱਕ ਮੈਂ ਰੋਂਦਾ ਕਿ ਮੇਰੀ 10,000 ਤਨਖਾਹ ਹੈ, ਮੇਰੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ, ਮੈਂ ਕਿੱਥੋਂ ਆਪਣੇ ਖਰਚੇ ਪੂਰੇ ਕਰਾਂ। ਸੋ एक अलग सैशन है, शायद पॉसिबल होया इन फ्यूचर ਤੇ ਅਸੀਂ ਤੁਹਾਡੇ ਸਾਰਿਆਂ ਨਾਲ ਕਰਾਂਗੇ ਯੂਨੀਵਰਸਲ ਲਾਅ ਦੇ ਉੱਤੇ ਸੈਸ਼ਨ ਹੈ। ਸੋ ਯੂਨੀਵਰਸਲ ਲਾਅ ਕੀ ਹੈਗਾ ਕਿ ਐਵਰੀ ਐਕਸ਼ਨ ਇਜ਼ ਹੈਵਿੰਗ ਅ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਜਿਹੜੀ ਬਾਲ ਤੁਸੀਂ ਸੁੱਟਦੇ ਹੋ ਤੁਹਾਡੇ ਕੋਲ ਵਾਪਸ ਆਏਗੀ ਆਏਗੀ, ਜਿੰਨੀ ਜ਼ੋਰ ਦੀ ਤੁਸੀਂ ਬਾਲ ਸੁੱਟਦੇ ਹੋ। ਹੁਣ ਜੇ ਮੈਂ ਬਾਲ ਜਿਹੜੀ ਸੁੱਟਣਾ ਉਹ ਇਹ ਸੁੱਟਣਾ ਵੀ ਮੈਂ ਗਰੀਬ, ਮੈਂ ਵਿਚਾਰਾ, ਮੈਂ ਕੀ ਕਰ ਸਕਦਾ, तो ਤੁਹਾਡੇ ਕੋਲ ਵਾਪਸ ਗਰੀਬੀ ਹੀ ਆਏਗੀ ਬਿਕੋਜ਼ ਤੁਸੀਂ ਬਾਲ ਹੀ ਗਰੀਬੀ ਦੀ ਸੁੱਟ ਰਹੇ ਹੋ। ਇਫ ਯੂ ਥਿੰਕ ਕਿ ਮੈਂ ਵਧੀਆ, ਮੈਂ ਕੁਝ ਕਰਕੇ ਦਿਖਾਊਂਗਾ, ਮੈਂ ਪੂਰਾ ਡੈਡੀਕੇਸ਼ਨ ਨਾਲ ਮਿਹਨਤ ਕਰੂੰਗਾ ਔਰ ਮੈਂ 100% ਕਲੀਅਰ ਹੋ ਜਾਊਂਗਾ, ਉਹ ਜਿਹੜੀ ਬਾਲ ਸੁੱਟੀ ਹੈ ਮੇਰੇ ਕੋਲ ਉਹ ਹਮੇਸ਼ਾ ਵਾਪਸ ਆਏਗੀ ਹੀ ਆਏਗੀ। तो this is the universal law, every action is having a equal and opposite reaction। न्यूटन थर्ड लॉ सारे बच्चे साइंस वाले पढ़ते हैं। तो बड़ा सिंपल ਜਿਹਾ ਫੰਡਾ ਹੈਗਾ ਇਹਦੇ ਵਿੱਚ ਕਿ ਤੁਸੀਂ ਕਿਹੋ ਜੀ ਬਾਲ ਸੁੱਟ ਰਹੇ ਹੋ। ਜੇ ਮੈਂ ਮਹੀਨੇ ਦੀ ਤਨਖਾਹ 10,000 ਹੈ, ਆਬਵੀਅਸਲੀ ਤੁਹਾਡੇ ਪੈਰੈਂਟਸ ਬਹੁਤ ਸਾਰੇ ਹੋਣਗੇ ਜਿਹੜਾ ਦੀ ਅਰਨਿੰਗਸ ਬਹੁਤ ਘੱਟ ਹੈ ਤੇ ਸਰਵਾਈਵਲ ਤੇ ਦੁਖੀ ਨੇ ਕਿ ਖਰਚੇ ਨਿਕਲਦੇ ਜਾਂ ਫੀਸਿਸ ਦਾ ਕੋਈ ਇਸ਼ੂ ਹੈਗਾ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਮਤਲਬ ਉਹਨਾਂ ਨੇ ਐਫਰਟਸ ਨਹੀਂ ਕੀਤੇ। ਪ੍ਰੋਬਲਮ ਕਿੱਥੇ ਹੈ ਕਿ ਲੈਕ ਆਫ ਨੌਲੇਜ ਇਜ਼ ਵਨ ਆਫ ਦਾ ਬਿਗੇਸਟ ਕੰਸਰਨ। ਉਹਨਾਂ ਨੇ ਆਪਣੇ ਆਪ ਨੂੰ ਐਕਸਪਲੋਰ ਹੀ ਨਹੀਂ ਕੀਤਾ। ਉਹਨਾਂ ਨੇ ਕਦੇ ਉਸ ਖੂਹ ਚੋਂ, ਪੈਰੈਂਟਸ ਦੀ ਗੱਲ ਕਰਦਾ ਮੈਂ ਜੇ ਆਪਣੀ ਹੀ ਗੱਲ ਕਰਾਂ, ਮੈਂ ਕਦੇ ਉਸ ਖੂਹ ਚੋਂ ਬਾਹਰ ਜਾ ਕੇ ਦੇਖਿਆ ਹੀ ਨਹੀਂ ਕਿ ਸਮੁੰਦਰ ਕਿੰਨਾ ਵੱਡਾ ਹੈ। ਮੈਂ ਉਸ ਖੂਹ ਦੇ ਵਿੱਚ ਰਹਿ ਕੇ ਖੁਸ਼ ਹਾਂ ਤੇ ਮੈਂ ਆਪਣੇ ਨਾਲ ਦੇ ਜਿਹੜੇ ਖੂਹ ਦੇ ਵਿੱਚ ਜੀਵ ਜਾਨਵਰ ਨੇ, ਡੱਡੂ ਨੇ, ਮੈਂ ਉਹਨਾਂ ਨੂੰ ਵੀ ਕਹਿ ਰਿਹਾ ਕਿ ਤੂੰ ਵੀ ਨਾ ਜਾਈਂ, ਇੱਥੇ ਆਪਾਂ ਬਹੁਤ ਵਧੀਆ ਹੈ ਸਾਰੇ। ਤਾਂ ਅਲਟੀਮੇਟਲੀ ਕੀ ਹੈ, ਅਸੀਂ ਆਪਣੀ ਬਾਉਂਡਰੀਜ਼ ਆਪ ਬਣਾ ਲਈਆਂ ਸਾਰਿਆਂ ਨੇ। ਸੋ ਐਟ ਦ ਐਂਡ ਕੀ ਹੋਇਆ ਕਿ ਅਸੀਂ ਸਾਰੀ ਲਾਈਫ ਉੱਥੇ ਕੀ ਹੈ ਸਪੈਂਡ ਕਰਤੀ। ਸੋ ਅਸੀਂ ਸਾਰੀ ਲਾਈਫ ਸਪੈਂਡ ਕਰਤੀ ਉਸ ਇੱਕ ਖੂਹ ਦੇ ਵਿੱਚ ਤੇ ਕਦੇ ਡੇਅਰ ਹੀ ਨਹੀਂ ਕੀਤਾ ਬਾਹਰ ਨਿਕਲ ਕੇ ਕਿ ਮੈਂ ਉਹ ਖੂਹ ਚੋਂ ਬਾਹਰ ਨਿਕਲਾਂ ਤੇ ਮੈਂ ਸਮੁੰਦਰ 'ਚ ਦੇਖਾਂ ਤਾਂ ਸਹੀ ਮੇਰਾ ਸਾਹਮਣਾ ਹੋਣ ਕਿਹਦੇ ਨਾਲ ਵਾਲਾ ਹੈ। ਸੋ ਦਿਸ ਇਜ਼ ਵਨ ਆਫ ਦਾ ਬਿਗੇਸਟ ਕੰਸਰਨ ਆਫ ਆਰ ਰਾਈਟ ਨਾਓ ਆਵਰ ਯੂਥ, ਸਾਡੇ ਯੂਥ ਦਾ, ਕਿ ਉਹ ਆਪਣੇ ਆਪ ਨੂੰ ਐਕਸਪਲੋਰ ਕਰਨਾ ਹੀ ਨਹੀਂ ਚਾਹੁੰਦੇ। ਅੱਛਾ ਕਿਹਨਾਂ 'ਚ ਕਰਦੇ ਨੇ ਐਕਸਪਲੋਰ, ਦੈਟ ਇਜ਼ ਗਾਣੇ ਸੁਣ ਲਓ ਜੀ, ਠੀਕ ਹੈ, ਫालतू ਦੀਆਂ ਚੀਜ਼ਾਂ 'ਚ ਗੇਮਿੰਗ 'ਚ ਇੰਡਲਜ ਕਰ ਲਓ ਜੀ, ਬਾਕੀ ਚੀਜ਼ਾਂ 'ਚ। ਸੋ ਤੁਹਾਨੂੰ ਵੈਸੇ ਇਹ ਗੱਲ ਕਹਿਣ ਦੀ ਲੋੜ ਨਹੀਂ ਹੈ ਬਿਕੋਜ਼ ਯੂ ਪੀਪਲ ਆਰ ਟੂ ਲੱਕੀ ਦੈਟ ਯੂ ਆਰ ਅ ਪਾਰਟ ਆਫ ਗੁਰੂ ਨਾਨਕ ਮਲਟੀਵਰਸਿਟੀ। ਤੁਸੀਂ ਆਲਰੇਡੀ ਹਿੱਸਾ ਹੋ ਤੇ ਬਹੁਤ ਵਧੀਆ ਲੈਵਲਸ ਤੇ ਤੁਸੀਂ ਆਪਣੇ ਆਪ ਦੀਆਂ ਆਪਣੀਆਂ ਕੁਆਲਿਟੀਆਂ ਨੂੰ ਇੰਪਰੂਵ ਕਰ ਰਹੇ ਹੋ, ਆਪਣੇ ਟਾਈਮ ਨੂੰ ਵਧੀਆ ਤਰੀਕੇ ਦੇ ਨਾਲ ਸਪੈਂਡ ਕਰ ਰਹੇ ਹੋ, ਆਪਣੇ ਟਾਈਮ ਨੂੰ ਚੰਗੇ ਪੱਖ ਤੇ ਲਗਾ ਰਹੇ ਹੋ। ਜਿੱਥੇ ਆਪਾਂ ਗੇਮਿੰਗ, ਜਿੱਥੇ ਆਪਾਂ ਫालतू ਦੀਆਂ ਐਕਟੀਵਿਟੀਜ਼, ਮਿਊਜ਼ਿਕ ਸੁਣ ਕੇ ਟਾਈਮ ਖਰਾਬ ਕਰਨਾ, ਤਾਂ ਤੁਸੀਂ ਸਾਰੇ ਕੀਰਤਨ ਦੀਆਂ ਕਲਾਸਿਸ ਲਗਾ ਰਹੇ ਹੋ। ਇਹ ਸ਼ਾਇਦ ਮੈਂ ਨੰਬਰ ਦੇਖ ਰਿਹਾ ਸੀ ਤਾਂ ਬਹੁਤ ਸਾਰੇ ਬੱਚੇ ਇਸ ਕਲਾਸ 'ਚ ਜੁੜੇ ਹੋਏ ਨੇ। ਸੋ ਤੁਸੀਂ ਸਾਰੇ ਐਤਵਾਰ ਨੂੰ ਵੀ ਸਮਾਂ ਕੱਢ ਕੇ ਆਪਣੇ ਸ਼ਖਸੀਅਤ ਕੈਂਪਸ ਲਗਾ ਰਹੇ ਹੋ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਉਪਰਾਲਾ ਹੈ ਤੁਹਾਡੇ ਸਾਰੇ ਬੱਚੇ, ਤੁਸੀਂ ਵੀ ਐਫਰਟਸ ਬਹੁਤ ਵਧੀਆ ਕਰ ਰਹੇ ਹੋ। ਹੁਣ ਆਪਾਂ ਗੱਲ ਕਰਦੇ ਹਾਂ, ਸਟਾਰਟ ਕਰਦੇ ਹਾਂ ਆਪਾਂ। ਸੋ ਆਪਾਂ ਤੀਜੇ ਨੰਬਰ ਤੇ ਕੀ ਕਰਨਾ ਹੈ, ਸਮਾਰਟ ਵਰਕ ਕਰਨਾ ਹੈ। ਆਪਾਂ ਬਣਨਾ ਹੈ ਅੰਬਾਨੀ।
अंबानी किवें बणिया ਜਾਂਦਾ देखो वर्क अंबानी भी करदा वर्क मैं भी करदा but what's the difference between me and अंबानी I am doing hard work and he is doing smart work मैं की करना मैं एक ਜਿਹੜੀ ਰਿਚੁਅਲ ਚੱਲ ਰਹੀ ਹੈ ਜਿਹੜੀ ਇੱਕ ਚੀਜ਼ ਚੱਲ ਰਹੀ ਹੈ ਕਿ ਤੇਰੀਆਂ ਲਿਮਿਟਸ ਨੇ ਮੈਨੂੰ ਮੇਰੇ ਪੈਰੈਂਟਸ ਨੇ ਕਿਹਾ ਮੈਨੂੰ ਮੇਰੀ ਸੁਸਾਇਟੀ ਨੇ ਕਿਹਾ ਤੂੰ ਆ ਨਹੀਂ ਕਰ ਸਕਦਾ ਤੂੰ ਆ ਕਰ ਸਕਦਾ ਤੂੰ ਇਦਾਂ ਨਹੀਂ ਕਰ ਸਕਦਾ ਤੂੰ ਇੰਨੇ ਜੋਗਾ ਹੈਗਾ ਤੂੰ ਇਹ ਨਹੀਂ ਕਰ ਸਕਦਾ ਤੂੰ ਇੰਨੇ ਜੋਗਾ ਨਹੀਂ ਹੈਗਾ ਮੈਂ ਆਪਣੇ ਮਾਈਂਡ ਨੂੰ बड़ा ही उदा लिया कि मैं इन्ने ही जोगा हां तो अल्टीमेटली मेरी लाइफ और अगेन एवरी एक्शन इज हैविंग अ इक्वल एंड ऑपोजिट रिएक्शन तुसी जदों डिक्लेयर ही करता मैं इन्ने जोगा तो अल्टीमेटली रिवर्ट च ਤੁਹਾਡੇ ਕੋਲ ਉਹੀ ਆਏਗਾ बट you send to the universe ठीक है सो ਇੱਥੇ ਕੀ ਹੈ ਸਮਾਰਟ ਵਰਕ ਕਿਵੇਂ ਕਰਨਾ ਹੈ ਸਮਾਰਟ ਵਰਕ ਐਦਾਂ ਕਰਨਾ ਤੁਸੀਂ ਸਾਰਿਆਂ ਨੇ ਕਿ ਆਪਾਂ ਆਪਣੀਆਂ ਮੰਜ਼ਿਲਾਂ ਤੇ ਜ਼ਰੂਰੀ ਨਹੀਂ ਹੈ ਕਿ ਗ੍ਰੈਜੂਏਸ਼ਨ ਦੇ ਐਂਡ ਤੱਕ ਵੇਟ ਕੀਤੀ ਜਾਵੇ पोस्ट ग्रेजुएशन के एंड तक वेट की जावे भी ठीक है 3 साल बाद हो सकता है +2 तो बाद बहुत सारी अपॉर्चुनिटीज हो सकता है 10th तो बाद बहुत सारी अपॉर्चुनिटीज हो सकता है अपॉर्चुनिटीज इन्हां दिनां दे विच ओपन होण तो आज ਆਪਾਂ ਉਹਨਾਂ अपॉर्चुनिटीज ਦੀ ਗੱਲ ਕਰਾਂਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਰਿਕੁਐਸਟ ਹੈ ਕਿ ਤੁਸੀਂ ਸਾਰਿਆਂ ਨੇ ਜਿੱਥੇ ਸੈਸ਼ਨ ਧਿਆਨ ਨਾਲ ਸੁਣਨਾ ਤੁਸੀਂ ਕੁਝ ਚੀਜ਼ਾਂ ਕਾਪੀ ਪੈਨ ਲੈ ਕੇ ਨੋਟ ਡਾਊਨ ਵੀ ਨਾਲ ਕਰੀ ਜਾਣੀਆਂ ਨੇ ਕੁਝ ਪਾਰਟਿਕੂਲਰ ਨਾਮ ਜਿਹੜੇ ਮੈਂ ਬੋਲਾਂਗਾ ਉਹ ਨੋਟ ਡਾਊਨ ਕਰੀ ਜਾਣੇ ਨੇ ਉਸ ਤੋਂ ਬਾਅਦ ਤੁਸੀਂ ਗੂਗਲ ਤੇ YouTube ਤੇ ਬਕਾਇਦਾ ਫ੍ਰੀ ਬੈਠ ਕੇ ਸਰਚ ਆਊਟ ਕਰ ਸਕਦੇ ਹੋ ਐਂਡ ਅਗਰ ਨਹੀਂ ਸਰਚ ਆਊਟ ਹੁੰਦਾ ਫਿਰ ਵੀ ਤੁਹਾਨੂੰ ਪ੍ਰੋਬਲਮ ਆਂਦੀ ਹੈ ਤਾਂ ਸਾਡਾ ਆਪਣਾ YouTube ਦਾ ਚੈਨਲ ਹੈਗਾ ਅਨਹਦ ਫਾਊਂਡੇਸ਼ਨ ਦੇ ਨਾਮ ਤੋਂ ਅਨਹਦ ਫਾਊਂਡੇਸ਼ਨ ਦੇ ਪੇਜ ਦੇ ਉੱਤੇ ਜੋ ਵੀ ਮੈਂ ਤੁਹਾਨੂੰ ਜੌਬਸ ਅੱਜ ਸਰਕਾਰੀ ਜਿਹੜੇ ਵੈਂਚਰਸ ਨੇ ਉਹਨਾਂ ਬਾਰੇ ਦੱਸਣ ਜਾ ਰਹੇ ਹਾਂ ਇਹਨਾਂ ਦੀਆਂ ਵੀਡੀਓਜ਼ ਅਨਹਦ ਫਾਊਂਡੇਸ਼ਨ ਦੇ ਪੇਜ ਦੇ ਉੱਤੇ ਅਵੇਲੇਬਲ ਨੇ ਤੁਸੀਂ ਲਾਈਵ ਸਬਸਕ੍ਰਾਈਬ ਕਰਕੇ ਵੱਧ ਤੋਂ ਵੱਧ ਨੌਲੇਜ ਲੈ ਸਕਦੇ ਹੋ ਅਸੀਂ ਤੀਸਰੇ ਚੌਥੇ ਦਿਨ ਜਿਹੜੀਆਂ ਕੀ ਹੈ ਜੌਬਸ ਨੇ ਉਹਨਾਂ ਬਾਰੇ ਅਪਡੇਟ ਦਿੰਦੇ ਆ ਸੋ ਦੈਟ ਕਿ ਕਿਸੇ ਵੀ ਬੱਚੇ ਦੀ ਕੋਈ ਓਪਰਚੁਨਿਟੀ ਰਹਿ ਨਾ ਜਾਵੇ ਸੋ ਵਿਲ ਸਟਾਰਟ ਡੂਇੰਗ ਸੈਸ਼ਨ ਨਾਓ कमिंग टू द स्मार्ट वर्क ਆਪਾਂ ਕਿਵੇਂ ਕਰਨਾ ਹੈਗਾ ਸਮਾਰਟ ਵਰਕ ਆਪਾਂ ਸਟਾਰਟ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜੇ ਇਸ ਟਾਈਮ 10th ਕਰ ਰਹੇ ਨੇ ਬੱਚੇ +1 ਕਰ ਰਹੇ ਨੇ ਬੱਚੇ ਜਾਂ 10th ਤੋਂ ਛੋਟੀਆਂ ਕਲਾਸਾਂ ਵਾਲੇ ਬੱਚੇ ਨੇ 10th ਤੋਂ ਛੋਟੀਆਂ ਕਲਾਸਾਂ ਦਾ ਮਤਲਬ ਹੈ ਕਿ ਜੇ ਤੁਸੀਂ 9th ਚੋਂ 8th ਚੋਂ ਤੁਸੀਂ 10th ਚੋਂ ਤੁਸੀਂ +1 ਚੋਂ ਇਹ ਸਾਰੇ ਬੱਚੇ ਕੀ ਹੈ ਕੁਝ ਐਗਜ਼ਾਮਸ ਦੀ ਗੱਲ ਕਰਾਂਗਾ ਉਹਨਾਂ ਵਾਸਤੇ ਐਲੀਜੀਬਲ ਨੇ ਲੇਕਿਨ ਇਹ ਹੈ ਕਿ पेपर सिर्फ 10th ਤੇ +1 ਦੇ ਬੱਚੇ ਭਰ ਸਕਦੇ ਨੇ 10ਵੀਂ ਤੇ 11ਵੀਂ ਦੇ ਵਿੱਚ ਸਟਰੀਮ ਨਾਨ ਮੈਡੀਕਲ ਹੈ ਤੁਹਾਡਾ ਮੈਡੀਕਲ ਹੈ ਸਟਰੀਮ ਤੁਹਾਡਾ ਆਰਟਸ ਹੈ ਤੁਹਾਡਾ ਕਾਮਰਸ ਹੈ तो ਸਟਰੀਮ ਤੁਹਾਡਾ ਕੋਈ ਵੀ ਹੋ ਸਕਦਾ ਹੈ तो ਭਰ ਸਕਦੇ ਹੋ ਤੁਸੀਂ ਇਹ ਪੇਪਰ ਨੂੰ ਪਰ 10ਵੀਂ ਤੇ 11ਵੀਂ ਦੇ ਸਕਦੇ ਨੇ ਲੇਕਿਨ ਤਿਆਰੀ 8ਵੀਂ ਕਲਾਸ ਵਾਲਾ ਵੀ ਕਰ ਸਕਦਾ ਹੈ ਕਿਉਂ ਕਿਉਂਕਿ ਕੁਝ ਫਿਕਸ ਪੈਰਾਮੀਟਰ ਨੇ ਜਿਹੜੇ ਕੀ ਹੈ ਇਹਨਾਂ ਜੌਬਸ ਦੇ ਵਿੱਚ ਅੱਜ ਮੈਂ ਜਿਹੜੀ ਜੌਬਸ ਦੀ ਗੱਲ ਕਰ ਰਿਹਾ ਮੈਂ ਸਿਰਫ ਗਵਰਨਮੈਂਟ ਜੌਬਸ ਦੀ ਗੱਲ ਕਰ ਰਿਹਾ ਕਿ ਤੁਸੀਂ ਚੰਗੇ ਲੈਵਲ ਤੇ ਆਰਮੀ ਚ ਕਿਵੇਂ ਜਾ ਸਕਦੇ ਹੋ ਤੁਸੀਂ ਚੰਗੇ ਲੈਵਲ ਤੇ ਪੁਲਿਸ ਚ ਕਿਵੇਂ ਜਾ ਸਕਦੇ ਹੋ ਤੁਸੀਂ ਚੰਗੇ ਲੈਵਲ ਤੇ ਬੈਂਕਿੰਗ ਰੇਲਵੇ ਤੇ ਬਾਕੀ ਅਦਰਸ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਹੈ ਉਹਨਾਂ ਚ ਕਿਵੇਂ ਜਾ ਸਕਦੇ ਹੋ ਸੋ ਅੱਜ ਕਿਸੇ ਪ੍ਰਾਈਵੇਟ ਜੌਬ ਦੀ ਨਹੀਂ ਗੱਲ ਕਰ ਰਿਹਾ ਮੈਂ ਨਾਰਮਲ ਜੌਬਸ ਦੀ ਨਹੀਂ ਗੱਲ ਕਰ ਰਿਹਾ ਮੈਂ ਉਹਨਾਂ ਜੌਬਸ ਦੀ ਗੱਲ ਕਰ ਰਿਹਾ ਜਿਨ੍ਹਾਂ ਦੀ ਤਨਖਾਹ 1 ਲੱਖ ਰੁਪਇਆ ਮਹੀਨਾ ਤੋਂ ਸਟਾਰਟ ਹੁੰਦੀ ਹੈ ਉਹਨਾਂ ਜੌਬਸ ਦੀ ਜਿਹੜੀਆਂ ਜੌਬਸ ਤੁਹਾਡੇ ਸੁਪਨੇ ਪੂਰੇ ਕਰ ਸਕਦੀਆਂ ਨੇ ਔਰ ਉਹਨਾਂ ਦੇ ਨਾਲ ਮੈਂ ਇੱਕ ਚੀਜ਼ ਹੋਰ ਵੀ ਕਰ ਰਿਹਾ ਤੁਹਾਡੇ ਸਾਰਿਆਂ ਦੇ ਲਈ ਬਿਕੋਜ਼ ਯੂ ਆਰ ਅ ਪਾਰਟ ਆਫ ਮਲਟੀਵਰਸਿਟੀ ਦਾ ਇੱਕ ਬਹੁਤ ਵੱਡਾ ਪੇਨ ਜੁੜਿਆ ਹੁੰਦਾ ਜਿਹੜੇ ਬੱਚੇ ਫਾਈਨੈਂਸ਼ੀਅਲੀ ਅਫੋਰਡ ਨਹੀਂ ਕਰ ਸਕਦੇ ਉਹਨਾਂ ਨੂੰ ਉਹਨਾਂ ਵੈਂਚਰਸ ਬਾਰੇ ਦੱਸਿਆ ਜਾਵੇ ਜਿਹੜੇ ਵੈਂਚਰਸ ਕੀ ਨੇ ਅਲਟੀਮੇਟਲੀ ਮੈਨੂੰ ਕਾਸਟ ਹੋਣ ਜਾਂ ਬਹੁਤ ਘੱਟ ਖਰਚ ਹੋਣ ਤੇ ਸਿੱਧਾ ਮੈਂ ਮੰਜ਼ਿਲ ਤੱਕ ਪਹੁੰਚ ਜਾਵਾਂ ਤਾਂ ਮੈਂ ਉਹ ਵੈਂਚਰਸ ਦੀ ਗੱਲ ਕਰਾਂਗਾ ਅੱਜ ਤੁਹਾਡੇ ਨਾਲ ਸਾਰਿਆਂ ਨਾਲ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ 9th 10th +1 +2 8th 9th 10th 11th ਤੱਕ ਦੇ ਬੱਚਿਆਂ ਦੀ ਸੋ 10th ਤੇ +1 ਬੱਚਿਆਂ ਵਾਸਤੇ ਗੁੱਡ ਨਿਊਜ਼ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੇਪਰਸ ਦੀਆਂ ਡੇਟ ਅਨਾਉਂਸ ਹੋ ਚੁੱਕੀਆਂ ਨੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਪ੍ਰੈਪਰੇਟਰੀ ਇੰਸਟੀਚਿਊਟ ਹੈ ਨਾਮ ਕਾਪੀ ਤੇ ਨੋਟ ਕਰ ਲਓ ਬੱਚਿਓ ਜਿਨ੍ਹਾਂ ਦੇ ਇਹ ਕਲਾਸਾਂ ਹੈਗੀਆਂ ਨੇ 9th 10th +1 ਤੇ 8th तो वो नोट डाउन कर लो सो ਇਹਦੇ ਵਿੱਚ ਕੀ ਹੈ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਇੱਕ ਮੋਹਾਲੀ ਦੇ ਵਿੱਚ ਬਹੁਤ ਬੜੀ ਅਕੈਡਮੀ ਖੋਲੀ ਗਈ ਸੀ ਪੰਜਾਬ ਸਰਕਾਰ ਵੱਲੋਂ 2013 ਦੇ ਵਿੱਚ ਬॉयਜ਼ ਦੇ ਲਈ ਮੁੰਡਿਆਂ ਦੇ ਲਈ ਇਹਦਾ ਪੇਪਰ ਬੱਚਿਓ ਜਨਵਰੀ 2022 ਦੇ ਵਿੱਚ ਜਿਹੜੀਆਂ ਇਹ ਦੋ ਕਲਾਸਾਂ ਨੇ ਇਹ ਦੋ ਕਲਾਸਾਂ ਇਹਦਾ ਪੇਪਰ ਦੇ ਸਕਦੀਆਂ ਨੇ ਜਨਵਰੀ 2022 ਦੇ ਵਿੱਚ ਇਹਦਾ ਪੇਪਰ ਹੋਣ ਜਾ ਰਿਹਾ ਹੈ ਸੋ ਤੁਹਾਡੇ ਵਿੱਚੋਂ ਕਿਸੇ ਨੇ ਵੀ ਇਹਦਾ ਫਾਰਮ ਫਿਲ ਕਰਨਾ ਹੈਗਾ ਉਹਦਾ ਮੈਂ ਪ੍ਰੋਸੈਸ ਬਾਅਦ ਚ ਦੱਸਾਂਗਾ ਲੇਕਿਨ ਇਹਦੇ ਫਾਰਮ ਚੱਲ ਰਹੇ ਨੇ ਫਿਲ ਕੀਤੇ ਜਾ ਰਹੇ ਨੇ ਫਾਰਮਸ ਓਪਨ ਨੇ
ਸੋ ਫਸਟ ਤਾਂ ਇਹੀ ਹੈ। ਹੁਣ ਆਪਾਂ ਗੱਲ ਕਰਦੇ ਹਾਂ 2013 ਦੇ ਵਿੱਚ ਜੇ ਸਰਕਾਰ ਨੇ ਖੋਲਿਆ ਸੀਗਾ ਮੁੰਡਿਆਂ ਦੇ ਲਈ ਤੇ ਕਿਉਂ ਖੋਲਿਆ ਸੀਗਾ, ਕੀ ਖੋਲਿਆ ਸੀਗਾ। तो एक बहुत बड़ा इंस्टीट्यूट सरकारी मोहाली ਦੇ ਵਿੱਚ ਖੋਲਿਆ ਗਿਆ ਸੀਗਾ ਸਿਰਫ ਇੱਕ ਸੋਚ ਦੇ ਨਾਲ ਕਿ ਜਿਹੜੇ ਪੰਜਾਬ ਦੇ ਬੱਚੇ ਨੇ ਉਹ ਆਰਮੀ ਦੇ ਵਿੱਚ ਉਹਨਾਂ ਨੂੰ ਚੰਗੇ ਰੈਂਕਸ ਦੇ ਉੱਤੇ ਲੈਫਟੀਨੈਂਟ ਵਜੋਂ ਕਮਿਸ਼ਨ ਰੈਂਕਸ ਦੇ ਉੱਤੇ ਸਿਲੈਕਟ ਕਰਵਾ ਸਕੀਏ। ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਬੱਚੇ ਸ਼ਾਇਦ ਜਾਣਦੇ ਹੋਣਗੇ ਵੀ ਜੇ ਤੁਸੀਂ ਫੌਜ 'ਚ ਭਰਤੀ ਹੋਣਾ ਤਾਂ ਤੁਹਾਨੂੰ ਰੈਲੀਆਂ 'ਚ ਜਾਣਾ ਪੈਂਦਾ, ਲੱਖ ਲੱਖ ਬੱਚਿਆਂ ਦੇ ਵਿੱਚ ਦੌੜਨਾ ਪੈਂਦਾ। ਨਹੀਂ, ਰੈਲੀਆਂ 'ਚ ਦੌੜ ਕੇ ਜੇ ਤੁਸੀਂ ਲੱਗਦੇ ਹੋ ਤਾਂ ਤੁਹਾਡਾ ਲੈਵਲ ਹੋਏਗਾ ਸਿਪਾਹੀ। ਉਹ ਇੱਕ ਨਾਨ ਕਮਿਸ਼ਨ ਰੈਂਕ ਹੈ, ਬਹੁਤ ਥੱਲੇ ਰੈਂਕ ਦਾ ਇੱਕ ਅਹੁਦਾ ਹੈਗਾ। ਇਸ ਤੋਂ ਉੱਤੇ ਤਾਂ ਜੂਨੀਅਰ ਕਮਿਸ਼ਨ ਆਉਂਦੇ ਨੇ, ਫਿਰ ਮੇਨ ਕਮਿਸ਼ਨ ਆਉਂਦੇ ਨੇ। ਜੂਨੀਅਰ 'ਚ ਸੂਬੇਦਾਰ, ਨਾਇਬ ਸੂਬੇਦਾਰ ਇਹ ਆਉਂਦਾ। ਉਸ ਤੋਂ ਉੱਤੇ ਕਮਿਸ਼ਨ ਰੈਂਕਸ ਆਉਂਦੇ ਨੇ। ਉਹਨਾਂ ਦੇ ਸਟੂਡੈਂਟਸ ਕੀ ਨੇ, ਉਹਨਾਂ ਦੇ ਬੱਚੇ ਕੀ ਹੈ, ਮਤਲਬ ਜਿਵੇਂ ਤੁਸੀਂ ਹੋ ਜੇ ਪੇਪਰ ਦਿੰਦੇ ਤਾਂ ਉਹਦੀ ਜਿਹੜੀ ਜੌਬ ਹੈ ਉਹ ਸਟਾਰਟ ਹੁੰਦੀ ਹੈ ਲੈਫਟੀਨੈਂਟ ਤੋਂ। ਇੱਕ ਲੈਫਟੀਨੈਂਟ ਦੀ ਇੱਕ ਮਹੀਨੇ ਦੀ ਸੈਲਰੀ 1.5 ਲੱਖ ਰੁਪਇਆ ਹੁੰਦੀ ਹੈ। ਹੁਣ ਤੁਸੀਂ ਮਜ਼ੇ ਦੀ ਗੱਲ ਦੇਖੋ ਕਿ 10ਵੀਂ ਕਰ ਰਹੇ ਹੋ ਤੇ ਮੈਂ 1.5 ਲੱਖ ਦਾ ਮਹੀਨੇ ਦਾ ਸੁਪਨਾ ਦਿਖਾ ਰਿਹਾ ਹਾਂ, ਤਾਂ ਸ਼ਾਇਦ ਕਿਸੇ ਵਾਸਤੇ ਬਹੁਤ ਬੜਾ ਹੋਵੇ ਇਹ ਸੁਪਨਾ। ਹੁਣ ਇਹ ਸੁਪਨਾ ਬੜੇ ਆਰਾਮ ਨਾਲ ਕਲੀਅਰ ਕੀਤਾ ਜਾ ਸਕਦਾ ਹੈ ਜੇ ਇਹ ਜਨਵਰੀ 'ਚ ਹੋ ਰਿਹਾ ਪੇਪਰ ਤੁਸੀਂ ਕਲੀਅਰ ਕਰ ਲੈਂਦੇ ਹੋ। ਜੇ ਜਨਵਰੀ 'ਚ ਹੋ ਰਿਹਾ ਪੇਪਰ ਰਿਪੀਟ ਕਰ ਲੈਂਦੇ ਹੋ, ਠੀਕ ਹੈ। ਸੋ ਇਹਦੇ ਵਿੱਚ ਕੀ ਹੈ, ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਫਾਰਮ ਇਹਨਾਂ ਮਹੀਨਿਆਂ ਦੇ ਵਿੱਚ ਭਰੇ ਜਾ ਰਹੇ ਨੇ। ਹੁਣ ਕੌਣ ਅਪਲਾਈ ਕਰ ਸਕਦਾ ਹੈ? 10th ਤੇ +1 ਵਾਲਾ ਬੱਚਾ ਅਪਲਾਈ ਕਰ ਸਕਦਾ ਹੈ। ਔਰ ਬੈਨੀਫਿਟ ਕੀ ਹੈ ਜੇ ਤੁਸੀਂ ਪੇਪਰ ਕਲੀਅਰ ਕਰ ਲੈਂਦੇ ਹੋ? ਪਹਿਲਾਂ ਤਾਂ ਜਿਹੜੇ ਬੱਚੇ ਕੀ ਹੈ ਪੇਪਰ ਕਲੀਅਰ ਕਰਦੇ ਨੇ ਉਹ ਆਰਮੀ 'ਚ ਸਿੱਧਾ ਐਜ਼ ਅ ਲੈਫਟੀਨੈਂਟ ਸਿਲੈਕਟ ਹੁੰਦੇ ਨੇ। ਔਰ ਉਹਨਾਂ ਬੱਚਿਆਂ ਦੀ ਅੱਗੇ ਦੀ 11ਵੀਂ 12ਵੀਂ ਦੀ ਪੜ੍ਹਾਈ, ਰਹਿਣਾ ਖਾਣਾ ਪੀਣਾ, ਫੂਡ ਅਕੋਮੋਡੇਸ਼ਨ, ਤੁਹਾਡਾ ਰਹਿਣਾ ਖਾਣਾ ਪੀਣਾ, ਮਤਲਬ ਤੁਸੀਂ ਲੈਫਟੀਨੈਂਟ ਤਾਂ ਸਿਲੈਕਟ ਹੋਗੇ ਲੇਕਿਨ ਹਜੇ ਤਿਆਰ ਨਹੀਂ ਹੈਗੇ ਨਾ। ਹੁਣ ਮੈਂ ਏਦਾਂ ਹੈ ਵੀ ਤੁਹਾਨੂੰ ਲੈਫਟੀਨੈਂਟ ਜੇ ਮੈਂ ਰੱਖ ਲਿਆ ਤਾਂ ਇਹ ਤਾਂ ਹੈ ਨਹੀਂ ਕਿ ਅੱਜ ਮੈਂ ਬੰਦੂਕ ਫੜਾਉਂਗਾ ਤੇ ਕਹੂੰਗਾ ਚਲੋ ਜੰਗ ਦੇ ਮੈਦਾਨ 'ਚ ਜਾਓ। ਸੋ ਉੱਥੇ ਕੀ ਹੈ, ਮੈਨੂੰ ਟ੍ਰੇਨਿੰਗ ਪਾਰਟਿਕੂਲਰ ਪ੍ਰੋਵਾਈਡ ਕਰਨੀ ਪਏਗੀ ਸਾਰਿਆਂ ਨੂੰ। ਤੋਂ ਉੱਥੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਇੱਕ ਸਰਕਾਰੀ ਸੰਸਥਾਨ ਹੈ ਤੇ ਟ੍ਰੇਨਿੰਗ ਪ੍ਰੋਵਾਈਡ ਕਰਦੇ ਨੇ ਤੁਹਾਨੂੰ। ਤੋਂ 2 ਇਅਰਸ ਤੁਹਾਡੀ ਇੱਥੇ ਟ੍ਰੇਨਿੰਗ ਚੱਲੇਗੀ। तो ਤੁਹਾਡਾ ਰਹਿਣਾ ਖਾਣਾ ਪੀਣਾ ਵੀ ਇੱਥੇ ਹੀ ਹੋਏਗਾ, ਤੁਹਾਡੀ ਪੜ੍ਹਾਈ ਵੀ ਇੱਥੇ ਹੀ ਹੋਏਗੀ। ਸ਼ੂਟਿੰਗ, ਤੁਹਾਨੂੰ ਬੰਦੂਕ ਚਲਾਣੀਆਂ, ਸਵਿਮਿੰਗਸ, ਹਾਰਸ ਰਾਈਡਿੰਗਸ, ਪਲੱਸ ਤੁਹਾਡੀ ਜਿੰਨੀ ਵੀ ਆਰਮੀ ਦੀ ਟ੍ਰੇਨਿੰਗ ਹੈ, ਫਿਜ਼ੀਕਲ ਟ੍ਰੇਨਿੰਗ ਹੈ, ਡਰਿਲਸ ਹੈਗੀਆਂ ਨੇ, ਦੌੜਾਂ ਨੇ, ਖੇਡਾਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਕੀ ਹੈ ਆਰਮੀ ਫਿਜ਼ੀਕਲ ਐਂਡ ਆਰਮੀ ਦੀ ਸਟੱਡੀਜ਼ ਦੇ ਸਾਰੀਆਂ ਦੀਆਂ ਸਾਰੀਆਂ ਕੀ ਹੈ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਕਰਵਾਈਆਂ ਜਾਂਦੀਆਂ ਨੇ। ਔਰ ਜਿਸ ਦਿਨ ਤੁਹਾਡਾ ਕੋਰਸ ਕੰਪਲੀਟ ਹੋਏਗਾ ਤੁਹਾਨੂੰ ਦੇਹਰਾਦੂਨ ਭੇਜਿਆ ਜਾਏਗਾ ਔਰ ਉਸ ਦਿਨ ਤੁਹਾਡੀ ਕੀ ਹੈ ਜੌਬ ਪੱਕੀ ਹੋ ਜਾਏਗੀ ਤੇ ਤੁਹਾਡੇ ਖਾਤੇ 'ਚ ਸੈਲਰੀ ਆਣੀ ਸਟਾਰਟ ਹੋ ਜਾਏਗੀ। ਲੇਕਿਨ ਮਜ਼ੇ ਦੀ ਗੱਲ ਸਭ ਤੋਂ ਬੜੀ ਇਹਦੇ ਸਾਰੇ ਦੇ ਵਿੱਚ ਕੀ ਹੈ ਕਿ ਦਿਸ ਇਜ਼ ਟੋਟਲੀ ਫ੍ਰੀ ਆਫ ਕਾਸਟ। ਤੁਸੀਂ ਕੋਈ ਪੈਸਾ ਨਹੀਂ ਭਰਨਾ ਕਿ ਜਿੰਨਾ ਵੀ ਪੈਸਾ ਰਹਿਣਾ ਖਾਣਾ ਪੀਣਾ ਟ੍ਰੇਨਿੰਗ ਇਹ ਉਹ ਸਭ ਦਾ ਪੈਸਾ ਕੀ ਹੈ ਪੰਜਾਬ ਸਰਕਾਰ ਭਰਦੀ ਹੈ। ਤੁਸੀਂ ਆਪ 1 ਰੁਪਈਆ ਨਹੀਂ ਲਗਾਉਣਾ ਹੁੰਦਾ ਕਿਤੇ ਵੀ। ਹਾਂ, ਕਾਲਜ ਸਕੂਲ ਦੀ ਥੋੜੀ ਜਿਹੀ ਫੀਸ ਹੈਗੀ ਹੈ ਲੇਕਿਨ ਉਹ ਵੀ ਵੇਵ ਆਫ ਹੋ ਜਾਂਦੀ ਹੈ ਜੇ ਤੁਸੀਂ ਲੈਟਰਸ ਲਿਖ ਕੇ ਦਿੰਦੇ ਹੋ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਤੁਸੀਂ ਨੇਟਿਵ ਹੋ ਤੇ ਤੁਸੀਂ ਨਹੀਂ ਪੇ ਕਰ ਸਕਦੇ ਤਾਂ ਉਹ ਵੀ ਵੇਵ ਆਫ ਹੋ ਜਾਂਦੀ ਹੈਗੀ ਹੈ। ਤਾਂ ਮਜ਼ੇ ਦੀ ਗੱਲ ਕਿੰਨੀ ਹੈਗੀ ਹੈ ਕਿ ਤੁਹਾਡਾ ਸੁਪਨਾ ਹੈ ਆਰਮੀ 'ਚ ਚੰਗੇ ਅਹੁਦੇ ਤੇ ਜਾਣਾ, ਲੈਫਟੀਨੈਂਟ ਤੇ ਸਰਕਾਰ ਤੁਹਾਨੂੰ ਇੱਕ ਪੇਪਰ ਕਲੀਅਰ ਕਰਕੇ ਮੌਕਾ ਦੇ ਰਹੀ ਹੈ ਕਿ ਆ ਜਾਓ, ਸਾਰਾ ਕੁਝ ਫ੍ਰੀ ਹੈ ਔਰ ਤੁਸੀਂ ਸਿੱਧਾ ਆਰਮੀ 'ਚ ਐਜ਼ ਅ ਲੈਫਟੀਨੈਂਟ ਸਿਲੈਕਟ ਹੋਵੋਗੇ। तो +1 वाले बच्चे स्ट्रीम कोई भी होवे, 10th वाले बच्चे सारे बच्चे की है इस एग्जाम ਦੇ ਵਿੱਚ ਅਪਲਾਈ ਕਰ ਸਕਦੇ ਨੇ। ਫਸਟ ਵੈਂਚਰ ਇਹ ਤਾਂ ਮੁੰਡਿਆਂ ਵਾਸਤੇ ਸੀਗਾ। ਹੁਣ ਗਰਲਸ ਵਾਸਤੇ ਕੀ ਹੈ, ਬॉयਜ਼ ਵਾਸਤੇ ਮਹਾਰਾਜਾ ਰਣਜੀਤ ਸਿੰਘ ਤੋਂ ਇਲਾਵਾ ਕੀ ਵੈਂਚਰਸ ਨੇ ਉਹਨਾਂ ਦੀ ਆਪਾਂ ਗੱਲ ਕਰਾਂਗੇ। तो ਸੈਕਿੰਡ ਪੇਪਰ ਹੈ, ਮੈਂ ਗੱਲ ਕਰ ਰਿਹਾ +2 ਦੇ ਬॉयਜ਼ 12ਵੀਂ ਕਰ ਰਹੇ ਬॉयਜ਼ 12ਵੀਂ ਕਰ ਰਹੀਆਂ ਗਰਲਸ, 12ਵੀਂ ਕਰ ਰਹੇ ਬॉयਜ਼ 12ਵੀਂ ਕਰ ਰਹੀਆਂ ਗਰਲਸ ਅਪਲਾਈ ਕਰ ਸਕਦੀਆਂ ਨੇ। ਉਹ ਹੈਗਾ NDA ਦਾ ਐਗਜ਼ਾਮ, ਨੈਸ਼ਨਲ ਡਿਫੈਂਸ ਅਕੈਡਮੀ। ਇਹ ਲਿਖੀ ਚੱਲੋ ਸਾਰੇ ਕੀਵਰਡਸ ਬੱਚਿਓ, ਤੁਹਾਨੂੰ ਅੱਗੇ ਬਹੁਤ ਕੰਮ ਆਉਣਗੇ। ਨੈਸ਼ਨਲ ਡਿਫੈਂਸ ਅਕੈਡਮੀ। ਸੋ ਨੈਸ਼ਨਲ ਡਿਫੈਂਸ ਅਕੈਡਮੀ ਸੈਂਟਰ ਗਵਰਨਮੈਂਟ ਦੀ ਇੱਕ ਬਹੁਤ ਬੜੀ ਅਕੈਡਮੀ ਹੈ। ਦੇਹਰਾਦੂਨ ਦੇ ਵਿੱਚ ਲੋਕਲ ਨਹੀਂ ਹੈ, ਦੇਹਰਾਦੂਨ ਦੇ ਵਿੱਚ ਹੈ ਵੈਸੇ, ਪਰ ਇੰਡੀਆ ਦੇ ਵਿੱਚ ਬਹੁਤ ਜਗ੍ਹਾ ਹੈਗੀ ਹੈ ਲੇਕਿਨ ਇਹਨੂੰ ਸਾਰਾ ਫੰਡ ਕੀ ਹੈ ਸੈਂਟਰ ਗਵਰਨਮੈਂਟ ਕਰਦੀ ਹੈ। ਸੋ ਇਹ ਹਰ ਸਾਲ 2 ਵਾਰ ਸਾਲ ਦੇ ਵਿੱਚ
2 ਵਾਰ ਪੇਪਰ ਲੈਂਦੀ ਹੈ। ਸੋ ਜਿਹੜੇ ਬੱਚੇ ਕੀ ਆ ਆਰਮੀ ਦੇ ਵਿੱਚ ਅੱਛੇ ਰੈਂਕਸ ਤੇ ਜਾਣਾ ਚਾਹੁੰਦੇ ਨੇ, ਸੋ ਰੈਂਕ ਮੈਂ ਅਗੇਨ ਦੱਸ ਰਿਹਾ, ਮੈਂ ਸਿਪਾਹੀ ਦੀਆਂ ਭਰਤੀਆਂ ਦੀ ਗੱਲ ਕਰਦਾ, ਮੈਂ ਰੈਂਕਸ ਦੀ ਗੱਲ ਕਰਦਾ ਹਾਇਰ, ਜਿਹੜੇ ਕੀ ਆ ਆਫੀਸਰ ਰੈਂਕ ਨੇ, ਜਿਹਨੇ ਕੀ ਆ ਕੁਰਸੀ ਤੇ ਬੈਠ ਕੇ ਆਰਡਰ ਮਾਰਨਾ ਹੁੰਦਾ। ਸੋ ਦ ਰੈਂਕ ਇਜ਼ ਲੈਫਟੀਨੈਂਟ। तो ਜਿਹੜੇ ਬੱਚੇ ਕੀ ਆ ਆਰਮੀ ਚ ਲੈਫਟੀਨੈਂਟ ਬਣਨਾ ਚਾਹੁੰਦੇ ਨੇ ਔਰ +2 ਦੇ ਵਿੱਚ ਨੇ, ਠੀਕ ਹੈ, ਵੈਸੇ ਇਹ +2 ਕਹਿਣ ਨੂੰ ਹੈ, ਅਦਰਵਾਈਜ਼ ਜਿਹੜੇ ਬੱਚੇ ਐਨਡੀਏ ਲਈ ਤਿਆਰੀ ਕਰਦੇ ਨੇ ਉਹ ਤਾਂ 6th ਕਲਾਸ ਤੋਂ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਇਹਨਾਂ ਸਾਰਿਆਂ ਦੇ ਵਿੱਚ ਰਿਟਨ ਟੈਸਟ ਹੁੰਦਾ ਹੈ, ਇੰਗਲਿਸ਼ ਬੋਲਣੀ ਹੁੰਦੀ ਹੈ, ਥੋੜਾ ਜਿਹਾ ਉੱਥੇ ਇੰਟਰਵਿਊ ਇੰਗਲਿਸ਼ ਚ ਹੁੰਦਾ ਹੈ, ਐਂਡ ਫਿਜ਼ੀਕਲ ਹੁੰਦਾ ਹੈ, ਫਿਜ਼ੀਕਲ ਟ੍ਰੇਨਿੰਗ, ਆਪਣੇ ਆਪ ਨੂੰ ਫਿਟ ਕਰਨਾ, ਆਪਣੀ ਹਾਈਟ ਇਨਕਰੀਜ਼ ਕਰਨੀ, ਆਪਣੇ weight ਨੂੰ ਮੇਨਟੇਨ ਰੱਖਣਾ। तो वो कोई एक दिन का टास्क नहीं है, बच्चे ਜਿਹੜੇ ਕਲੀਅਰ ਕਰਦੇ ਨੇ ਉਹ ਤਾਂ 6th ਕਲਾਸ ਤੋਂ ਸ਼ੁਰੂ ਕਰ ਦਿੰਦੇ ਨੇ ਇਹਦੀ ਤਿਆਰੀ। तो मैं दस्या ना ਤੁਹਾਨੂੰ ਕਿ ਜੋ ਫਸਟ ਚ ਗੱਲ ਕੀਤੀ ਸੀ ਕਿ ਵਿਜ਼ਨ ਕਲੀਅਰ ਕਰੋ, ਜੇ ਵਿਜ਼ਨ ਕਲੀਅਰ ਹੈ ਤਾਂ ਫਿਰ ਬਹੁਤ ਕੁਝ ਹੋ ਸਕਦਾ ਹੈ। ਹੁਣ ਜੇ ਮੇਰਾ ਵਿਜ਼ਨ ਹੀ ਨਹੀਂ ਕਲੀਅਰ ਤੇ ਬਹੁਤ ਸਾਰੇ ਬੱਚੇ ਮੈਂ ਦੇਖੇ ਨੇ ਜਿਨ੍ਹਾਂ ਨੂੰ ਗ੍ਰੈਜੂਏਸ਼ਨ ਐਂਡ ਤੱਕ ਨਹੀਂ ਪਤਾ ਹੁੰਦਾ ਕਿ ਜ਼ਿੰਦਗੀ ਚ ਕਰਨਾ ਕੀ ਹੈ। ਸੋ ਵਿਜ਼ਨ ਕਲੈਰਿਟੀ, ਜੇ ਵਿਜ਼ਨ ਕਲੈਰਿਟੀ ਹੈ ਤਾਂ ਯੂ ਆਰ ਔਨ ਦ ਰਾਈਟ ਪੈਚ। 7th ਤੋਂ 8th ਤੋਂ 9th ਤੋਂ 10th ਤੋਂ ਤੁਸੀਂ ਸਟਾਰਟ ਕਰੋ ਆਪਣੀ ਤਿਆਰੀ ਕਿ ਜਿਸ ਦਿਨ ਤੁਹਾਡਾ ਪੇਪਰ ਆਵੇ ਉਸ ਦਿਨ ਤੁਹਾਡੇ ਕੋਲ ਰਿਸਕ ਨਾ ਹੋਵੇ ਕਿ ਮੈਂ ਕਲੀਅਰ ਕਰ ਪਾਉਂਗਾ ਕਿ ਨਹੀਂ ਕਰ ਪਾਉਂਗਾ, ਠੀਕ ਹੈ। ਸੋ ਆਪਾਂ ਗੱਲ ਕਰਦੇ ਹਾਂ ਐਨਡੀਏ ਦੀ। ਸੋ 12ਵੀਂ ਕਰ ਰਹੇ ਮੁੰਡੇ ਜਾਂ ਕੁੜੀਆਂ, ਇਹ ਸਾਲ ਚ 2 ਵਾਰ ਪੇਪਰ ਹੁੰਦਾ ਹੈ, ਇੱਕ ਵਾਰ ਅਪ੍ਰੈਲ ਚ ਹੁੰਦਾ ਹੈ, ਇੱਕ ਵਾਰ ਸਤੰਬਰ ਚ ਹੁੰਦਾ ਹੈ। 12ਵੀਂ ਕਰ ਰਹੇ ਲੜਕੇ ਜਾਂ ਲੜਕੀਆਂ ਇਸ ਪੇਪਰ ਨੂੰ ਭਰ ਸਕਦੀਆਂ ਨੇ, ਸਕਦੇ ਨੇ। ਸੋ ਇਹਦੇ ਵਿੱਚ ਕੀ ਹੈ ਕਿ ਤੁਹਾਡਾ +1 +2 ਦਾ ਸਿਲੇਬਸ ਆਂਦਾ ਹੈ ਸਾਰਾ, ਔਰ ਰਿਟਨ ਟੈਸਟ ਕੀ ਹੈ, ਜੇ ਤੁਸੀਂ ਕੀ ਹੈ ਇਹ ਪੇਪਰ ਕਲੀਅਰ ਕਰ ਲੈਂਦੇ ਹੋ तो ਪਹਿਲਾਂ ਤੁਸੀਂ ਆਰਮੀ ਚ ਸਿੱਧਾ ਐਜ਼ ਅ ਲੈਫਟੀਨੈਂਟ ਸਿਲੈਕਟ ਹੋਵੋਗੇ, ਔਰ ਤੁਹਾਡੀ ਅੱਗੇ ਦੀ ਪੜ੍ਹਾਈ, ਰਹਿਣਾ, ਖਾਣਾ ਪੀਣਾ, ਟ੍ਰੇਨਿੰਗ, ਗ੍ਰੈਜੂਏਸ਼ਨ, ਤੁਹਾਡੀ ਜਿੰਨੀ ਵੀ ਫਿਜ਼ੀਕਲ ਟ੍ਰੇਨਿੰਗ ਹੈ सब कुछ फ्री होएगा, सारा आर्मी ਚੱਕਦੀ ਹੈ ਪੈਸਾ, और इट इज टोटली फ्री ऑफ कॉस्ट। एंड ਤੁਹਾਡੀ ਜਿਸ ਦਿਨ ਟ੍ਰੇਨਿੰਗ ਕੰਪਲੀਟ ਹੋਏਗੀ ਉੱਥੇ ਤੁਹਾਨੂੰ ਟੈਨਸ਼ਨ ਨਹੀਂ ਹੈ ਕਿ ਟ੍ਰੇਨਿੰਗ ਕੁਝ ਹੋਰ ਹੈ ਤੇ ਮੈਂ मतलब ट्रेनिंग तो बाद भी सिलेक्ट होवांगा कि नहीं होवांगा, तो नहीं, जिस दिन ਤੁਹਾਡੀ ਟ੍ਰੇਨਿੰਗ ਕੰਪਲੀਟ ਹੋਏਗੀ ਯੂ ਵਿਲ ਬੀ ਸਿਲੈਕਟਡ ਐਜ਼ ਅ ਲੈਫਟੀਨੈਂਟ ਇਨ ਆਰਮੀ। ਉਸ ਦਿਨ ਤੁਹਾਡੇ ਇੱਥੇ ਫੀਤੀਆਂ ਲੱਗ ਜਾਣਗੀਆਂ, ਇੱਥੇ ਫੀਤੀਆਂ ਲੱਗ ਜਾਣਗੀਆਂ, ਤੁਹਾਨੂੰ ਦੋਨੇ ਸਾਈਡਸ ਤੇ ਸਟਾਰਸ ਮਿਲ ਜਾਣਗੇ ਐਂਡ ਤੁਹਾਨੂੰ ਯੂਨੀਫਾਰਮ ਮਿਲਣ ਦੇ ਨਾਲ ਉਹ ਸਵਾਰਡ ਮਿਲ ਜੇਗੀ ਜਿਹੜੀ ਕੀ ਹੈ ਇੱਕ ਆਰਮੀ ਪਰਸਨ ਨੂੰ ਜਦੋਂ ਵੀ ਜੌਬ ਤੇ ਰੱਖਿਆ ਜਾਂਦਾ ਹੈ ਤਾਂ ਦਿੱਤੀ ਜਾਂਦੀ ਹੈ। ਸੋ ਉਹ ਕੀ ਹੈ ਸਾਲ ਦੇ 2 ਵਾਰ ਇਹ ਪੇਪਰ ਹੁੰਦਾ, ਤਾਂ ਤੁਸੀਂ पहली बार नहीं होंगे क्लियर तो कोई टेंशन नहीं है, सेकंड टाइम सितंबर वाला पेपर दे सकते हो। तो ये फॉर्म्स निकलने वाले ने अगले महीने दे विच फॉर्म्स निकलने वाले ने, जेडे बच्चे +2 च ने आर्मी च इंटरेस्टेड ने वो बच्चे दोनों फॉर्म्स भर सकते हैं, चाहे बॉयज ने चाहे गर्ल्स ने। ਇਹਦਾ क्राइटेरिया की है, सिलेबस की है, ਉਹ ਲਾਸਟ ਦੇ ਵਿੱਚ ਮੈਂ ਤੁਹਾਨੂੰ ਇੱਕ ਲਿੰਕ ਦੇ ਦਾਂਗਾ ਜਾਂ ਮੈਂ ਨੰਬਰ ਸ਼ੇਅਰ ਕਰ ਦਾਂਗਾ, ਤਾਂ ਤੁਸੀਂ ਪਰਸਨਲ ਮੈਸੇਜ ਕਰਕੇ ਮੈਨੂੰ ਪੁੱਛ ਸਕਦੇ ਹੋ, तो मैं ਤੁਹਾਨੂੰ ਡਿਟੇਲਸ ਭੇਜਦਾ ਰਹਾਂਗਾ WhatsApp ਦੇ ਉੱਤੇ। ਸੋ ਗੱਲ ਕਰਦੇ ਹਾਂ ਆਪਾਂ ਐਨਡੀਏ ਦੇ ਵਿੱਚ ਵੀ ਸੇਮ, ਜੇ ਬੱਚੇ ਨੇ ਲੈਫਟੀਨੈਂਟ ਸਿਲੈਕਟ ਹੋਣਾ ਹੈ ਤਾਂ ਉਹ ਕੀ ਹੈ +2 ਕਰ ਰਹੇ ਵਾਸਤੇ ਐਨਡੀਏ ਹੈ, +10th ਤੇ +1 ਕਰ ਰਹੇ ਵਾਸਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ। ਇੱਕ ਹੋਰ ਬਹੁਤ ਵਧੀਆ ਓਪਰਚੁਨਿਟੀ ਹੈ, ਜਿਵੇਂ ਮਹਾਰਾਜਾ ਰਣਜੀਤ ਸਿੰਘ ਅਕੈਡਮੀ, ਇਹ ਪੰਜਾਬ ਸਰਕਾਰ ਦੀ ਅਕੈਡਮੀ ਹੈ, ਇਹ ਸੈਂਟਰ ਦੀ ਹੈ, ਕੇਂਦਰ ਸਰਕਾਰ ਦੀ ਹੈ, ਸੈਂਟਰ ਦੀ, ਇਹ ਪੰਜਾਬ ਸਰਕਾਰ ਦੀ ਅਕੈਡਮੀ। ਸੋ ਪੰਜਾਬ ਸਰਕਾਰ ਨੇ ਜਿੱਥੇ ਮੁੰਡਿਆਂ ਦੇ ਲਈ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਖੋਲੀ ਸੀ, ਇੱਥੇ ਕੁੜੀਆਂ ਦੇ ਲਈ ਮਾਈ ਭਾਗੋ, ਇਹ ਤੀਜਾ ਕੀਵਰਡ ਹੈ, ਤੁਸੀਂ ਨੋਟ ਡਾਊਨ ਕਰ ਲਓ। ਕੁੜੀਆਂ ਸਪੈਸ਼ਲੀ +2 ਕਰ ਰਹੀਆਂ ਕੁੜੀਆਂ ਵਾਸਤੇ ਇਹ ਮੌਕਾ ਹੈ, +2 ਕਰ ਰਹੀਆਂ ਕੁੜੀਆਂ ਵਾਸਤੇ ਇਹ ਮੌਕਾ ਹੈ। ਬॉयਜ਼ ਇਹਦੇ ਚ ਅਪਲਾਈ ਨਹੀਂ ਕਰ ਸਕਦੇ, ਮਹਾਰਾਜਾ ਰਣਜੀਤ ਸਿੰਘ ਚ ਗਰਲਸ ਅਪਲਾਈ ਨਹੀਂ ਕਰ ਸਕਦੇ। ਸੋ ਮਾਈ ਭਾਗੋ AFPI ਵੀ ਮੋਹਾਲੀ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਖੋਲੀ ਗਈ ਸੀ, ਉਦੋਂ ਹੀ ਮਾਈ ਭਾਗੋ ਅਕੈਡਮੀ ਖੋਲੀ ਗਈ ਸੀ ਮੋਹਾਲੀ ਦੇ ਵਿੱਚ। ਉਹ ਵੀ ਇਹੀ ਸੋਚ ਦੇ ਨਾਲ ਕਿ ਪੰਜਾਬ ਦੀਆਂ ਕੁੜੀਆਂ ਨੂੰ ਆਰਮੀ ਦੇ ਵਿੱਚ ਅੱਛੇ ਰੈਂਕਸ ਤੇ ਸਿਲੈਕਟ ਕੀਤਾ ਜਾਏ। ਸੋ ਪੰਜਾਬ ਦੀਆਂ ਕੁੜੀਆਂ ਨੂੰ ਆਰਮੀ ਦੇ ਵਿੱਚ ਐਜ਼ ਅ ਲੈਫਟੀਨੈਂਟ ਸਿਲੈਕਟ ਕੀਤਾ ਜਾਏ। ਸੋ ਉਹਦੇ ਵਿੱਚ ਕੀ ਹੈ, ਪੰਜਾਬ ਸਰਕਾਰ ਵੱਲੋਂ ਹਰ ਸਾਲ ਇਹਦਾ ਵੀ ਪੇਪਰ ਲਿਆ ਜਾਂਦਾ ਹੈ। तो ਜਿਹੜੀਆਂ ਕੁੜੀਆਂ ਇਹਦਾ ਪੇਪਰ ਕਲੀਅਰ ਕਰ ਰਹੀਆਂ ਨੇ, ਸੇਮ ਜੋ ਪ੍ਰੋਸੈਸ ਮੈਂ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਦੱਸਿਆ, ਉਹ ਲੜਕੀਆਂ ਸਿੱਧਾ ਆਰਮੀ ਦੇ ਵਿੱਚ ਪਹਿਲਾਂ ਤਾਂ ਐਜ਼ ਅ ਲੈਫਟੀਨੈਂਟ ਸਿਲੈਕਟ ਹੁੰਦੀਆਂ ਨੇ, ਫਿਰ ਉਹਨਾਂ ਦੀ ਅੱਗੇ 3 ਸਾਲ ਗ੍ਰੈਜੂਏਸ਼ਨ ਕਰਵਾਈ ਜਾਂਦੀ ਹੈ, 12ਵੀਂ ਤੋਂ ਬਾਅਦ ਹੈ ਨਾ, तो 3 ਸਾਲ ਗ੍ਰੈਜੂਏਸ਼ਨ ਕਰਵਾਈ ਜਾਂਦੀ ਹੈ, 3 ਸਾਲ ਆਰਮੀ ਦੀ ਟ੍ਰੇਨਿੰਗ ਚੱਲਦੀ ਹੈ, 3 ਸਾਲ ਰਹਿਣਾ ਖਾਣਾ ਪੀਣਾ ਪਲੱਸ ਜਿੰਨੀ ਵੀ ਫਿਜ਼ੀਕਲ ਦੀ, ਪਲੱਸ ਰਹਿਣਾ ਖਾਣਾ ਪੀਣਾ, ਪਲੱਸ ਜਿੰਨਾ ਵੀ
ਤੁਹਾਡਾ ਕਾਲਜ ਆਣੇ ਜਾਣੇ ਦਾ ਸਾਰਾ ਖਰਚਾ ਫ੍ਰੀ ਹੁੰਦਾ ਹੈ। ਸਾਰਾ ਪੈਸਾ ਤੁਹਾਡਾ ਪੰਜਾਬ ਸਰਕਾਰ ਭਰੇਗੀ ਜੇ ਤੁਸੀਂ ਮਾਈ ਭਾਗੋ AFPI ਦਾ ਪੇਪਰ ਕਲੀਅਰ ਕਰ ਲੈਂਦੇ ਹੋ। ਅਗੇਨ ਸਾਡੇ ਅਨਹਦ ਫਾਊਂਡੇਸ਼ਨ ਦੇ ਪੇਜ ਦੇ ਉੱਤੇ, तो मैं इत्थे स्पेलिंग फेर लिख देना, अनहद फाउंडेशन मोहाली सर्च करोगे, उस पेज ਦੇ ਉੱਤੇ ਨਾ ਸਾਰਿਆਂ ਦੇ ਕ੍ਰਾਈਟੇਰੀਆਜ਼ ਦੀ डिटेल्स पईयां होईयां ने, तो तुसी डिटेल च सुन सकदे हो। महाराजा रणजीत सिंह अकैडमी है, तुसी डिटेल च सुन सकदे हो भी माई भागो अकैडमी है की है। तुसी डिटेल च सुन सकदे हो भी एनडीए दा पेपर कदों हुंदा है, कदों पेपर निकलदे ने। तो सारियां वीडियोस मेरियां अनहद फाउंडेशन दे पेज ते अवेलेबल है, तो तुसी कदों मर्जी एक्सेस करके कर सकदे हो। ठीक है, इस तो इलावा वैसे तुहाडी रेफरेंस दे लई मैं नंबर्स लिख देना। ठीक है, सो कोई भी बच्चा कुछ पूछना चाहता है, इन्हां दोने नंबर्स पे WhatsApp चल रहा है, तुसी मैसेज करके क्वेरी कर सकते हो, मैनूं तुसी मैसेज करके पूछ सकते हो इन्हां नंबर्स दे उत्ते। ठीक है, सो ये तां सीगी जिहड़े बच्चे की है आर्मी च जाण दे वेले, जिहड़े बच्चे की है आर्मी च अपना भविख बनाना चाहते हैं। मैं नाल गल कर रहा कुछ होर भी जिहड़े इंजीनियरिंग च जाना चाहते हैं, जिहड़े होर चीज़ां च जाना चाहते हैं। अच्छा, तुसी सारे बच्चे है जिहड़े 9th दे 10th दे +1 दे +2 दे, बहुत सारे बच्चे स्कॉलरशिप दे प्रोग्राम इस टाइम चल रहे ने। सेंट्रल गवर्नमेंट की है पेपर लैंदी है, जिहड़े बच्चे पेपर कंप्लीट करते हैं वो बच्चों को 5000 रुपया महीना स्कॉलरशिप मिलती है। मैं सिर्फ पेपर के नाम लिख रहा, एक है NTSC नेशनल टैलेंट सर्च एग्जामिनेशन, KVPY किशोर विज्ञान प्रोत्साहन योजना, ओलंपियाड। ये कुछ पेपर्स ने जेडे की है स्कॉलरशिप दे लई हुंदे ने। ठीक है, लेकिन अगर तुहाडा पेपर क्लियर हो जाता है तो तुहानू चंगे इंस्टीट्यूट या चंगा किसी जगह ते जिथे की है थोड़ा भावें पे भी है, तो तुसी आराम नाल अपनी पेमेंट नू आप ही अफोर्ड कर सकते हो। तुसी अपनी सैलरीज आप ही कट सकते हो, अपनी फीसिस आप ही कट सकते हो। सो ये तीन पेपर स्कॉलरशिप 9th 10th +1 +2 ये सारे बच्चे की है इहदा पेपर दे सकते हैं। ठीक है, इस तो इलावा आप गल करते हैं पुलिस दी। ठीक है, सो बहुत सारे बच्चों का ये तीन कीवर्ड्स लिख लो, महाराजा रणजीत सिंह, एनडीए एंड माई भागो। ਇਹਦੇ ਵਿੱਚ ਤੁਸੀਂ ਵੀਡੀਓਜ਼ ਸੁਣਦੇ ਰਹੋ। ਹੁਣ ਨੈਕਸਟ ਗੱਲ ਕਰਦੇ ਹਾਂ +2 ਤੋਂ ਬਾਅਦ ਬਹੁਤ ਸਾਰੇ ਬੱਚੇ ਕੀ ਆ ਆਪਣੀਆਂ पढ़ाई छड़ देंदे ने। मैं बहुत सारे पिंडां दे विच जाना, सैमीनार करदा और देखदे हां कि बच्चे दे लड़की दे 95% नंबर सीगे, लेकिन लैक ऑफ नॉलेज करके घरदियां नूं कोई राह नहीं मिलिया और घरे कोई नियर बाय स्कूल भी नहीं सीगा, कॉलेज भी नहीं सीगा बच्चों ने, तो लड़कियां 95% नंबर लैके घरे बैठियां होईयां ने। सो अल्टीमेटली की होया कि लाइफ स्पॉइल हो गई, है ना। सो +2 कर चुके बच्चे जिन्हां दी 18 कंप्लीट है, बहुत सारियां बच्चे गवर्नमेंट जॉब्स डायरेक्ट निकलदियां ने। तुसी ओ गवर्नमेंट जॉब्स नूं जिवें हुण पंजाब पुलिस दियां कोई संस्था जिवें की है हुण पंजाब पुलिस दियां बहुत सारियां वैकेंसीज निकलियां होईयां ने, तुसी ओनू डायरेक्ट +2 तो बाद अप्लाई करके ते तुसी ओदा पेपर क्लियर करके ते लग सकदे हो। सब इंस्पेक्टर दी, कांस्टेबल दी, बाकी चीज़ां दी बहुत सारियां वैकेंसीज ऑलरेडी तो तुसी ਇਹਨੂੰ ਕੀ ਹੈ +2 ਤੋਂ ਬਾਅਦ। ਵੈਸੇ ਮੈਂ ਪੁਲਿਸ ਦੀ ਗੱਲ ਕਰ ਰਿਹਾ, तो ਉੱਥੇ ਕੀ ਹੈ ਤੁਸੀਂ ਇਸ ਪੇਪਰ ਨੂੰ +2 ਤੋਂ ਬਾਅਦ ਛੋਟੇ ਬਹੁਤ ਸਾਰੇ ਪੇਪਰ ਸਟੇਟ ਗਵਰਨਮੈਂਟ ਕੱਢਦੀ ਹੈ, ਸੋ ਉਹਨੂੰ ਕਲੀਅਰ ਕਰਕੇ ਤੁਸੀਂ ਲੱਗ ਸਕਦੇ ਹੋ। ਠੀਕ ਹੈ, ਸੋ ਇਸ ਤੋਂ ਇਲਾਵਾ ਕੀ ਹੈ, ਮੈਂ ਇੱਥੇ ਚਾਰਟ ਸ਼ਾਇਦ ਲਾਸਟ ਟਾਈਮ ਤੁਸੀਂ ਕੋਈ ਵੀ ਬੱਚਾ ਅਗਰ ਕਨੈਕਟ ਸੀਗਾ तो मैं चार्ट ਇੱਥੇ ਆਲਰੇਡੀ ਲਗਾਇਆ ਹੋਇਆ ਹੈ, तो मैं ਚਾਰਟ ਦੇ ਥਰੂ ਹੀ ਤੁਹਾਨੂੰ ਦੱਸ ਦਿੰਦਾ ਕਿ ਕੀ ਬੈਸਟ ਆਪਸ਼ਨਸ ਨੇ। ਮੈਂ ਚਾਰਟ ਦੇ ਅਕੋਰਡਿੰਗਲੀ ਹੀ दस देना कि इन बिटवीन एक छोटी जी अनाउंसमेंट तुहाडे सारियां लई मैं कर देना कि अनहद फाउंडेशन वालों एक इनिशिएटिव कीता जा रहा है, फ्री इंग्लिश स्पीकिंग कोर्स करवाया जा रहा है। डेली वीक दे विच 3 दिन ओदियां क्लासेस चलदियां ने, ट्यूसडे, वेडनेसडे एंड थर्सडे। बुधवार, वीरवार ते शुक्रवार, ट्यूसडे, मंगलवार, बुधवार ते वीरवार। स्पेलिंग पंजाबी मिस्टेक हो गई। सो 3 दिन ओदियां क्लासेस चलदियां ने बच्चों। जेडे बच्चे की है अपनी इंग्लिश वधिया करना चाहते ने, इंप्रूव करना चाहते ने, कुछ वधिया अपने इंग्लिश नु कंपीटिटिव लेवल ते, तो मैं खुद क्लासेस लेना। वो क्लासेस की है इस पेज दे उत्ते, अनहद फाउंडेशन पेज दे उत्ते ओदियां रिकॉर्डिंग्स भी पैंदियां ने,
ਟਿਊਜ਼ਡੇ ਵੈਡਨਸਡੇ ਥਰਸਡੇ 3 ਦਿਨ ਇਹਨਾਂ ਦੀਆਂ ਰਿਕਾਰਡਿੰਗਸ ਲਾਈਵ ਚੱਲਦੀਆਂ ਨੇ ਕਲਾਸਿਸ YouTube ਦੇ ਪੇਜ ਦੇ ਉੱਤੇ। ਇਸੇ ਨਾਮ ਦੇ ਉੱਤੇ ਕੀ ਹੈ ਸਾਡਾ ਐਪ ਹੈ ਅਨਹਦ ਫਾਊਂਡੇਸ਼ਨ ਦੀ ਪਲੇ ਸਟੋਰ ਤੇ ਤੁਸੀਂ ਡਾਊਨਲੋਡ ਕਰਕੇ ਉਹਦੇ ਤੇ ਵੀ ਕਲਾਸ ਲਾ ਸਕਦੇ ਹੋ। ਇਟ ਇਜ਼ ਟੋਟਲੀ ਫ੍ਰੀ ਆਫ ਕਾਸਟ ਤੇ ਅਜੇ ਸਿਰਫ 1 ਹੀ ਹਫਤਾ ਹੋਇਆ ਹੈ ਕਲਾਸਿਸ ਲੱਗੀਆਂ ਨੇ ਤਾਂ ਤੁਸੀਂ ਜੁਆਇਨ ਕਰ ਸਕਦੇ ਹੋ। ਤਾਂ ਜਿਹਨੇ ਫ੍ਰੀ ਇੰਗਲਿਸ਼ ਸਪੀਕਿੰਗ ਕੋਰਸ ਜੁਆਇਨ ਕਰਨਾ ਉਹ ਵੀ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ। ਬਾਕੀ ਦਾ ਜਿਹੜਾ ਪ੍ਰੋਸੀਜਰ ਹੈਗਾ ਹਾਂ ਇਹਦੇ ਵਿੱਚ ਕੀ ਹੈ ਸਿਰਫ 100 ਰੁਪੀਸ ਰਜਿਸਟ੍ਰੇਸ਼ਨ ਫੀਸ ਹੈ ਉਹ ਇਸ ਕਰਕੇ ਲਈ ਜਾਂਦੀ ਹੈ ਬਿਕੋਜ਼ ਇਹਦੇ ਵਿੱਚ ਕੀ ਹੈ ਤੁਹਾਨੂੰ ਸਰਟੀਫਿਕੇਟਸ ਪ੍ਰੋਵਾਈਡ ਹੋਣਗੇ ਦੈਟਸ ਇਟ। ਹੋਰ ਕੋਈ ਚਾਰजेस ਨਹੀਂ ਹੈ ਹੋਰ ਕੋਈ ਫੀਸ ਨਹੀਂ। ਠੀਕ ਹੈ ਬੱਚਿਓ। ਬਾਕੀ ਫਿਰ ਆਪਾਂ ਕੀ ਹੈ ਤੁਸੀਂ ਮੈਨੂੰ ਪਰਸਨਲ ਪੁੱਛ ਸਕਦੇ ਹੋ। ਤਾਂ ਚੈਟ ਦੇ ਵਿੱਚ ਫਟਾਫਟ ਮੈਡੀਕਲ ਦੇ ਨਾਨ ਮੈਡੀਕਲ ਦੇ ਆਰਟਸ ਦੇ ਬੱਚੇ ਕਿਹੜੇ ਪੇਪਰਸ ਨੂੰ ਅਪਲਾਈ ਕਰ ਸਕਦੇ ਨੇ ਉਹ ਮੈਂ ਲਿਖੇ ਹੋਏ ਨੇ। ਸੋ ਮੈਡੀਕਲ ਵਾਲੇ ਬੱਚੇ ਕੀ ਹੈ नीट सब तो बड़ा पेपर होता है। देखो कंपीटिटिव एग्जाम +2 कर रहे हो 10th कर रहे हो बहुत सारे होंगे ने लेकिन कली ਤੁਹਾਡੀ +2 मैं ਤੁਹਾਨੂੰ ਪਹਿਲਾਂ ਵੀ ਦੱਸਿਆ ਲੜਕੀਆਂ ਦੇ 95% ਨੰਬਰ ਨੇ ਬਟ ਫਿਰ ਵੀ ਉਹ ਘਰੇ ਬੈਠੀਆਂ ਨੇ ਬਿਕੋਜ਼ ਉਹਨਾਂ ਨੇ ਕੋਈ ਕੰਪੀਟੀਟਿਵ ਐਗਜ਼ਾਮ ਭਰਿਆ ਹੀ ਨਹੀਂ ਔਰ ਐਗਜ਼ਾਮ ਵੀ ਨਹੀਂ ਭਰਿਆ ਔਰ ਐਗਜ਼ਾਮ ਨਾ ਭਰਨ ਦਾ ਨੁਕਸਾਨ ਇਹ ਹੋਇਆ ਕਿ ਉਹਨਾਂ ਦੀ ਕਿਸੇ ਵਧੀਆ ਵੱਡੇ ਕਾਲਜ ਦੇ ਵਿੱਚ ਸਿਲੈਕਸ਼ਨ ਨਹੀਂ ਹੋ ਪਾਈ। ਸੋ ਜਿਹੜੇ ਬੱਚੇ ਕੀ ਹੈ ਮੈਡੀਕਲ ਕਰ ਰਹੇ ਨੇ ਉਹ ਬੱਚੇ ਕੀ ਹੈ ਸਭ ਤੋਂ ਪਹਿਲਾ ਪੇਪਰ ਨੀਟ ਦਾ ਆਉਂਦਾ ਹੈ ਠੀਕ ਹੈ ਉਹ ਭਰ ਸਕਦੇ ਨੇ +1 +2 ਦੇ ਬੱਚੇ। ਸੈਕੰਡ ਆਰਮੀ ਦੇ ਵਿੱਚ ਵੀ ਆਰਮੀ ਦੇ ਵਿੱਚ ਨਰਸਿੰਗ ਕਰਵਾਈ ਜਾਂਦੀ ਹੈ ਔਰ ਫ੍ਰੀ ਕਰਵਾਈ ਜਾਂਦੀ ਹੈ। ਜਿਹੜੇ ਬੱਚੇ ਕੀ ਹੈ ਨਰਸਿੰਗ ਦੇ ਵਿੱਚ ਜਾਣਾ ਚਾਹੁੰਦੇ ਨੇ ਮਿਲਟਰੀ ਨਰਸਿੰਗ ਸਰਵਿਸਿਜ਼ ਦਾ ਇਹ ਇੱਕ ਟੈਸਟ ਹੁੰਦਾ ਹੈ MNS ਦਾ ਹਰ ਫਰਵਰੀ ਦੇ ਵਿੱਚ ਟੈਸਟ ਹੁੰਦਾ ਹੈ। +2 ਕਰ ਰਹੇ ਬੱਚੇ ਆਹੀ ਮਹੀਨਿਆਂ ਦੇ ਵਿੱਚ ਫਾਰਮ ਭਰੇ ਜਾਣੇ ਨੇ 1-2 ਦਿਨਾਂ ਬਾਅਦ 1-2 ਵੀਕਸ ਬਾਅਦ ਹਫ਼ਤਿਆਂ ਬਾਅਦ। तो ਕੀ ਹੈ ਮਿਲਟਰੀ ਨਰਸਿੰਗ ਸਰਵਿਸਿਜ਼ MNS ਇਹਦਾ ਪੇਪਰ ਹੁੰਦਾ ਹੈ। ਇਹਦੇ ਵਿੱਚ ਕੀ ਹੈ ਜੇ ਤੁਹਾਡਾ ਪੇਪਰ ਇਹ ਕਲੀਅਰ ਹੋ ਜਾਂਦਾ ਹੈ ਤਾਂ ਤੁਹਾਨੂੰ ਸਿੱਧਾ ਕੀ ਹੈ ਆਰਮੀ ਦੇ ਵਿੱਚ ਆਰਮੀ ਦੇ ਹਸਪੀਟਲਸ ਦੇ ਵਿੱਚ ਨਰਸਿੰਗ ਡਿਪਾਰਟਮੈਂਟ ਦੇ ਵਿੱਚ ਜੌਬ ਸਿਕਿਉਰ ਹੋ ਜਾਏਗੀ ਔਰ ਤੁਹਾਡੀ 3 ਸਾਲ ਦੀ ਜਿਹੜੀ BSc ਨਰਸਿੰਗ ਹੁੰਦੀ ਹੈ ਉਹ ਆਰਮੀ ਫ੍ਰੀ ਆਫ ਕਾਸਟ ਕਰਵਾਉਂਦੀ ਹੈ। ਬਾਕੀ ਚੀਜ਼ਾਂ ਵੀ ਫ੍ਰੀ ਨੇ ਔਰ ਤੁਸੀਂ ਐਜ਼ ਅ ਪੱਕੀ ਆਰਮੀ EMPLOYE ਹੀ ਬਣ ਕੇ ਜਾਓਗੇ। ਨੈਕਸਟ ਹੈ ਏਮਸ ਦਾ ਆਪਣਾ ਪੇਪਰ ਹੁੰਦਾ ਹੈ ਬੱਚਿਓ। ਆਈਸਰ ਜਿਹੜੇ ਬੱਚੇ ਸਾਇੰਟਿਸਟ ਬਣਨਾ ਚਾਹੁੰਦੇ ਨੇ ਸਾਇੰਸ ਫੀਲਡ 'ਚ ਜਾਣਾ ਚਾਹੁੰਦੇ ਨੇ ਉਹਨਾਂ ਬੱਚਿਆਂ ਵਾਸਤੇ ਆਈਸਰ ਬੈਸਟ ਆਪਸ਼ਨ ਹੈ। ਇਹ ਵੀ ਕੀਵਰਡ ਤੁਸੀਂ ਲਿਖ ਲਓ Indian Institute of Science and Engineering Research. Again repeat Indian Institute of Science and Engineering Research. So ਇੱਥੇ ਕੀ ਹੈ ਇਹ ਜਿਹੜੇ ਬੱਚੇ ਕੀ ਹੈ ਆਪਣਾ ਫਿਊਚਰ ਜਿਹੜਾ ਉਹ ਐਜ਼ ਅ ਸਾਇੰਟਿਸਟ ਬਣਾਉਣਾ ਚਾਹੁੰਦੇ ਨੇ ਸਾਇੰਸ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਨੇ ਉਹ ਬੱਚੇ ਕੀ ਹੈ ਇਸ ਪੇਪਰ ਨੂੰ ਭਰ ਸਕਦੇ ਨੇ। ਮੈਡੀਕਲ ਵਾਲੇ ਬੱਚਿਆਂ ਲਈ ਬਾਬਾ ਫਰੀਦ ਯੂਨੀਵਰਸਿਟੀ ਦੇ ਆਪਣੇ ਪੇਪਰ ਹੁੰਦੇ ਨੇ ਬਿਕੋਜ਼ ਇਹ ਪੇਪਰ ਕੀ ਨੇ ਪੰਜਾਬ ਦੇ ਜਿੰਨੇ ਵੀ ਮੈਡੀਕਲ ਕਾਲਜਸ ਨੇ ਉਹ ਬਾਬਾ ਫਰੀਦ ਯੂਨੀਵਰਸਿਟੀ ਥਰੂ ਕਾਉਂਸਲਿੰਗ ਕਰਦੇ ਨੇ। ਚੰਡੀਗੜ੍ਹ ਦੇ ਕਾਲਜਸ ਦੀ ਵੀ ਸੈਂਟਰਲ ਕਾਉਂਸਲਿੰਗ ਹੁੰਦੀ ਹੈ ਤੇ ਜਿਹੜੇ ਬੱਚਿਆਂ ਨੇ ਚੰਡੀਗੜ੍ਹ ਦੇ ਕਿਸੇ ਕਾਲਜ 'ਚ ਦਾਖਲਾ ਲੈਣਾ ਹੋਇਆ ਤਾਂ ਇਹ ਬੱਚੇ ਚੰਡੀਗੜ੍ਹ ਦੀ ਸੈਂਟਰਲ ਕਾਉਂਸਲਿੰਗ ਭਰ ਸਕਦੇ ਨੇ। ठीक है वैसे पिछले बैच दी हुनी कंप्लीट हुई है तुसी अपने +2 तो बाद भरोगे सारे बच्चे। सिमिलरली नॉन मेडिकल तो एनडीए मैं ਤੁਹਾਨੂੰ ਸਾਰਿਆਂ ਨੂੰ ਦੱਸਤਾ ਜਿਵੇਂ ਐਨਡੀਏ ਹੈ ਇਹਦੇ ਵਰਗਾ ਇੱਕ ਡਾਇਰੈਕਟ ਐਂਟਰੀ ਸਕੀਮ ਵੀ ਆਰਮੀ ਦੇ ਵਿੱਚ ਉਹਨੂੰ ਬੋਲਦੇ ਆ TES। ਅਗਰ ਤੁਹਾਡੇ +2 ਦੇ ਵਿੱਚ 90% ਤੋਂ ਨੰਬਰ ਉੱਪਰ ਆ ਜਾਂਦੇ ਨੇ ਤਾਂ ਤੁਹਾਨੂੰ ਐਨਡੀਏ ਦਾ ਪੇਪਰ ਵੀ ਦੇਣ ਦੀ ਲੋੜ ਨਹੀਂ ਹੈ ਤੁਸੀਂ ਡਾਇਰੈਕਟ ਐਂਟਰੀ ਸਕੀਮ TES ਥਰੂ ਵੀ ਜਾ ਸਕਦੇ ਹੋ ਆਰਮੀ ਦੇ ਵਿੱਚ ਐਜ਼ ਅ ਲੈਫਟੀਨੈਂਟ। ਠੀਕ ਹੈ ਚਲੋ ਨੈਕਸਟ ਹੈ जेई का मतलब है जॉइंट एंट्रेंस एग्जाम। ये पेपर है जे तुसी इंजीनियरिंग फील्ड च जाना चाहते हो और इंजीनियरिंग फील्ड च तुसी किसी चंगे कॉलेज च दाखला लेना चाहते हो तो वो कॉलेज की एडमिशन केड़े पेपर थ्रू होएगी JEE जॉइंट एंट्रेंस एग्जाम। ਇਹਦੇ ਵਿੱਚ ਕੀ ਹੈ IITs ਆਉਂਦੀਆਂ ਨੇ NITs ਆਉਂਦੀਆਂ ਨੇ ਮੈਂ ਇੱਥੇ ਲਿਖਿਆ ਵੀ ਹੋਇਆ ਤੁਹਾਨੂੰ ਦਿਖ ਰਿਹਾ ਹੋਵੇਗਾ ਹੁਣ ਲਾਈਟ ਮੈਂ ਲੋ ਕੀਤੀ ਹੈ। ਸੋ ਇਹਦੇ ਵਿੱਚ ਕੀ ਹੈ 23 IITs ਨੇ 32 NITs ने। IIT मतलब इंडियन इंस्टीट्यूट ऑफ टेक्नोलॉजीज NIT मतलब नेशनल इंस्टीट्यूट ऑफ टेक्नोलॉजी। ਇਹਦਾ मतलब ਕੀ ਹੈ ਇਹ ਸੈਂਟਰਲ ਗਵਰਨਮੈਂਟ ਦੇ ਫ੍ਰੀ ਇੰਜੀਨੀਅਰਿੰਗ ਦੇ ਸੈਂਟਰਲ ਗਵਰਨਮੈਂਟ ਦੇ ਫ੍ਰੀ ਇੰਜੀਨੀਅਰਿੰਗ ਦੇ ਡਿਪਾਰਟਮੈਂਟਸ ਨੇ ਜਿਹੜੇ ਬੱਚੇ ਕੀ ਹੈ ਇੰਜੀਨੀਅਰਿੰਗ 'ਚ ਜਾਣਾ ਚਾਹੁੰਦੇ ਨੇ ਤੇ ਪੈਸੇ ਘੱਟ ਨੇ ਖਰਚਾ ਨਹੀਂ ਅਫੋਰਡ ਇੰਜੀਨੀਅਰਿੰਗ ਦਾ ਕਰ ਸਕਦੇ। ਮੈਂ ਬੱਚੇ ਹਮੇਸ਼ਾ ਹੀ ਇੱਕ ਚੀਜ਼ ਦੱਸਦਾ ਹੁੰਦਾ ਕਿ ਜੇ ਤੁਸੀਂ ਕਰਨਾ ਹੀ ਹੈ ਆਪਣੇ ਕੈਰੀਅਰ ਨੂੰ ਉਸ ਪਾਰਟਿਕੂਲਰ ਮੰਨ ਲਓ ਮੈਥਮੈਟਿਕਸ ਮੰਨ ਲਓ ਇੰਜੀਨੀਅਰਿੰਗ ਮੰਨ ਲਓ ਆਰਟ ਪੇਂਟਿੰਗ ਮੰਨ ਲਓ ਕੋਈ ਵੀ 4th 5th 6th ਤਾਂ ਗੋ ਫॉर द टॉप 1।
ਜਿਹੜਾ ਗੁਰੂ ਰੱਖੋ ਇੰਨਾ ਕੁ ਵਧੀਆ ਰੱਖੋ ਕਿ ਜਿਸ ਦਿਨ ਤੁਸੀਂ ਉੱਥੋਂ ਨਿਕਲੋ ਤੇ ਤੁਹਾਨੂੰ ਕੀ ਹੈ ਉੱਥੇ ਰਿਸਕ ਦਾ ਮਾਰਜਨ ਨਾ ਰਹੇ। ਸੋ ਗੋ ਫॉर द टॉप वन। ਅਦਰਵਾਈਜ਼ ਤਾਂ ਬਹੁਤ ਸਾਰੇ ਇੰਜੀਨੀਅਰਸ ਬੀਟੈਕ ਕਰਕੇ 10-10 ਹਜ਼ਾਰ ਤੇ ਘੁੰਮ ਰਹੇ ਨੇ, ਵੇਲੇ ਘੁੰਮ ਰਹੇ ਨੇ, ਲੱਖਾਂ ਰੁਪਇਆ ਲਗਾ ਕੇ 6-7 ਲੱਖ ਰੁਪਇਆ ਲੱਗਦਾ ਕਿ ਇੰਜੀਨੀਅਰਿੰਗ ਕੰਪਲੀਟ ਕਰਨ ਲਈ। ਸੋ ਲੱਖਾਂ ਰੁਪਇਆ ਲਗਾ ਕੇ ਵੀ ਵੇਲੇ ਘੁੰਮ ਰਹੇ ਨੇ, ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ, ਬਿਕੋਜ਼ ਲਾਈਫ ਬਾਰ-ਬਾਰ ਤੁਹਾਨੂੰ ਟਾਈਮ ਨਹੀਂ ਦੇਗੀ, ਓਪਰਚੁਨਿਟੀਜ਼ ਨਹੀਂ ਦੇਗੀ, ਮੌਕੇ ਨਹੀਂ ਦੇਗੀ। ਇੱਕ ਹਰ ਚੀਜ਼ ਦੀ ਲਿਮਿਟ ਹੈ, ਏਜ ਦੀ ਲਿਮਿਟ ਹੈ, ਤੁਹਾਡੇ ਵਰਕਿੰਗਸ ਦੀ ਲਿਮਿਟ ਹੈ। ਔਰ ਚਲੋ ਲੈਕਚਰ ਥੋੜਾ ਜਿਹਾ ਜ਼ਿਆਦਾ ਟੈਕਨੀਕਲ ਹੋ ਰਿਹਾ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਸ਼ੇਅਰ ਕਰ ਦੇਣਾ, ਵੈਸੇ ਮੈਂ ਹਰ ਵਾਰ ਕਰਦਾ ਹੁੰਦਾ। ਫਰॉड ਦੀ ਐਗਜ਼ਾਮਪਲ ਹੈ, ਸੋ ਉਹ ਮੈਂ ਕੱਲ ਵੀ ਸੈਮੀਨਾਰ ਸੀ ਉਹਦੇ ਵਿੱਚ ਵੀ ਸ਼ੇਅਰ ਕੀਤੀ ਸੀਗੀ, ਸੋ ਸੇਮ ਅੱਜ ਵੀ ਸ਼ੇਅਰ ਕਰਨਾ। ਸੋ ਬਹੁਤ ਸਾਰੇ ਬੱਚੇ ਹੁੰਦੇ ਨੇ ਜਿਹੜੇ ਇਹ ਸੋਚਦੇ ਨੇ, ਜਾਂ ਪੈਰੈਂਟਸ ਕਈ ਵਾਰ ਡੀਮੋਟੀਵੇਟ ਕਰ ਦਿੰਦੇ ਨੇ ਬੱਚਿਆਂ ਨੂੰ। ਜੇ ਤੁਹਾਡੇ ਪੈਰੈਂਟਸ ਲਾਗੇ ਬੈਠੇ ਹੋਏ ਨੇ, ਤੁਸੀਂ ਔਨ ਕਰ ਸਕਦੇ ਹੋ ਆਪਣੀਆਂ ਆਡੀਓਜ਼ ਉਹਨਾਂ ਦੇ ਨਾਲ ਵੀ। ਸੋ ਆਪਾਂ ਨੂੰ ਕੀ ਹੈ, ਬੱਚੇ ਐਕਸਪਲੋਰ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੀਦਾ ਹੈ। ਸੋ ਬਹੁਤ ਸਾਰੇ ਬੱਚੇ ਹੈਗੇ ਨੇ ਜਿਹੜੇ ਕੀ ਹੈ ਲਿੰਕਰ ਔਨ ਕਰਦੇ ਆ ਕਿ ਦੇਖ ਲਾਂਗੇ, 12ਵੀਂ ਤੋਂ ਬਾਅਦ ਦੇਖ ਲਾਂਗੇ, ਗ੍ਰੈਜੂਏਸ਼ਨ ਤੋਂ ਬਾਅਦ ਦੇਖ ਲਾਂਗੇ। पेरेंट्स भी सम टाइम बच्चों ਨੂੰ ਰੋਕ ਦਿੰਦੇ ਨੇ ਕਿ ਨਹੀਂ ਤੂੰ ਨਹੀਂ ਕਰ ਸਕਦਾ, ਤੇਰੇ ਵੱਸ ਦਾ ਰੋਗ ਨਹੀਂ ਹੈ, ਤੈਨੂੰ ਤੂੰ ਕਿੱਦਾਂ ਕਰ ਲੇਗਾ। ਤੇ ਉਹ ਆਈਐਸ ਜਿਹੜੇ ਬਣਦੇ ਨੇ ਉਹ ਤਾਂ ਹੋਰ ਹੁੰਦੇ ਨੇ, ਤੁਸੀਂ ਆਈਐਸ ਕਿੱਥੋਂ ਬਣ ਜਾਓਗੇ। ਸੋ ਇਹ ਮਤਲਬ ਪਾਰਟਿਕੂਲਰ ਟਾਰਚਰਸ ਬਹੁਤ ਹੁੰਦੇ ਨੇ ਬੱਚਿਆਂ ਦੇ ਨਾਲ, ਸਾਡੇ ਨਾਲ ਵੀ ਹੁੰਦੇ ਸੀਗੇ ਜਦੋਂ ਵੀ ਆਰ ਇਨ ਦ ਲਾਈਕ ਲੋਅਰ ਕਲਾसेस। ਸੋ ਉੱਥੇ ਕੀ ਹੈ ਕਿ ਇੱਕ ਚੀਜ਼ ਬੜੀ ਕਲੀਅਰ ਹੈ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਥਰੂ ਦੱਸ ਦੇਣਾ। ਸੋ ਬੱਚੇ ਜਿਹੜੇ ਇੱਕ ਫਰੌਗ ਹੈ ਨਾ, ਜਿਹੜਾ ਡੱਡੂ ਹੈ, ਉਹਦੀ ਇੱਕ ਪ੍ਰੋਪਰਟੀ ਹੈ ਕਿ ਉਹ ਇਨਵਾਇਰਨਮੈਂਟ ਦੇ ਜਿਹੜਾ ਸਰਾਊਂਡਿੰਗ ਦਾ ਇਨਵਾਇਰਨਮੈਂਟ ਹੈ ਆਸ-ਪਾਸ, ਉਹਦੇ ਟੈਂਪਰੇਚਰ ਦੇ ਅਕੋਰਡਿੰਗਲੀ ਆਪਣੀ ਬਾਡੀ ਦੇ ਟੈਂਪਰੇਚਰ ਨੂੰ ਨਾ ਮੇਨਟੇਨ ਕਰ ਸਕਦਾ। मीन्स ਕੀ ਹੈ, ਸਰਾਊਂਡਿੰਗ ਦਾ ਜੇ ਬਾਹਰ ਗਰਮੀ ਜ਼ਿਆਦਾ ਹੈ ਤਾਂ ਉਹ ਆਪਣੀ ਬਾਡੀ ਨੂੰ ਉਦਾਂ ਹੀ ਸੈੱਟ ਕਰ ਲੇਗਾ ਔਰ ਉਹ ਗਰਮੀ ਨੂੰ ਸਹਿਨ ਕਰ ਲੇਗਾ। ਸਮ ਟਾਈਮ ਪਾਣੀ 'ਚ ਹੁੰਦੇ ਨੇ, ਤੁਸੀਂ ਦੇਖਿਆ ਹੋਵੇਗਾ ਗਰਮੀਆਂ 'ਚ ਪਾਣੀ ਦਾ ਟੈਂਪਰੇਚਰ ਕਿੰਨਾ ਰਾਈਜ਼ ਹੋ ਜਾਂਦਾ ਧੁੱਪ ਕਰਕੇ। ਉੱਥੇ ਕੀ ਹੈ, ਉਹ ਫਰੌਗਸ, ਉਹ ਡੱਡੂ ਕੀ ਹੈ, ਉਸ ਗਰਮ ਟੈਂਪਰੇਚਰ ਦੇ ਵਿੱਚ ਵੀ ਆਪਣੇ ਆਪ ਨੂੰ ਰਿਟੇਨ ਰੱਖਦੇ ਨੇ। ਔਰ ਟੈਂਪਰੇਚਰ ਦਾ ਅਸਰ ਵੈਸੇ ਦੇਖਿਆ ਜਾਵੇ ਤਾਂ ਜਿਹਦੀ ਸਿਲਕੀ ਸਕਿਨ ਹੁੰਦੀ, ਮੰਨ ਲਓ ਮੇਰੇ ਕੋਈ ਵੀ ਪਾਣੀ ਹੋਵੇ ਸਕਿਨ ਤੇ, ਜਾਂ ਮੈਂ ਕਰੀਮ ਲਗਾਈ ਹੋਵੇ, ਮੈਂ ਬਾਹਰ ਜਾਵਾਂ ਤਾਂ ਕੁਝ ਡਰਾਈ ਹੋ ਜਾਏਗੀ। ਤੁਸੀਂ ਫਰੌਗ ਦੀ ਸਕਿਨ ਦੇਖੀ ਹੋਏਗੀ, ਸਭ ਤੋਂ ਜ਼ਿਆਦਾ ਸੈਂਸਿਟਿਵ ਹੁੰਦੀ ਹੈ, ਲੇਕਿਨ ਉਹਦੀ ਇੱਕ ਪ੍ਰੋਪਰਟੀ ਹੈ ਕਿ ਉਹ ਸਰਾਊਂਡਿੰਗ ਦੀ এনवायरमेंट ਦੇ ਹਿਸਾਬ ਨਾਲ ਆਪਣੀ ਬਾਡੀ ਦੇ ਟੈਂਪਰੇਚਰ ਨੂੰ ਸੈੱਟ ਕਰ ਲੈਂਦਾ ਹੈ। ਹੁਣ ਉੱਥੇ ਕੀ ਹੋਇਆ ਕਿ ਇੱਕ ਸਾਇੰਟਿਸਟ ਨੇ ਇੱਕ ਐਕਸਪੈਰੀਮੈਂਟ ਕੀਤਾ। ਸੋ ਸਾਇੰਟਿਸਟ ਨੇ ਕੀ ਕੀਤਾ, ਇੱਕ ਬਰਤਨ ਦੇ ਵਿੱਚ, ਇੱਕ ਪੈਨ ਦੇ ਵਿੱਚ ਪਾਣੀ ਭਰਿਆ ਔਰ ਫਰੌਗ ਨੂੰ ਉਹਦੇ ਵਿੱਚ ਰੱਖਤਾ, ਡੱਡੂ ਨੂੰ ਉਹਦੇ ਵਿੱਚ ਰੱਖਤਾ ਤੇ ਥੱਲੇ ਗੈਸ ਔਨ ਕਰਤਾ। ਹੁਣ ਕੀ ਹੋਇਆ ਕਿ ਜਦੋਂ ਪਾਣੀ ਗਰਮ ਹੋਣਾ ਸਟਾਰਟ ਹੋਇਆ ਤਾਂ ਫਰੌਗ ਨੂੰ ਲੱਗਿਆ ਵੀ ਹਾਂ ਪਾਣੀ ਗਰਮ ਹੋ ਰਿਹਾ। ਫਰੌਗ ਵਿੱਚ ਬੈਠਾ ਸੀ। ਅੱਛਾ, ਫਰੌਗ ਬੜੀ ਆਸਾਨੀ ਨਾਲ ਪਾਣੀ ਚੋਂ ਜੰਪ ਬਾਹਰ ਮਾਰ ਸਕਦਾ ਸੀ। ਫਰੌਗ ਬੜੀ ਆਸਾਨੀ ਨਾਲ ਉੱਥੋਂ ਪਾਣੀ ਦੇ ਵਿੱਚੋਂ ਜੰਪ ਮਾਰ ਕੇ ਬਾਹਰ ਜਾ ਸਕਦਾ ਸੀ, ਲੇਕਿਨ ਉਹਦੀ ਪ੍ਰੋਪਰਟੀ ਹੈ ਕਿ ਉਹ ਕੰਪਰੋਮਾਈਜ਼ ਕਰਦਾ ਹੈ, ਉਹਦੀ ਪ੍ਰੋਪਰਟੀ ਹੈ ਕਿ ਉਹ ਐਡਜਸਟ ਕਰਦਾ ਹੈ, ਉਹਦੀ ਪ੍ਰੋਪਰਟੀ ਹੈ ਕਿ ਜੋ ਆਸ-ਪਾਸ ਹੋ ਰਿਹਾ ਉਹਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲ ਲਓ। तो अल्टीमेटली ਉਹਦਾ ਰਿਜ਼ਲਟ ਕੀ ਹੋਇਆ, ਉਹਨੇ ਛਾਲ ਨਹੀਂ ਮਾਰੀ। ਸਾਇੰਟਿਸਟ ਨੇ ਕੀ ਕੀਤਾ, ਥੋੜਾ ਜਿਹਾ ਟੈਂਪਰੇਚਰ ਹੋਰ ਇਨਕਰੀਜ਼ ਕਰਤਾ। ਉਹ ਫੇਰ ਟੈਂਪਰੇਚਰ ਪਾਣੀ ਦਾ ਜਦੋਂ ਵਧਿਆ, ਉਹਨੇ ਆਪਣੇ ਆਪ ਨੂੰ ਪਾਣੀ ਦੇ ਟੈਂਪਰੇਚਰ ਦੇ ਹਿਸਾਬ ਨਾਲ ਐਡਜਸਟ ਕਰ ਲਿਆ। ਫੇਰ ਪ੍ਰੋਬਲਮ, ਤੀਜੀ ਵਾਰ ਸਾਇੰਟਿਸਟ ਨੇ ਫਿਰ ਟੈਂਪਰੇਚਰ ਇਨਕਰੀਜ਼ ਕੀਤਾ। ਨਾਓ ਟੈਂਪਰੇਚਰ ਪਹੁੰਚ ਗਿਆ 80-90 ਡਿਗਰੀ ਤੱਕ। ਨਾਓ ਹੁਣ ਡੱਡੂ ਨੂੰ ਲੱਗਿਆ ਕਿ ਇਹ ਹੁਣ ਜ਼ਿਆਦਾ ਹੋ ਗਿਆ ਟੈਂਪਰੇਚਰ, ਇਸ ਟੈਂਪਰੇਚਰ ਨੂੰ ਮੈਂ ਬੀਅਰ ਨਹੀਂ ਕਰ ਸਕਦਾ। ਫਿਰ ਉਹਦੇ ਦਿਮਾਗ 'ਚ ਆਇਆ ਕਿ ਮੈਂ ਹੁਣ ਨਹੀਂ ਐਡਜਸਟ ਕਰ ਸਕਦਾ ਸਿਚੁਏਸ਼ਨਸ ਦੇ ਨਾਲ, ਜਿਵੇਂ ਬਹੁਤ ਸਾਲ ਬੀਤ ਜਾਂਦੇ ਨੇ, ਪੈਰੈਂਟਸ ਐਡਜਸਟਮੈਂਟਸ ਵੀ ਕਰਦੇ ਨੇ। ਸੋ ਕੰਡੀਸ਼ਨ ਟੂ ਕੰਡੀਸ਼ਨ ਵੇਰੀ ਕਰਦਾ ਬੱਚਿਓ। तो ये ना करियो कि मतलब you are giving it in a wrong direction। सो ਉੱਥੇ ਕੀ ਹੈ ਕਿ ਉਹ ਡੱਡੂ ਨੂੰ ਜਦੋਂ ਲੱਗਿਆ ਕਿ ਹੁਣ ਮੈਨੂੰ ਪਾਣੀ ਚੋਂ ਛਲਾਂਗ ਬਾਹਰ ਲਗਾਣੀ ਚਾਹੀਦੀ ਹੈ, ਹੁਣ ਪਾਣੀ ਬਹੁਤ ਜ਼ਿਆਦਾ ਗਰਮ ਹੋ ਗਿਆ, ਹੁਣ ਨਹੀਂ ਮੈਂ ਸਹਿ ਸਕਦਾ, ਉਦੋਂ ਜਦੋਂ ਛਲਾਂਗ ਮਾਰਨ ਲੱਗਿਆ ਤਾਂ ਉਦੋਂ ਉਹਦੀ ਜਿਹੜੀ ਸਕਿਨ ਹੈ ਪਾਣੀ ਨੂੰ ਸਹਿਨ ਕਰ ਕਰਕੇ, ਉਹ ਜਿਹੜੀ ਪਹਿਲਾਂ ਟੈਂਪਰੇਚਰ ਦੀ ਗਰਮੀ ਨੂੰ ਸਹਿਨ ਕਰ ਕਰਕੇ ਇੰਨੀ ਵੀਕ ਹੋ ਗਈ ਸੀ ਕਿ ਉਹ ਉਸ ਪਾਣੀ ਦੇ ਟੈਂਪਰੇਚਰ ਨੂੰ ਬੀਅਰ ਹੀ ਨਹੀਂ ਕਰ ਸਕਿਆ ਔਰ ਉਸ ਕਰਕੇ ਉਹਦੀ ਸਕਿਨ ਬਹੁਤ ਸੌਫਟ ਹੋ ਗਈ ਤੇ ਉਸ ਕਰਕੇ ਉਹ ਪਾਣੀ ਤੋਂ ਬਾਹਰ ਛਲਾਂਗ ਹੀ ਨਹੀਂ ਮਾਰ ਸਕਿਆ। तो ਇਹ ਸੇਮ ਸਾਡੇ ਤੇ ਇੰਪਲੀਮੈਂਟ ਹੁੰਦਾ ਜਦੋਂ ਅਸੀਂ ਲਿੰਕਰ ਔਨ ਕਰਦੇ ਆ, ਦੇਖ ਲਾਂਗੇ, ਦੇਖਾਂਗੇ,
ਬਾਅਦ ਚ ਕਰ ਲਾਂਗੇ, ਗ੍ਰੈਜੂਏਸ਼ਨ ਤੋਂ ਬਾਅਦ, +2 ਤੋਂ ਬਾਅਦ ਦੇਖ ਲਾਂਗੇ। ਤਾਂ ਅਲਟੀਮੇਟਲੀ ਅਸੀਂ ਉਹ ਡੱਡੂ ਵਾਂਗੂ ਹੁੰਦੇ ਆ ਜਿਹੜੇ ਕੀ ਆ ਆਪਣੇ ਆਸ-ਪਾਸ ਦੇ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਕੰਪਰੋਮਾਈਜ਼ ਕਰਵਾ ਰਿਹਾ ਹੁੰਦਾ ਹੈ। ਮੇਰੀ ਤਨਖਾਹ 10,000 ਹੈ, ਮੈਂ ਉੱਥੇ ਨਹੀਂ ਜ਼ੋਰ ਲਗਾਉਂਦਾ ਕਿ ਮੇਰੀ 10 ਤੋਂ 50,000 ਤਨਖਾਹ ਹੋ ਜਾਵੇ। ਮੈਂ ਕਿਸ ਚੀਜ਼ ਤੇ ਜ਼ੋਰ ਲਗਾਉਣ ਲੱਗ ਜਾਂਦਾ ਡੱਡੂ ਵਾਂਗੂ ਕਿ ਆਪਣੇ ਖਰਚੇ 10,000 ਦੇ ਵਿੱਚ ਕਰ ਲਓ। ਮੈਂ ਇਹ ਨਹੀਂ ਸੋਚਦਾ ਕਿ ਕਿੱਦਾਂ ਮੈਂ 10 ਤੋਂ 50,000 ਆਪਣੀ ਸੈਲਰੀ ਕਰ ਸਕਦਾ। ਮੈਂ ਕੀ ਸੋਚਣ ਲੱਗ ਜਾਂਦਾ ਕਿ ਹਾਂ ਮੇਰਾ ਖਰਚੇ ਅਗਰ 20,000 ਹੈ ਤਾਂ ਉਹਨੂੰ 10,000 ਚ ਕਿਵੇਂ ਪਾਉਂਡ ਕੀਤਾ ਜਾਏ। ਦਿਸ ਇਜ਼ ਵਨ ਆਫ ਦ ਬਿਗੇਸਟ ਪ੍ਰੋਬਲਮ ਆਫ ਆਰ ਲਾਈਕ ਕਈ ਯੂਥ ਦੀ, ਕਈ ਫੈਮਲੀਜ਼ ਦੀ ਪ੍ਰੋਬਲਮ ਹੈ। ਸੋ ਜਿੰਨਾ ਜੋ ਸ਼ਾਇਦ ਆਪਣੀ ਇਨਕਮ ਆਪਣੇ ਖਰਚਿਆਂ ਨੂੰ ਮੈਨੇਜ ਕਰਨ ਚ ਲੱਗਦਾ ਨਾ, ਉਹ ਤੋਂ ਅੱਧਾ ਜ਼ੋਰ ਲੱਗਦਾ ਇਨਕਮ ਡਬਲ ਕਰਨ ਦੇ ਵਿੱਚ। ਬਟ ਅਗੇਨ ਉਸ ਡੱਡੂ ਵਾਂਗੂ ਕੰਪਰੋਮਾਈਜ਼ ਕਰਨਾ ਛੱਡਣਾ ਪਏਗਾ ਔਰ ਛਲਾਂਗ ਮਾਰਨੀ ਪਏਗੀ ਉਸ ਪੈਨ ਤੋਂ ਬਾਹਰ ਕਿ ਮੈਂ ਕੁਝ ਵੱਡਾ ਕਰਾਂ ਤੇ ਮੈਂ ਕੁਝ ਵਧੀਆ ਕਰਾਂ। ਮੈਂ ਪਤਾ ਤੇ ਕਰਾਂ ਜ਼ਿੰਦਗੀ ਚ ਓਪਰਚੁਨਿਟੀਜ਼ ਕਿਹੜੀਆਂ ਹੈਗੀਆਂ ਨੇ। तो ਤੁਹਾਡੇ ਸਾਰੇ ਬੱਚਿਆਂ ਵਾਸਤੇ ਵੀ ਜਿਹੜੇ ਕੋਰਸਸ ਲਿਖੇ ਨੇ, ਸੋ ਇਹਦੇ ਵਿੱਚ ਇੱਕ ਕੋਰਸ ਲਿਖਿਆ ਹੈ IAS PCS ਜਾਂ ਪੁਲਿਸ ਦੇ ਵਿੱਚ ਮੈਂ ਹੁਣ ਇੱਕ ਪੁਲਿਸ ਹੈਗਾ ਸੀਗਾ ਜਿਹੜਾ ਕੀ ਹੈ +2 ਤੋਂ ਬਾਅਦ ਲੱਗਦਾ ਹੈ। ਇੱਕ ਪੁਲਿਸ ਹੈਗਾ ਜਿਹੜਾ DSP ਲੱਗਦਾ, ਡਿਪਟੀ ਸੁਪਰਡੈਂਟ ਆਫ ਪੁਲਿਸ। ਆਪਾਂ ਕਹਿੰਦੇ ਆ ਨਾ ਤੂੰ DSP ਲੱਗਿਆ ਹੋਇਆ, ਜੇ ਕੋਈ ਮੈਨੂੰ ਔਖਾ ਹੋ ਕੇ ਬੋਲਦਾ ਮੈਂ ਕਿਉਂ ਔਖਾ ਹੋ ਕੇ ਗੱਲ ਤੂੰ DSP ਲੱਗਿਆ ਹੋਇਆ, ਕੀ ਗੱਲ ਤੂੰ DC ਲੱਗਿਆ ਹੋਇਆ। Why we are taking example of DSP and DC because we know that power बहुत ज्यादा है। एक DSP ਦੀ ਪਾਵਰ ਜ਼ਿਆਦਾ ਹੈ, ਇੱਕ DC ਦੀ ਪਾਵਰ ਜ਼ਿਆਦਾ ਹੈ, ਤਾਂ ਹੀ ਕਰਕੇ ਮੈਂ ਉਹਦੀ ਐਗਜ਼ਾਮਪਲ ਦੇ ਕੇ ਬੋਲਦਾ ਤੂੰ DC ਲੱਗਿਆ ਹੋਇਆ। ਠੀਕ ਹੈ, ਸੋ ਇੱਥੇ ਕੀ ਹੈ ਪੁਲਿਸ ਚ ਮੈਂ DSP ਦੀ ਗੱਲ ਕਰਾਂਗਾ ਜਾਂ DSJ ਡਿਪਟੀ ਸੁਪਰਡੈਂਟ ਆਫ ਪੁਲਿਸ ਜਾਂ ਡਿਪਟੀ ਸੁਪਰਡੈਂਟ ਆਫ ਜੇ। ਠੀਕ ਹੈ, ਸੋ ਇਹ ਕਿੰਨਾ ਅਚੀਵ ਹੁੰਦਾ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦੇਣਾ। ਇਸ ਤੋਂ ਇਲਾਵਾ ਕੀ ਹੈ ਨਾਨ ਮੈਡੀਕਲ ਵਾਲੇ ਬੱਚੇ ਕੀ ਹੈ ਇਹ ਸਾਰੇ ਕੋਰਸਸ एनडीए ਦਾ ਮੈਂ ਦੱਸਦਾ, जेई ਮੈਂ ਦੱਸਦਾ, ਆਈਸਰ ਮੈਂ ਆਲਰੇਡੀ ਮੈਡੀਕਲ ਤੇ ਨਾਨ ਮੈਡੀਕਲ ਦੋਨੇ ਹੀ ਭਰ ਸਕਦੇ ਨੇ ਇਹ ਦੱਸਦਾ। PU CET ਦਾ ਪੇਪਰ ਨਾਨ ਮੈਡੀਕਲ ਵਾਲੇ ਦੇ ਸਕਦੇ ਨੇ। ਜੇ ਤੁਸੀਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚ ਦਾਖਲਾ ਲੈਣਾ ਤਾਂ ਤੁਹਾਡੀ ਇਹਦੀ ਕੰਡੀਸ਼ਨ ਅਲੱਗ ਹੁੰਦੀ ਹੈ, ਇਹਦੇ ਪੇਪਰ ਦੀ ਤਿਆਰੀ ਅਲੱਗ ਹੁੰਦੀ ਹੈ। ਠੀਕ ਹੈ, ਇਹ ਆਪਾਂ ਇੱਕ ਓਵਰਵਿਊ ਹੈ, ਇਹ ਮੈਂ ਤੁਹਾਨੂੰ ਗਰੁੱਪਸ ਚ ਮੈਮ ਨੂੰ ਭੇਜ ਦਿਆਂਗਾ। ਜਿਹੜੇ ਵੀ ਨੰਬਰਸ ਤੋਂ ਤੁਹਾਨੂੰ ਜਿਹੜੇ ਗਰੁੱਪਸ ਤੋਂ ਤੁਹਾਨੂੰ ਡਿਟੇਲਸ ਪਹੁੰਚਦੀਆਂ ਨੇ ਉਹਨਾਂ ਗਰੁੱਪਸ ਦੇ ਵਿੱਚ ਮੈਂ ਇੱਕ ਵਾਰ ਸਰਕੂਲੇਟ ਕਰਵਾ ਦਿਆਂਗਾ। ਤੁਹਾਨੂੰ ਸੌਖਾ ਰਹੇਗਾ, ਤੁਸੀਂ ਇਕੱਲੀ ਚੀਜ਼ ਨੂੰ ਆਪਣੇ ਲੈਵਲ ਤੇ ਸਰਚ ਕਰੋ, ਤੁਸੀਂ ਆਪਣਾ ਵਿਜ਼ਨ ਕਲੀਅਰ ਕਰੋ ਤੇ ਫਿਰ ਕੰਮ ਸਟਾਰਟ ਕਰੋ ਉਸ ਵਿਜ਼ਨ ਨੂੰ ਪੂਰਾ ਕਰਨ ਲਈ। ਔਰ ਸਭ ਤੋਂ ਬੜੀ ਗੱਲ ਕਿ ਜੇ ਤੁਸੀਂ ਨਹੀਂ ਨਾ ਕੰਮ ਕਰ ਰਹੇ ਤਾਂ ਇਹ ਨਾ ਸੋਚੋ ਕਿ ਪਲੇਟ ਦੇ ਵਿੱਚ ਪਾ ਕੇ ਤੁਹਾਡੇ ਕੋਲ ਰੋਟੀ ਆਏਗੀ। somebody ਆਲਰੇਡੀ ਉਸ ਚੀਜ਼ ਤੇ ਕੰਮ ਕਰ ਰਿਹਾ ਹੈ, ਕੋਈ ਆਲਰੇਡੀ ਉਸ पेपर ਦੀ ट्रेनिंग कर रहा। हो सकता मैं सरकारी का मैंने पता नहीं लग्या, लेकिन ਜਿਹੜੇ ਕਨਵੈਂਟ ਸਕੂਲਸ ਚ ਨੇ ਬਚਪਨ ਤੋਂ ਹੀ ਇੰਨੇ ਹਾਈ ਲੈਵਲ ਤੇ ਪੜ ਰਹੇ ਉਹਨਾਂ ਦੇ ਸਕੂਲਾਂ ਦੇ ਵਿੱਚ ਇਹ ਚੀਜ਼ਾਂ ਬਹੁਤ ਪਹਿਲਾਂ ਪਤਾ ਹੁੰਦੀਆਂ ਨੇ। ਤਾਂ ਉੱਥੇ ਕੀ ਹੈ ਤੁਹਾਨੂੰ ਸਾਰਿਆਂ ਨੂੰ ਅਵੇਅਰ ਹੋਣ ਦੀ ਲੋੜ ਹੈ ਕਿ ਜੇ ਮੇਰਾ ਕੰਪੀਟੀਸ਼ਨ ਕਨਵੈਂਟ ਦੇ ਬੱਚਿਆਂ ਨਾਲ ਹੋਣ ਵਾਲਾ ਤਾਂ ਮੈਂ ਵੀ ਆਪਣੇ ਆਪ ਨੂੰ ਇੰਨਾ ਤਿਆਰ ਕਰਾਂ ਕਿ ਮੈਂ ਆਰਾਮ ਨਾਲ ਉਹਨਾਂ ਕਨਵੈਂਟ ਦੇ ਬੱਚਿਆਂ ਨੂੰ ਬੀਟ ਕਰ ਸਕਾਂ। ठीक है बच्चों, इस तो इलावा आर्ट्स दे जेडे आर्ट्स ते कॉमर्स दे स्टूडेंट्स ने एक तां बीकॉम करके सीए करके कॉमर्स वाले ਉਹ ਹੈ ਕਿ ਵੀ ਤੁਸੀਂ ਜੇ ਪ੍ਰਾਈਵੇਟ ਆਪਣੇ ਚਾਰਟਰਡ ਅਕਾਊਂਟੈਂਟ ਬਣਨਾ ਹੈ, ਕੋਈ ਬੈਂਕ ਦੇ ਕੋਈ ਕੰਪਨੀਆਂ ਦੇ ਅਕਾਊਂਟਸ ਮੈਨੇਜ ਕਰਨਾ ਹੈ ਤਾਂ ਬੀਕॉम ਸੀਏ ਕਰ ਲੈਂਦੇ ਆ। ਅਦਰਵਾਈਜ਼ ਤੁਸੀਂ ਸਾਰੇ ਹੀ ਬੱਚੇ ਪੁਲਿਸ ਦੀ, ਰੇਲਵੇ ਦੀ, ਬੈਂਕ ਦੀ ਗ੍ਰੈਜੂਏਸ਼ਨ ਦੇ ਨਾਲ UPSC ਦੀ ਟ੍ਰੇਨਿੰਗ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਪੋਸਟਾਂ ਦੀ। तो बहुत घट समा बचे 5 बज चुके ने, तो 5-10 मिनट ਦਾ ਬਸ ਸੈਸ਼ਨ ਆਪਾਂ ਐਕਸਟੈਂਡ ਕਰਾਂਗੇ, ਫਿਰ ਆਪਾਂ ਕੰਪਲੀਟ ਕਰ ਦਾਂਗੇ ਕਿਉਂਕਿ ਆਈ ਥਿੰਕ ਟਾਈਮ ਬਾਉਂਡਸ ਨੇ ਤੁਹਾਡੇ ਸਾਰਿਆਂ ਦੇ। ਸੋ UPSC IAS PCS ਤੇ ਪੁਲਿਸ ਤੋਂ ਹਰ ਸਾਲ ਬੱਚਿਓ ਇਹ ਸਾਰੇ ਪੇਪਰ UPSC ਦੇ ਅੰਡਰ ਆਉਂਦੇ ਨੇ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਅੰਡਰ। ਇਹ ਪੇਪਰ ਕੀ ਨੇ ਜਿਹੜੇ ਬੱਚੇ ਕੀ ਹੈ IAS ਬਣਨਾ ਚਾਹੁੰਦੇ ਨੇ, IAS ਇੱਕ ਡਿਪਟੀ ਕਮਿਸ਼ਨਰ ਲੱਗਦਾ ਹੈ, DC लगता है, डिप्टी कमिश्नर लगता है। सो ਇਹਦੇ ਵਿੱਚ ਕੀ ਹੈ यूनियन पब्लिक सर्विस कमीशन ਦੇ ਅੰਡਰ ਆਂਦਾ ਹੈ। ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨੇ, तो ਇਹਦਾ ਹਰ ਸਾਲ ਪੇਪਰ ਹੁੰਦਾ ਹੈ ਡਿਪਟੀ ਕਮਿਸ਼ਨਰ ਲਈ। IAS ਦਾ ਹਰ ਸਾਲ ਪੇਪਰ ਹੁੰਦਾ ਹੈ, ਲੇਕਿਨ ਇਹਦੇ ਵਿੱਚ ਐਲੀਜੀਬਿਲਟੀ ਚਾਹੀਦੀ ਹੈ ਗ੍ਰੈਜੂਏਸ਼ਨ। ਤੁਸੀਂ ਗ੍ਰੈਜੂਏਸ਼ਨ ਦੇ ਤੀਜੇ ਸਾਲ ਦੇ ਵਿੱਚੋਂ, 3rd ਈਅਰ ਦੇ ਵਿੱਚੋਂ ਤੁਸੀਂ ਗ੍ਰੈਜੂਏਸ਼ਨ ਦੇ 3rd ਈਅਰ ਦੇ ਵਿੱਚੋਂ ਤੁਸੀਂ ਗ੍ਰੈਜੂਏਸ਼ਨ ਪਾਸ ਆਊਟ ਹੋ ਤੇ ਏਜ ਹੈ 32 ਇਅਰਸ ਤੋਂ ਘੱਟ, ਏਜ ਹੈਗੀ ਹੈ 18 ਤੋਂ 32 ਦੇ ਵਿਚਕਾਰ, ਤਾਂ ਤੁਸੀਂ ਇਹ ਪੇਪਰ ਨੂੰ ਅਪਲਾਈ ਕਰ ਸਕਦੇ ਹੋ। ਸੋ IAS ਆਫੀਸਰ
डिप्टी कमिश्नर लगता है और डीसी ਦੀਆਂ ਪਾਵਰ ਸ਼ਾਇਦ ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਇੱਕ ਪੇਪਰ ਹੈ ਜਿਹੜਾ ਕਲੀਅਰ ਕਰਨਾ ਹੈਗਾ ਔਰ ਸਾਰੀ ਜ਼ਿੰਦਗੀ ਸੌਖੀ ਹੋ ਜਾਏਗੀ। मतलब सब तो इंपॉर्टेंट है कि ਤੁਹਾਡੇ ਵਿੱਚ ਉਹ ਸਪਾਰਕ ਹੋਵੇ ਜਿਹੜੀ ਤੁਹਾਨੂੰ ਰੋਜ਼ ਜਗਾਵੇ ਸਵੇਰੇ 4 ਵਜੇ ਤੇ ਤੁਹਾਨੂੰ ਕਵੇ ਵੀ ਬਣਨਾ ਤੇ ਤੁਸੀਂ ਹੈ और तू सुता में है तू उठ के वर्कआउट कर तू उठ के मेहनत कर। मैं रोज अपने आप ਨੂੰ ਰਾਤ ਸੌਣ ਤੋਂ ਪਹਿਲਾਂ ਪੁੱਛਣਾ ਕਿ ਜਿਹੜੇ ਮੇਰੇ ਸੁਪਨੇ ਹੈ ਮੈਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅੱਜ ਕੀ ਕੀਤਾ ਤੇ ਦਿਮਾਗ ਨਾ 2 ਸੈਕਿੰਡ ਵਿੱਚ ਜਵਾਬ ਦੇ ਦਿੰਦਾ ਵੀ ਅੱਜ ਆਪਣੇ ਸੁਪਨੇ ਨੂੰ ਕਰਨ ਲਈ ਪੂਰਾ ਕਰਨ ਲਈ ਤੂੰ ਕੁਝ ਨਹੀਂ ਕੀਤਾ 2 ਮਿੰਟ ਚ ਜੋ ਤੇ ਤੁਹਾਨੂੰ ਵੀ ਸਾਰਿਆਂ ਨੂੰ ਤੁਹਾਡਾ ਦਿਮਾਗ ਜਵਾਬ ਦੇਗਾ ਕਿ ਜੇ ਮੇਰਾ ਸੁਪਨਾ ਆਰਮੀ ਆਫੀਸਰ ਬਣਦਾ ਤੇ ਮੈਂ ਕਿੰਨਾ ਕੁ ਫਿਜ਼ੀਕਲ ਵਧੀਆ ਰੋਜ਼-ਰੋਜ਼ ਕਰ ਰਿਹਾ ਕਿੰਨੀ ਕੁ ਮੈਂ ਮਿਹਨਤ ਆਪਣੇ ਆਪ ਤੇ ਕਰ ਰਿਹਾ ਕਿ ਕੱਲ ਨੂੰ ਜੇ ਮੇਰਾ ਫਿਜ਼ੀਕਲ ਦਾ ਟ੍ਰਾਇਲ ਹੋਵੇ ਤੇ ਮੈਂ ਬੜੇ ਆਰਾਮ ਨਾਲ ਕਲੀਅਰ ਕਰ ਜਾਵਾਂ। ਦਿਸ ਇਜ਼ ਦਾ ਕੁਐਸਚਨ ਤੁਸੀਂ ਰੋਜ਼ ਆਪਣੇ ਆਪ ਨੂੰ ਪੁੱਛੋਗੇ ਤਾਂ ਲਾਈਫ ਦੇ ਵਿੱਚ ਕਿਸੇ ਚੰਗੇ ਮੁਕਾਮ ਤੇ ਪਹੁੰਚ ਪਾਓਗੇ। ਨਹੀਂ ਤਾਂ ਜੋ ਮੈਂ ਪਹਿਲਾਂ ਬੋਲਿਆ ਕਿ ਤੁਸੀਂ ਕੀ ਕਰੋਗੇ ਤਾਂ ਇਹ ਨਾ ਸੋਚਿਓ ਕਿ ਤੁਹਾਨੂੰ ਜੌਬ ਆਰਾਮ ਨਾਲ ਮਿਲ ਜਾਏਗੀ ਤੁਹਾਡੀ ਜਗ੍ਹਾ ਕੋਈ ਮਿਹਨਤ ਕਰ ਰਿਹਾ ਤੁਸੀਂ ਨਾ ਕਰੋ ਉਹ ਲੈ ਜਾਏਗਾ ਸੀਟ ਕਿਉਂਕਿ ਉਹ ਮਿਹਨਤ ਕਰ ਰਿਹਾ ਉਹ ਸਵੇਰੇ 4 ਵਜੇ ਉੱਠ ਰਿਹਾ ਉਹ ਗਰਾਊਂਡ 'ਚ ਜਾ ਰਿਹਾ ਉਹ ਇੰਗਲਿਸ਼ ਸਪੀਕਿੰਗ ਕਰ ਰਿਹਾ ਉਹ ਰਿਟਨ ਟੈਸਟ ਦੀਆਂ ਤਿਆਰੀਆਂ ਕਰ ਰਿਹਾ। ਠੀਕ ਹੈ ਸੋ ਇੱਥੇ ਕੀ ਹੈ ਸੋ ਜਿਹੜੇ ਬੱਚੇ ਵੀ ਕੀ ਹੈ यूपीएससी आईएएस ਬਣਨਾ ਚਾਹੁੰਦੇ ਨੇ आईपीएस ਬਣਨਾ ਚਾਹੁੰਦੇ ਨੇ ਇਹ ਗ੍ਰੈਜੂਏਸ਼ਨ ਦੇ ਫਾਈਨਲ ਈਅਰ 'ਚ ਪੇਪਰ ਦਿੱਤਾ ਜਾਂਦਾ ਹੈ ਔਰ ਉਹਦੇ ਵਿੱਚ ਕੀ ਹੈ ਤੁਸੀਂ ਸੁਪਨਾ ਹੋਣੇ ਤੋਂ ਹੀ ਹੈ ਤਾਂ ਤੁਸੀਂ ਇਹਦੀ ਪ੍ਰੈਪਰੇਸ਼ਨ ਹੋਣੇ ਤੋਂ ਹੀ ਕਰਨੀ ਹੈ ਕਿਉਂਕਿ ਹੁਣੇ ਤੋਂ ਪ੍ਰੈਪਰੇਸ਼ਨ ਸਟਾਰਟ ਕਰੋਗੇ ਤਾਂ ਕਰਕੇ ਤੁਹਾਡੀ 3rd ਈਅਰ ਤੱਕ ਡ੍ਰੀਮ ਪੂਰਾ ਹੋ ਪਾਏਗਾ। ਇਹ ਇਸ ਤੋਂ ਇਲਾਵਾ ਕੀ ਹੈ ਇਹ ਤਾਂ ਹੈ ਸੈਂਟਰ ਲੈਵਲ ਤੇ स्टेट लेवल के ਜਿਹੜੇ ਪੇਪਰ ਹੁੰਦੇ ਆ ਸੈਂਟਰ ਲੈਵਲ ਤੇ ਜਿੰਨੇ ਵੀ ਹੋਰ ਪੇਪਰ ਹੁੰਦੇ ਆ ਕੁਝ ਪੇਪਰ +2 ਤੋਂ ਬਾਅਦ ਨਿਕਲਦੇ ਆ ਕੁਝ ਪੇਪਰ ਗ੍ਰੈਜੂਏਸ਼ਨ ਤੋਂ ਬਾਅਦ ਨਿਕਲਦੇ ਆ ਜਿਹੜੇ ਮੈਂ ਲਿਖੇ ਸੀ ਸਟਾਰਟਿੰਗ ਦੇ ਵਿੱਚ ਕਿ ਪੁਲਿਸ ਦਾ ਬੈਂਕਿੰਗ ਦਾ ਰੇਲਵੇ ਦਾ ਇਹਦੇ ਵਿੱਚ ਘੱਟੋ ਘੱਟ ਨਹੀਂ ਜੇ ਮੈਂ ਸਾਲ ਦੇ ਸਾਰੀਆਂ ਪੋਸਟਾਂ ਦੀ ਗੱਲ ਕਰਾਂ ਤੇ 6 ਤੋਂ 7 ਲੱਖ ਪੋਸਟਾਂ ਨਿਕਲਦੀਆਂ ਨੇ ਬਟ ਮੈਨੂੰ ਪਤਾ ਹੀ ਨਹੀਂ ਹੁੰਦਾ ਤਾਂ ਕੰਮ ਖਤਮ ਕਿਉਂਕਿ ਮੈਂ ਆਪਣੇ ਆਪ ਨੂੰ ਐਕਸਪਲੋਰ ਨਹੀਂ ਕਰ ਰਿਹਾ ਹੁੰਦਾ। ਸੋ ਉੱਥੇ ਕੀ ਹੈ स्टेट लेवल पे पेपर होता है पीसीएस का पंजाब सिविल सर्विसेज तो पंजाब सिविल सर्विसेज ਦੇ ਵਿੱਚ ਬੇਸਿਕਲੀ ਕੀ ਹੈਗਾ ਜਿਹੜੇ ਬੱਚੇ ਕੀ ਹੈ ਮੈਂ ਪੋਸਟਾਂ ਲਿਖ ਦੇਣਾ ਤਹਿਸੀਲਦਾਰ ਲੱਗਦਾ ਹੈ पेरेंट्स ਨੂੰ ਪਤਾ ਹੋਵੇਗਾ ਇੱਕ ਤਹਿਸੀਲਦਾਰ ਲੱਗਦਾ ਹੈ ਡੀਐਸਪੀ ਲੱਗਣਾ ਹੈ ਡਿਪਟੀ ਸੁਪਰਡੈਂਟ ਆਫ ਜੇਲ੍ਹ ਲੱਗਣਾ ਹੈ ਡਿਪਟੀ ਸੁਪਰਡੈਂਟ ਆਫ ਪੁਲਿਸ ਲੱਗਣਾ ਹੈ फूड इंस्पेक्टर छापे मारते होंगे ने ना हलवाई दी दुकानों पे जाके ते सुक्का मेवा वगैरह पकड़ते हैं तो किसी ने सब इंस्पेक्टर लगना है किसी ने फूड इंस्पेक्टर लगना है किसी ने ब्लॉक डेवलपमेंट ऑफिसर लगना है। वीडियो एक कहने एक छोटी जॉब है छोटी नहीं कह सकते एक नॉर्मल जॉब है लेकिन वीडियो कोल 150 पिंड आता शायद जो तुसी पिंडां दे बच्चे हैगे तो तुहानू पता होएगा तुहाडा पिंड भी किसी ब्लॉक दे अंडर आता है और जेड़ा वीडियो है ਉਹਦੇ ਅੰਡਰ 150 ਪਿੰਡ ਆਉਂਦਾ ਤੁਸੀਂ ਲਾਓ 150 ਸਰਪੰਚ ਹੱਥ ਜੋੜ ਕੇ ਅੱਗੇ ਖੜਾ ਹੁੰਦਾ ਵੀਡੀਓ ਦੇ ਕਿਉਂਕਿ ਗ੍ਰਾਂਟ ਉਹਦੇ ਤੋਂ ਪਾਸ ਕਰਵਾਣੀ ਹੁੰਦੀ ਹੈ। ਸੋ ਕਹਿਣ ਨੂੰ ਇੱਕ ਪੋਸਟ ਹੈ ਲੇਕਿਨ ਪਾਵਰ ਬਹੁਤ ਜ਼ਿਆਦਾ ਹੈਗੀ ਹੈ ਤੇ ਇਹ ਸਾਰੀਆਂ ਪੋਸਟਾਂ ਨੇ ਜਿਹੜੀਆਂ ਇਹ ਸਾਰੀਆਂ ਦੀਆਂ ਸਾਰੀਆਂ ਸਿਰਫ ਇੱਕ ਪੇਪਰ ਕਲੀਅਰ ਕਰਨਾ ਹੈ ਪੰਜਾਬ ਸਿਵਲ ਸਰਵਿਸ ਤੁਹਾਨੂੰ ਉਹ ਪੋਸਟਾਂ ਮਿਲ ਜਾਣਗੀਆਂ। ठीक है सो बहुता समा ना वेस्ट करते हुए सो जेडे भी बच्चे पीसीएस सुपना है वो इस पेपर थ्रू जा सकते हैं। इस तो इलावा अनहद फाउंडेशन जिन्ने भी मैं हुण तक तुहानू सारियां नू फोन च दस्से ने चाहे वो महाराजा रणजीत सिंह है चाहे वो माई भागू है चाहे वो आईएएस पीसीएस है चाहे वो अदर रेलवे बैंकिंग पुलिस का पेपर है अनंत फाउंडेशन इन्हां सारे पेपरां दी तैयारी करवांदा है तो तुहाडे विचों जिहड़े भी बच्चे सानू ज्वाइन करना चाहते ने वो पेपर दीयां तैयारियां दे लई वो कर सकदे ने। फिलहाल असीं महाराजा रणजीत सिंह ते माई भागो दे फॉर्म भर रहे हां जिहड़े बच्चे भी फार्म भरवाना चाहते भागो दे महाराजा रणजीत सिंह दे मैं नंबर्स ऑलरेडी मेंशन कीते हुए ने मैसेज ड्रॉप करके तुसी भरवा सकदे हो। तुसी अपने जिहड़े भी ग्रुप्स दे विचों तुहानू मैसेजेस आंदे ने उस ग्रुप्स दे विचों पुछ सकदे हो उन्हां टीचर्स नाल गल कर सकदे हो उन्हां तो नंबर लै सकदे हो उन्हां नाल गलबात कर सकदे हो। तो साडा सिर्फ इक्को ही एजेंडा रहिंदा इन्हां सैमीनार्स दा कि वध तो वध तुहानू नॉलेज मिल सके वध तो वध बच्चे पेपर भर सकन वध तो वध बच्चे जिहड़े गरीबी कारण किसी ना किसी मुकाम ते नहीं पहुंच पांदे एटलीस्ट वो चंगे लेवल्स ते पहुंचण वो चंगे लेवल्स तक अप्रोच करन और चंगे अदारियां तो कोचिंग लैण सो दैट के
ਕੱਲ ਨੂੰ ਜਦੋਂ ਬਾਹਰ ਨਿਕਲਣ ਦਾ ਕੋਈ ਰਿਸਕ ਨਾ ਹੋਵੇ ਕਿ ਹਾਂ ਮੈਨੂੰ ਜੌਬ ਮਿਲੇਗੀ ਜਾਂ ਨਹੀਂ ਮਿਲੇਗੀ। तो एक है कि ਤੁਸੀਂ ਆਪਣੀਆਂ ਕੋਈ ਵੀ ਕੁਐਰੀਜ਼ ਨੇ ਉਹ ਪੁੱਛ ਸਕਦੇ ਹੋ। ਦੂਸਰਾ ਕੀ ਹੈਗਾ ਕਿ ਮੈਂ ਜਿਵੇਂ ਬਿਗਨਿੰਗ ਚ ਦੱਸਿਆ, ਇੱਕ ਮਿੰਟ ਚ ਦੱਸਿਆ ਸੀ ਕਿ ਇੱਕ ਫ੍ਰੀ ਇੰਗਲਿਸ਼ ਸਪੀਕਿੰਗ ਕੋਰਸ ਚੱਲ ਰਿਹਾ ਹੈਗਾ ਸਾਡਾ, फ्री चल रही है। ये सिर्फ 100 रुपी रजिस्ट्रेशन फी है, 100 रुपी रजिस्ट्रेशन फी है जिहदे विच तुहानू सारिआं नू सर्टिफिकेट प्रोवाइड करने ने। ये ट्यूसडे वेडनेसडे थर्सडे 3 दिन मैं ही लगाना, मैं ही क्लास लगाना। ये क्लास अनर फाउंडेशन पे YouTube पेज पे भी चलती है और इसे नाम दी ऐप है प्ले स्टोर के उत्ते एंड्रॉइड दे विचों तुसी डाउनलोड कर सकदे हो, ओदे विच भी चलदी है। तो ट्यूसडे वेडनेसडे ਤੇ ਥਰਸਡੇ ਇਹ 3 ਦਿਨ ਕਲਾਸ ਚੱਲ ਰਹੀ ਹੈ। ਤਾਂ ਤੁਸੀਂ ਸਾਨੂੰ ਇਹ ਕਲਾਸ ਦੇ ਵਿੱਚ ਜੁਆਇਨ ਕਰ ਸਕਦੇ ਹੋ, ਠੀਕ ਹੈ। ਇਹ ਕਲਾਸ ਤੁਸੀਂ ਜੁਆਇਨ ਕਰਕੇ ਆਪਣੀ ਇੰਗਲਿਸ਼ ਨੂੰ ਇੰਪਰੂਵ ਕਰ ਸਕਦੇ ਹੋ। ਤਾਂ ਫ੍ਰੀ ਇੰਗਲਿਸ਼ ਸਪੀਕਿੰਗ ਕੋਰਸ ਹੈ ਜਿਹੜਾ ਚੱਲਦਾ ਹੈ। ਇਹਦੇ ਵਿੱਚ ਕਿਸੇ ਨੇ ਇਨਰੋਲਮੈਂਟ ਕਰਵਾਣੀ ਹੈ, ਰਜਿਸਟ੍ਰੇਸ਼ਨ ਪ੍ਰੋਸੈਸ ਪੁੱਛਣਾ ਹੈ ਜਾਂ ਕੁਝ ਵੀ YouTube ਦੇ ਬਾਰੇ ਪੁੱਛਣਾ ਹੈ, ਅਗੇਨ ਇਹਨਾਂ ਨੰਬਰਸ ਤੇ ਤੁਸੀਂ ਪੁੱਛ ਸਕਦੇ ਹੋ। ਅਦਰਵਾਈਜ਼ ਸਿੱਧਾ ਸਰਚ ਕਰੋ YouTube ਤੇ, ਤੁਹਾਨੂੰ ਚੈਨਲ ਮਿਲ ਜਾਏਗਾ, ਉਹਨੂੰ ਲਾਈਕ ਸਬਸਕ੍ਰਾਈਬ ਕਰੋ। ਡੇਲੀ 2 ਟਾਈਮ ਨੇ, ਇੱਕ ਟਾਈਮ ਹੈਗਾ 12 ਤੋਂ 1 ਵਜੇ ਦਾ, ਇੱਕ ਟਾਈਮ ਹੈਗਾ 4 ਤੋਂ 5 ਵਜੇ ਦਾ। ਇਹ ਦੋਨੇ ਟਾਈਮ ਤੇ ਸੇਮ ਕਲਾਸ ਚੱਲਦੀ ਹੈ। ਤਾਂ ਤੁਸੀਂ ਦੋਨਾਂ ਟਾਈਮਸ ਦੇ ਵਿੱਚੋਂ ਕੋਈ ਵੀ ਟਾਈਮ 'ਚ ਕਲਾਸ ਲਗਾ ਸਕਦੇ ਹੋ। ਪਹਿਲਾ, ਅਗਰ ਦੋਨੇ ਟਾਈਮ 'ਚ ਤੁਸੀਂ ਬਿਜ਼ੀ ਹੋ ਤਾਂ ਇਹ ਲਾਈਵ ਕਲਾਸ YouTube ਤੇ ਰਿਕਾਰਡ ਹੁੰਦੀ ਹੈ। ਤਾਂ ਤੁਸੀਂ ਜਦੋਂ ਮਰਜ਼ੀ ਫ੍ਰੀ ਹੁੰਦੇ ਹੋ ਉਦੋਂ ਤੁਸੀਂ YouTube ਤੇ ਜਾ ਕੇ ਸਰਚ ਕਰਕੇ ਉਸ ਸੈਸ਼ਨ ਨੂੰ ਸੀਕੁਐਂਸ ਦੇ ਵਿੱਚ ਅਟੈਂਡ ਕਰ ਸਕਦੇ ਹੋ। ਤਾਂ 2 ਮਹੀਨੇ ਕਲਾਸਿਸ ਚੱਲਣੀਆਂ ਨੇ, ਹਜੇ 1 ਵੀਕ ਹੀ ਨਿਕਲਿਆ। ਜਿਹੜੇ ਬੱਚਿਆਂ ਨੇ ਇਨਰੋਲ ਹੋਣਾ ਹੋ ਸਕਦਾ ਹੈ। ਬਾਕੀ ਦੇ ਕੋਰਸਿਸ ਲਈ ਆਈ ਥਿੰਕ ਮੈਂ ਤੁਹਾਨੂੰ कीवर्ड्स देते हैं, डिटेल च मैं बिल्कुल नहीं दसिया। कीवर्ड्स देते हैं, तुसी थोड़ा जिहा खुद सर्च करो जिथे तुहानू लगदा है कि मैनू होर नॉलेज दी लोड़ है, सानू अप्रोच करो। जिथे तुहानू लगदा है कि गूगल दे विच तुहानू एक्सप्लोर करना चाहिए है, ओनू करो। सो आई होप कि ਅਸੀਂ ਸਾਰੇ ਰਲ ਮਿਲ ਕੇ ਇੱਕ ਬਹੁਤ ਵਧੀਆ ਫਿਊਚਰ ਕ੍ਰੀਏਟ ਕਰ ਸਕੀਏ। ਮੇਰੀ ਇੱਕ ਬਹੁਤ ਬੜੀ ਪਲੇਨ ਹੁੰਦੀ ਹੈ ਕਿ ਸਿੱਖਾਂ ਦੇ ਬੱਚੇ ਆਈਐਸ ਪੀਸੀਐਸ ਨਹੀਂ ਬਣਦੇ। ਸਿੱਖਾਂ ਦੇ ਬੱਚਿਆਂ ਨੂੰ कैनेडा जाने की दौड़ है, वो 12वीं कंप्लीट करो ते दौड़ जाओ कैनेडा। सिखां दे बच्चों नू ना आर्मी च जाने का क्रेज है, ना आर्मी च जाने का क्रेज है, ना उन्होंने इन आईएएस जाने का। मेरा रोज सैक्रेटरी विजिट होता है जिथे सारे पंजाब के आईएएस ऑफिसर्स पीसीएस ऑफिसर्स बहते ने। और सब तो बुरी गल मैनू उत्थे लगदी है, मैनू याद है 2015 दे विच ना मैं पेपर लेना सीगा एक धार्मिक दा स्कूलां दे विच पेपर लेना सीगा। सिख हिस्ट्री दे उत्ते पेपर सीगा और सिख हिस्ट्री दे पेपर दे लई मैनू एक साउथ इंडियन तो अप्रूवल लेनी सी जाके। हुण तुसीं सोचोगे एक साउथ इंडियन तो मैं की गल करांगा कि मैं सिक्खी दे प्रचार दे लई सर एक पेपर करवा रहे हैं स्कूलों दे विच कि वध तो वध बच्चे सिक्खी नाल जुड़ सकन, क्योंकि एक साउथ इंडियन है उन्हें की पेन दा पता। अच्छा वो एक आईएएस ऑफिसर है, इस करके की है ओह आईएएस ऑफिसर करके ओह की है ओदे कोलों साइन करवाने जरूरी भी सीगे मेरे लिए, ठीक है। सो ये बहुत बड़ी प्रॉब्लम है कि पंजाब दे विच भी, पंजाब तो बाहर दा बहुत दूर दी गल है, पंजाब दे विच भी सिर्फ ते सिर्फ 5% पंजाब चो आईएएस ऑफिसर, 95% आईएएस ऑफिसर साउथ इंडियन ने। क्यों? क्योंकि साडे बच्चों को पता ही नहीं है, साडे बच्चों का दिल ही नहीं करता पढ़न का, या असी अवेयर ही नहीं है कि बन किवें सकते हैं। तो सब तो इंपॉर्टेंट तुहाडे सारिਆਂ ਲਈ बस इको ही है, ਤੁਸੀਂ एक्सप्लोर करो जिथे ਤੁਹਾਨੂੰ ਲੱਗਦਾ ਸਾਡੀ ਗਾਈਡੈਂਸ ਦੀ ਲੋੜ ਹੈ, ਅਸੀਂ ਅਵੇਲੇਬਲ ਆ। ਤੁਸੀਂ ਆਲਰੇਡੀ ਬਹੁਤ ਵਧੀਆ ਪਲੇਟਫਾਰਮ ਨਾਲ ਜੁੜੇ ਹੋਏ ਹੋ, ਤੁਸੀਂ ਉੱਥੇ ਪੁੱਟ ਕਰ ਸਕਦੇ ਹੋ ਕੁਐਰੀਜ਼, ਉੱਥੇ ਆਪਾਂ ਚੀਜ਼ਾਂ ਨੂੰ ਕਰ ਸਕਦੇ ਹਾਂ। ਸੋ ਇਹਨਾਂ ਕਹਿੰਦਿਆਂ ਹੋਇਆ ਇਜਾਜ਼ਤ। थैंक यू सो मच बच्चों, थैंक यू सो मच। ਜਿਹੜੇ ਬੱਚਿਆਂ ਨੂੰ ਕੋਈ ਵੀ ਕਨਫਿਊਜ਼ਨ ਹੈ ਫਿਰ ਆਪਾਂ हो सके तो कोई एक अद्धा लेक्चर तुहाडे सारे नाल होर कर लांगे। थैंक यू सो मच बच्चों। सो मैनूं लगदा है टाइम मैं 10 मिनट तुहाडा सारिਆਂ ਦਾ ज़्यादा ले लिया। सो थैंक यू सो मच तुहानूं एक्स्ट्रा टाइम देने ते शायद तुसीं अपने बिजी शेड्यूल चों टाइम कढिया। थैंक यू सो मच, थैंक यू। ओके बच्चों दे मैसेजेस मैनूं आ शो हो रहे ने। थैंक यू सो मच। आई होप तुहानूं वधिया समझ लग्या होएगा सैशंस चों। बाकी मैं अगेन कीवर्ड्स देते ने, तुसी खुद एक्सप्लोर करो, वध तो वध जानो जिथे तुहानूं लगदा है कि अपने आप नूं इंप्रूव करन दी लोड़ है, सो तुसी इंप्रूव करो।
ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Okay, ਮੈਂ ਵੀਰ ਜੀ ਵਾਹਿਗੁਰੂ ਦਾ ਜੀ ਕਾ ਬਹੁਤ ਬਹੁਤ ਖਾਲਸਾ, ਧੰਨਵਾਦ ਕਰਦਾ ਹਾਂ ਜਿੱਥੇ ਉਹਨਾਂ ਨੇ ਸਾਨੂੰ ਸਾਡੇ ਕਰੀਅਰ ਦੁਆਰਾ ਗਾਈਡ ਕੀਤਾ, ਉਸੇ ਤਰ੍ਹਾਂ ਸਾਨੂੰ ਇੱਕ ਕਰਨ ਦੀ ਐਨਕਰੇਜ ਵੀ ਕੀਤਾ। ਅਸੀਂ ਇਸ ਕਰਕੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੱਕ ਹੈਂਡ ਰੇਜ਼ ਹੋਇਆ ਹੈ 13503 ਮੋਗਾ ਤੋਂ, ਕਿਰਪਾ ਕਰਕੇ ਆਪਣਾ ਸਵਾਲ ਪੁੱਛੋ ਜੀ। ਤੋਂ ਪਹਿਲਾਂ ਮੈਂ ਬੇਨਤੀ ਕਰਾਂਗੀ ਵੀਰ ਜੀ ਨੂੰ ਕਿ ਜੋ ਇਨਫੋਰਮੇਸ਼ਨ ਜਿਵੇਂ ਕੁਝ ਬੱਚੇ ਕੁਐਸਚਨ ਪੁੱਛ ਰਹੇ ਹੈ ਕਿ YouTube ਚੈਨਲ ਦਾ ਨੇਮ ਜਾਂ ਉਹ ਕਿੱਥੇ ਹੋਰ ਸਰਚ ਕਰ ਸਕਦੇ, ਅਗਰ ਉਹਦਾ ਲਿੰਕ ਉਹ ਚੈਟ ਦੇ ਵਿੱਚ ਪਾ ਦੇਣ ਜੀ ਤਾਂ ਹੋਰ ਵਧੀਆ ਹੋ ਜਾਏਗਾ। ਹਾਂਜੀ, ਵੈਸੇ ਮੈਂ ਤੁਹਾਨੂੰ ਮੈਮ ਦੱਸ ਦਿੰਦਾ, ਜਿਹੜਾ ਇੰਗਲਿਸ਼ ਸਪੀਕਿੰਗ ਕੋਰਸ ਚੱਲਦਾ ਫ੍ਰੀ, ਉਹ ਵੀ ਲਿੰਕ ਵੀ ਮੈਂ ਸ਼ੇਅਰ ਕਰ ਦੇਣਾ। ਅਦਰਵਾਈਜ਼ ਤੁਸੀਂ YouTube ਤੇ ਜਾਓਗੇ ਤਾਂ ਅਨਹਦ ਫਾਊਂਡੇਸ਼ਨ ਮੋਹਾਲੀ, ਅਨਹਦ ਵੀਰ ਜੀ ਥੋੜਾ ਜਿਹਾ ਫੌਂਟ ਸਾਈਜ਼ ਵਧਾ ਦਿਓ। ਵਾਹਿਗੁਰੂ, ਵੌਇਸ ਨਹੀਂ ਆਡੀਬਲ, ਕੀ ਕਹਿ ਰਹੇ ਹੋ? ਵੀਰ ਜੀ ਫੌਂਟ ਸਾਈਜ਼ ਵੱਡਾ ਕਰ ਦਿਓ, ਲਿਖਿਆ ਥੋੜਾ ਛੋਟਾ ਹੈ, ਪੜਿਆ ਨਹੀਂ ਜਾ ਰਿਹਾ। ਠੀਕ ਹੈ ਮੈਮ, ਠੀਕ ਹੈ ਜੀ। ਸੋ ਅਨਹਦ ਫਾਊਂਡੇਸ਼ਨ ਦਾ ਪੇਜ ਹੈ ਮੈਮ, ਇਹਦੇ ਤੇ ਮੈਂ ਬਹੁਤ ਛੋਟੀਆਂ ਵੀਡੀਓਜ਼ ਰਿਕਾਰਡ ਕਰਕੇ ਪਾਈਆਂ ਹੋਈਆਂ ਨੇ ਨੌਲੇਜ ਦੇ ਲਈ, ਕਿ ਜਿਹੜੇ ਅੱਜ ਮੈਂ ਪੇਪਰ ਦੱਸੇ ਨੇ ਇਹਦੇ ਤੇ ਛੋਟੀਆਂ ਵੀਡੀਓਜ਼ ਰਿਕਾਰਡਡ ਨੇ। ਇਸ ਤੋਂ ਇਲਾਵਾ ਕੁਝ ਵੀਡੀਓਜ਼ ਹੋਰ ਵੀ ਅਸੀਂ ਪਾ ਰਹੇ ਹਾਂ। तो ਜਿਹੜਾ ਮਾਈ ਭਾਗੋ ਦਾ, ਮਹਾਰਾਜਾ ਰਣਜੀਤ ਸਿੰਘ ਦਾ, IAS ਆਫੀਸਰ ਦਾ, NDA ਦਾ, ਇਹ ਵੀਡੀਓਜ਼ ਅਵੇਲੇਬਲ ਨੇ, ਤੁਸੀਂ YouTube ਤੇ ਸਰਚ ਕਰੋ। ਔਰ ਜਿਹੜਾ ਫ੍ਰੀ ਇੰਗਲਿਸ਼ ਸਪੀਕਿੰਗ ਕੋਰਸ ਦਾ ਪ੍ਰੋਗਰਾਮ ਚੱਲਦਾ ਹੈ ਉਹ ਵੀ ਤੁਸੀਂ YouTube ਥਰੂ ਸਬਸਕ੍ਰਾਈਬ ਕਰਕੇ ਤੇ ਡੇਲੀ ਲਗਾ ਸਕਦੇ ਹੋ ਕਲਾਸਿਸ। ਮੈਂ ਟਾਈਮਿੰਗਸ ਦੱਸ ਦਿੰਦੇ ਨੇ, ਤੇ ਤੁਸੀਂ ਨੋਟ ਕਰ ਲਓ। ਅਨੰਦ ਫਾਊਂਡੇਸ਼ਨ ਮੋਹਾਲੀ, ਏਦਾਂ ਇੱਕ ਲੋਗੋ ਆਏਗਾ, ਇਹਦੇ ਵਿੱਚ ਇੱਕ ਫੇਸ ਬਣਿਆ ਹੋਏਗਾ, ਲੋਗੋ ਆਏਗਾ, ਉਹ ਫੇਸ ਬਣਿਆ ਹੋਏਗਾ, ਏਦਾਂ ਦਾ ਕਰਕੇ ਲੋਗੋ ਆਏਗਾ। तो ਤੁਸੀਂ ਉਹ ਚੈਨਲ ਸਬਸਕ੍ਰਾਈਬ ਕਰ ਲੈਣਾ। ਵੈਸੇ ਤੁਸੀਂ ਜਦੋਂ ਸਰਚ ਕਰੋਗੇ ਮੇਰੀਆਂ ਫੋਟੋਜ਼ ਤੁਹਾਨੂੰ ਦਿਖ ਜਾਣਗੀਆਂ ਉੱਥੇ, ਤਾਂ ਤੁਸੀਂ ਉਹਦੇ ਥਰੂ ਸਬਸਕ੍ਰਾਈਬ ਕਰਕੇ ਸਾਰੇ ਪੇਪਰਸ ਦੀਆਂ ਸ਼ਾਰਟ ਵੀਡੀਓਜ਼ ਨੇ, ਉਹਦੇ ਚ ਐਲੀਜੀਬਿਲਟੀ, ਏਜ, ਕਦੋਂ ਹੁੰਦਾ ਪੇਪਰ, ਟਾਈਮਿੰਗ, ਸਭ ਕੁਝ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਬੇਟਾ। ਹਾਂਜੀ ਸਰ ਜੀ, ਮੇਰਾ ਨਾ ਕੁਐਸਚਨ ਸੀਗਾ ਕਿ ਅਸੀਂ IAS ਆਫੀਸਰ ਦੇ ਲਈ +2 ਤੋਂ ਬਾਅਦ ਕਿਹੜੀ ਗ੍ਰੈਜੂਏਸ਼ਨ ਕਰ ਸਕਦੇ ਆ, ਕਿਹੜੇ ਸਬਜੈਕਟ ਰਿਲੇਟਡ? ਵੈਰੀ ਗੁੱਡ। ਸੋ ਬਹੁਤ ਵਧੀਆ ਕੁਐਸਚਨ ਹੈ ਬੱਚੇ, ਸ਼ਾਇਦ ਬਹੁਤ ਬੱਚਿਆਂ ਦੇ ਦਿਮਾਗ 'ਚ ਕੁਐਸਚਨ ਹੁੰਦਾ ਹੈ। ਸੋ IAS ਦੇ ਵਿੱਚ ਬੱਚਿਓ ਜਿਹੜੇ ਆਰਟਸ ਦੇ ਸਬਜੈਕਟ ਨੇ ਉਹ ਜ਼ਿਆਦਾ ਆਉਂਦੇ ਨੇ, ਹਿਸਟਰੀ, ਪਬਲਿਕ ਐਡਮਿਨਿਸਟ੍ਰੇਸ਼ਨ ਐਂਡ ਤੁਸੀਂ ਕੋਈ ਵੀ ਉਹਨਾਂ ਦੇ ਨਾਲ ਕੰਬੀਨੇਸ਼ਨ ਰੱਖ ਸਕਦੇ ਹੋ, ਪੋਲਿਟੀ ਰੱਖ ਸਕਦੇ ਹੋ। IAS ਦੇ ਵਿੱਚ ਟੋਟਲ 36 ਸਬਜੈਕਟਸ ਹੁੰਦੇ ਨੇ ਜਿਹੜੇ ਆਪਾਂ ਪੜ੍ਹਨੇ ਹੁੰਦੇ ਨੇ, ਤਾਂ ਉਹਦੇ ਵਿੱਚ ਸਾਰੇ ਦੇ ਸਾਰੇ ਸਬਜੈਕਟਸ ਆਰਟਸ ਦੇ ਹੀ ਹੁੰਦੇ ਨੇ। IAS ਦੇ ਵਿੱਚ ਦੋ ਪੇਪਰ ਹੁੰਦੇ ਨੇ, ਪਹਿਲਾ ਹੁੰਦਾ ਪ੍ਰੀ, ਫਿਰ ਹੁੰਦਾ ਮੇਨਸ ਜਿਹੜਾ ਪੇਪਰ ਹੁੰਦਾ ਹੈ ਉਹ ਪੇਪਰ ਕੀ ਹੈ, ਤੁਸੀਂ ਜਿਹੜਾ ਵੀ ਸਬਜੈਕਟ ਪੜਿਆ, ਮੰਨ ਲਓ ਮੇਨਸ 'ਚ ਤੁਸੀਂ ਇੱਕ ਸਬਜੈਕਟ ਚੂਜ਼ ਕਰਨਾ ਹੁੰਦਾ, ਤੁਸੀਂ ਹਿਸਟਰੀ ਰੱਖ ਲਓ, ਤੁਸੀਂ ਪਬਲਿਕ ਐਡਮਿਨਿਸਟ੍ਰੇਸ਼ਨ ਰੱਖ ਲਓ, ਤੁਸੀਂ ਪੋਲਿਟੀ ਰੱਖ ਲਓ, ਇਹ ਰੱਖ ਸਕਦੇ ਹੋ। ਵੈਸੇ ਮੇਨ ਜਿਹੜੇ ਤਿੰਨ ਸਬਜੈਕਟ IAS 'ਚ ਜ਼ਿਆਦਾ ਆਉਂਦੇ ਨੇ, ਇੱਕ ਆਉਂਦਾ ਪੋਲਿਟੀ ਦੇ ਵਿੱਚ ਸੰਵਿਧਾਨ ਇੰਡੀਆ ਦਾ ਪੜਿਆ ਜਾਂਦਾ ਸਾਰਾ, ਕਨਸਟੀਟਿਊਸ਼ਨ ਕਿਹੜੇ, ਮੇਰਾ ਖੁਦ ਸਬਜੈਕਟ ਸਪੈਸੀਫਿਕ ਪੋਲਿਟੀ ਰਿਹਾ, ਤਾਂ ਕਿਹੜੇ ਸੰਵਿਧਾਨ ਦੇ ਵਿੱਚ ਕਿਹੜੇ, ਮਤਲਬ ਜਿਵੇਂ ਆਪਾਂ ਪੜ੍ਹਦੇ ਆ ਨਾ ਵੀ ਇਹ ਆਰਟੀਕਲ ਦੇ ਤਹਿਤ ਇਹ ਸਜ਼ਾ ਦਿੱਤੀ ਜਾਏਗੀ, ਇਹ ਮੁਜਰਮ ਨੂੰ ਇਹ ਸਜ਼ਾ ਦਿੱਤੀ ਜਾਏਗੀ, ਸੋ ਉਹ ਸਾਰਾ ਕੁਝ ਉਹਦੇ ਵਿੱਚ ਗਿਵਨ ਹੁੰਦਾ ਹੈ। ਔਰ ਪੋਲਿਟੀ, ਪਬਲਿਕ ਐਡਮਿਨਿਸਟ੍ਰੇਸ਼ਨ ਐਂਡ ਹਿਸਟਰੀ, ਇਹ ਤਿੰਨ ਸਬਜੈਕਟ ਸਫੀਸ਼ੀਐਂਟ ਨੇ। ਗ੍ਰੈਜੂਏਸ਼ਨ 'ਚ ਕਰੋ, ਗ੍ਰੈਜੂਏਸ਼ਨ 'ਚ ਪ੍ਰੈਸ਼ਰ ਘੱਟ ਰੱਖੋ। मतलब ये होता है कि कई बच्चे की है, ये कहते हैं कि सर मैं मेडिकल कर लवां नाल मैं IAS की तैयारी कर लवां। देखो दो टफ चीज़ां नहीं पॉसिबल, या तो IAS ते फोकस होएगा या ग्रेजुएशन ते। जे तुसी टफ रख लिया तो ग्रेजुएशन च मैं जे सब्जेक्ट हो रखे ने हिस्ट्री, पब्लिक एडमिनिस्ट्रेशन एंड पॉलिटी, फिर मैनू बहुत ईजी है कि मैं IAS ਦੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਾਂ। ਜਾਂ ਇਹ ਕਹਿ ਲਓ ਤੁਸੀਂ IAS ਦੀ ਤਿਆਰੀ ਕਰ ਰਹੇ ਹੋਵੋਗੇ, ਉਸ ਕਾਲਜ ਵਾਲੇ ਤਾਂ ਬੜੇ ਆਰਾਮ ਨਾਲ ਤੁਹਾਡੇ ਹੋ ਜਾਣਗੇ। ਠੀਕ ਹੈ ਬੱਚੇ। 13/4/99 ਇਹਨਾਂ ਨੇ ਹੈਂਡ ਰੇਜ਼ ਕੀਤਾ ਜੀ। ਇੱਕ ਹੋਰ ਹੈਂਡ ਰੇਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਬੇਟਾ। ਸਰ ਮੇਰਾ ਕੁਐਸਚਨ ਇਹ ਸੀ ਕਿ ਜਿਸ ਤਰ੍ਹਾਂ ਹਨਾ ਆਪਾਂ 10th ਤੋਂ ਬਾਅਦ ਮੇਰੀ ਮਤਲਬ ਏਮ ਆਫ ਲਾਈਫ ਹੈ ਕਿ ਮੈਂ ਲਾਇਰ ਬਣਨਾ ਹੈ ਨਾ, ਤੇ 10th ਤੋਂ ਬਾਅਦ ਆਪਾਂ ਜੇ ਆਰਟਸ ਰੱਖ ਲਈਏ ਤਾਂ ਇਹ ਬੈਸਟ ਆਪਸ਼ਨ ਹੈ। ਬਟ ਮੇਰਾ ਮੈਥਸ ਦੇ ਵਿੱਚ ਵੀ ਇੰਟਰਸਟ ਬਹੁਤ ਜ਼ਿਆਦਾ ਹੈ ਤੇ ਮੇਰਾ ਮੈਥਸ ਪੜ੍ਹਨ ਨੂੰ ਮਤਲਬ ਜੀ ਕਰਦਾ ਹੈ, ਦੈਨ ਮੈਂ ਮਤਲਬ ਕਨਫਿਊਜ਼ ਆ ਕਿ ਮੈਂ ਕੀ ਕਰਾਂ ਹੁਣ। ਓਕੇ, ਸੋ ਇਸ ਕੇਸ ਦੇ ਵਿੱਚ ਤੁਸੀਂ ਬੱਚੇ ਐਡੀਸ਼ਨਲ ਆਰਟਸ ਰੱਖੋ, ਆਰਟਸ ਦੇ ਨਾਲ ਐਡੀਸ਼ਨਲ ਮੈਥਸ ਰੱਖ ਲਓ।
ਆਰਟਸ ਰੱਖੋ, ਅਗਰ ਮੈਥਸ 'ਚ ਇੰਟਰਸਟ ਹੈ ਤਾਂ ਤੁਸੀਂ ਐਡੀਸ਼ਨਲ ਮੈਥਸ ਰੱਖ ਲਓ। ਮੈਥਸ ਰੱਖਣ ਦੇ ਨਾ ਬਹੁਤ ਸਾਰੇ ਫਾਇਦੇ ਹੁੰਦੇ ਆ। ਦੇਖੋ ਨਾਨ ਮੈਡੀਕਲ ਵਾਲੇ ਬੱਚੇ ਬਹੁਤ ਸਾਰੇ ਪੇਪਰ ਭਰ ਸਕਦੇ ਆ ਜਿਹੜੇ ਆਰਟਸ ਵਾਲੇ ਨਹੀਂ ਭਰ ਸਕਦੇ। ਅਗਰ ਤੁਸੀਂ ਮੈਥ ਰੱਖ ਲਿਆ ਤਾਂ ਤੁਸੀਂ ਬਹੁਤ ਸਾਰੇ ਪੇਪਰ ਨਾਨ ਮੈਡੀਕਲ ਵਾਲੇ ਵੀ ਭਰ ਸਕਦੇ ਹੋ, ਜਿਹੜੇ ਪੇਪਰ ਕੀ ਹੈ ਤੁਸੀਂ ਆਰਟਸ ਕੱਲਾ ਰੱਖਦੇ ਤਾਂ ਨਹੀਂ ਭਰ ਸਕਦੇ। ਅੱਛਾ, ਐਡੀਸ਼ਨਲ ਪੇਪਰ ਦਾ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ। ਫਾਇਦਾ ਇਹ ਹੈ ਕਿ ਜੇ ਤੁਸੀਂ ਵਧੀਆ ਤਰੀਕੇ ਪੜ੍ਹਦੇ ਰਹੇ ਤਾਂ ਫਿਰ ਤੁਸੀਂ ਪੇਪਰ ਦੇ ਦਿਓ ਐਂਡ ਤੁਹਾਡਾ ਮੈਥਸ ਵੀ ਨਾਲ ਆ ਗਿਆ, 5 ਸਬਜੈਕਟਾਂ ਦੇ ਨਾਲ ਜਿਹੜੇ ਵੀ ਤੁਸੀਂ ਆਰਟਸ ਦੇ ਰੱਖ ਰਹੇ ਹੋ। 2 ਤਾਂ ਕੰਪਲਸਰੀ ਨੇ, 3 ਦੇ ਨਾਲ 6ਵਾਂ ਸਬਜੈਕਟ ਮੈਥ ਹੋ ਗਿਆ। ਅਗਰ ਤੁਸੀਂ ਬਾਈ ਚਾਂਸ ਤੁਹਾਡਾ ਲੱਗਦਾ ਹੈ +2 ਦੇ ਐਂਡ ਤੱਕ ਵੀ ਮੇਰੇ ਕੋਲ ਕੋਪ ਅਪ ਨਹੀਂ ਹੋ ਪਾ ਰਿਹਾ, ਵੀ ਮੈਂ ਆਰਟਸ ਨਾਲ ਮੈਥ ਕਰਾਂ ਕਿਵੇਂ, ਠੀਕ ਹੈ, ਤਾਂ ਉੱਥੇ ਕੀ ਹੈ, ਤੁਸੀਂ ਜੇ ਨਹੀਂ ਵੀ ਉਹਦਾ ਪੇਪਰ ਦਿੰਦੇ ਤੇ ਤੁਹਾਨੂੰ ਰਿਜੈਕਟ ਨਹੀਂ ਹੁੰਦਾ, ਉਹ ਐਕਸੈਪਟਡ ਹੁੰਦਾ। ਜੇ ਤੁਸੀਂ ਨਹੀਂ ਵੀ ਦਿੰਦੇ ਐਡੀਸ਼ਨਲ ਪੇਪਰ ਤਾਂ ਉਹਦੇ ਚ ਬਾਕੀ ਸਿਲੇਬਸ ਬਾਕੀ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਹੁੰਦਾ। ਤੁਸੀਂ ਨਾ ਪੇਪਰ ਦੋ, ਤੁਸੀਂ 2 ਸਾਲ ਦੱਸੋ ਵੀ ਨਾ CBSE ਨੂੰ ਵੀ ਮੈਂ ਪੇਪਰ ਨਹੀਂ ਦੇਣਾ, ਐਂਡ 'ਚ ਜਾ ਕੇ ਤੁਸੀਂ ਪੇਪਰ ਮੈਥ ਦਾ ਨਾ ਵੀ ਦੋ ਨਾ ਤਾਂ ਕੁਝ ਵੀ ਫੇਲ ਨਹੀਂ ਲਿਖਿਆ ਹੁੰਦਾ ਸਰਟੀਫਿਕੇਟ ਤੇ, ਕਿਉਂਕਿ ਉਹਨਾਂ ਵਾਸਤੇ 5 ਸਬਜੈਕਟ ਹੀ ਬੜੇ ਹੁੰਦੇ ਨੇ। ਬਾਕੀ ਤਾਂ ਤੁਸੀਂ ਐਡੀਸ਼ਨਲ ਕਦੇ ਵੀ ਕੋਈ ਫਲ ਮਤਲਬ ਸਟ੍ਰੈਸਡ ਨਹੀਂ ਹੁੰਦੇ। ਪਹਿਲੀ ਗੱਲ, ਜੇ ਤੁਸੀਂ ਇਹਨੂੰ ਏਦਾਂ ਕਰਨਾ ਚਾਹੁੰਦੇ ਹੋ, ਵੈਸੇ ਤਾਂ ਤੁਸੀਂ ਲਾਅ ਕਰਨਾ ਹੈ ਤਾਂ ਬੈਸਟ ਹੈਗਾ ਕਿ ਤੁਸੀਂ ਮਤਲਬ ਨਾਲ ਕਲੈਟ ਦੀ ਤਿਆਰੀ ਕਰੋ। CLAT ਕਲੈਟ 2 ਹੁੰਦੇ ਨੇ, ਇੱਕ ਕਲੈਟ ਹੁੰਦਾ ਜਿਹੜਾ ਆਲ ਇੰਡੀਆ ਲੈਵਲ ਤੇ ਹੁੰਦਾ, ਇੱਕ ਪੰਜਾਬ ਯੂਨੀਵਰਸਿਟੀ ਆਪਣਾ LLB ਦਾ ਪੇਪਰ ਵੀ ਲੈਂਦੀ ਹੈ। ਪੰਜਾਬ ਯੂਨੀਵਰਸਿਟੀ ਆਪਣਾ ਵੀ LLB ਦਾ ਪੇਪਰ ਲੈਂਦੀ ਹੈ। ਤੁਸੀਂ ਉਹ ਵੀ ਨਾਲ ਤਿਆਰੀ ਕਰੋ ਸੋ ਦੈਟ ਕਿ ਜਦੋਂ ਕੰਪੀਟੀਟਿਵ ਐਗਜ਼ਾਮ ਹੋਵੇ ਆਫਟਰ +2 ਤਾਂ ਬੜੇ ਆਰਾਮ ਨਾਲ ਤੁਹਾਡਾ ਕਲੀਅਰ ਹੋ ਜਾਵੇ, ਠੀਕ ਹੈ। ਵੈਸੇ ਆਰਮੀ ਦਾ ਸਭ ਤੋਂ ਬੜਾ ਜਿਹੜਾ ਲਾਅ ਦਾ ਇੰਸਟੀਚਿਊਟ ਹੈ ਉਹ ਹੈਗਾ ਆਰਮੀ इंस्टीट्यूट ऑफ लॉ मोहाली, सब तो बड़ा इंस्टीट्यूट है सरकारी लॉ का। अच्छा है, तो जे तुसी पंजाब च देखदे हो, पंजाब तो बाहर ਤਾਂ ਬਹੁਤ ਹੈਗੇ ਨੇ, तो ਇਹ ਹੈ ਕਿ ਕਲੈਟ ਆਲ ਇੰਡੀਆ ਲੈਵਲ ਦਾ ਪੇਪਰ ਹੈ, ਕਾਮਨ ਲਾਅ ਐਡਮਿਸ਼ਨ ਟੈਸਟ। ਅਦਰਵਾਈਜ਼ ਜੇ ਤੁਸੀਂ ਪੰਜਾਬ ਯੂਨੀਵਰਸਿਟੀ ਐਡਮਿਸ਼ਨ ਲੈਣੀ ਹੈ ਤਾਂ ਤੁਸੀਂ LLB, ਠੀਕ ਹੈ ਬੱਚੇ। ਹਾਂ, ਇੱਕ ਹੋਰ ਚੀਜ਼ ਹੈ ਮੈਂ ਦੱਸ ਦੇਣਾ ਤੁਹਾਨੂੰ ਕਿ ਤੁਸੀਂ ਮਤਲਬ +1 +2 ਚ ਤਾਂ ਮੈਂ ਪ੍ਰੈਫਰ ਕਰਦਾ ਹਾਂ ਨਾਨ ਮੈਡੀਕਲ ਕਰ ਲਓ ਜਿਹੜੇ ਕਰ ਸਕਦੇ ਹੋ। ਉਹਦਾ ਰੀਜ਼ਨ ਇਹ ਹੁੰਦਾ ਹੈ ਕਿ ਮੈਂ ਨਾਨ ਮੈਡੀਕਲ ਕਰਕੇ ਆਰਟਸ ਵਾਲੇ ਸਾਰੇ ਕੰਪੀਟੀਟਿਵ ਐਗਜ਼ਾਮ ਭਰ ਸਕਦਾ ਹੁੰਦਾ। ਅਗਰ ਮੈਂ ਆਰਟਸ ਚ ਤਾਂ ਮੈਂ ਨਾਨ ਮੈਡੀਕਲ ਵਾਲਾ ਕੋਈ ਕੰਪੀਟੀਟਿਵ ਐਗਜ਼ਾਮ ਨਹੀਂ ਭਰ ਸਕਦਾ, तो बेटर ਹੁੰਦਾ। अच्छा, ਨਾਨ ਮੈਡੀਕਲ ਤੋਂ ਬਾਅਦ ਤੁਸੀਂ ਗ੍ਰੈਜੂਏਸ਼ਨ ਚ BA ਕਰ ਲੈਂਦੇ ਹੋ, ਕਿਸੇ ਨੂੰ ਕੀ ਫਰਕ ਹੈ, ਕੋਈ ਟੈਨਸ਼ਨ ਨਹੀਂ ਹੈ। ਲੇਕਿਨ ਅਗਰ ਤੁਸੀਂ +2 ਕੀਤੀ ਆਰਟਸ, ਤੁਹਾਨੂੰ ਬਾਅਦ ਚ ਪਤਾ ਲੱਗਿਆ ਅੱਛਾ ਆਰਮੀ ਚ ਇਹ ਪੇਪਰ ਇਦਾਂ ਦਿੱਤਾ ਜਾਂਦਾ ਹੈ, ਸੋ ਉੱਥੇ ਕੀ ਹੈ ਬੇਟਾ +2 ਕਰ ਰਹੀਆਂ ਕੁੜੀਆਂ ਹੀ ਮਾਈ ਭਾਗੋ ਦਾ ਫਾਰਮ ਫਿਲ ਕਰ ਸਕਦੀਆਂ। ਕਿਸੇ ਬੱਚੇ ਨੇ ਮੈਸੇਜ ਕੀਤਾ ਸੀ +2 ਕਰ ਰਹੀਆਂ ਕੁੜੀਆਂ ਹੀ ਮਾਈ ਭਾਗੋ ਦਾ ਫਾਰਮ ਭਰ ਸਕਦੀਆਂ। ਸੋ ਉੱਥੇ ਕੀ ਹੈ, ਆਰਟਸ ਵਾਲੇ ਬੱਚੇ ਕੀ ਹੈ ਫਿਰ ਸੈਡ ਹੋ ਜਾਂਦੇ ਨੇ, ਮੈਂ ਪੇਪਰ ਨਹੀਂ ਭਰ ਸਕਦਾ, ਠੀਕ ਹੈ। ਸੋ ਪ੍ਰੈਫਰ ਹੁੰਦਾ ਜੇ ਕਰ ਸਕਦੇ, ਨਹੀਂ ਕਰ ਸਕਦੇ ਤਾਂ ਨਾਟ ਐਨ ਇਸ਼ੂ, ਠੀਕ ਹੈ। ਐਨੀਵਨ ਐਲਸ? ਹਾਂਜੀ ਵੀਰ ਜੀ, 1-2 ਬੱਚਿਆਂ ਦੇ ਹੈਂਡ ਰੇਜ਼ ਹੈਗੇ, ਅਸੀਂ ਚਾਹਾਂਗੇ ਆਨਸਰ ਅਗਰ ਕੀਤੇ ਜਾਣ, ਅਗਰ ਤੁਹਾਡੇ ਕੋਲ ਸਮਾਂ ਹੋਵੇ। ਵੈਸੇ ਸਮਾਂ ਤਾਂ ਉੱਪਰ ਹੋ ਚੁੱਕਾ ਹੈ, ਜੇ ਪੋਸੀਬਲ ਹੈ ਤਾਂ। ਹਾਂਜੀ ਸਰ ਮੈਨੂੰ ਨਾ 10th ਤੋਂ ਬਾਅਦ ਕਾਮਰਸ ਰੱਖਣੀ ਹੈ ਆਪਣੀ +1 ਐਂਡ ਬਟ ਮੈਨੂੰ ਨਾ ਮੈਥਸ ਵਿੱਚ ਵੀ ਬਹੁਤ ਇੰਟਰਸਟ ਹੈ, ਕਿਉਂਕਿ ਮੈਨੂੰ ਕਾਮਰਸ ਦੇ ਨਾਲ ਮੈਥਸ ਆਪਸ਼ਨਲ ਸਬਜੈਕਟ ਰੱਖਣਾ ਹੈ। ਕਿ ਉਹ ਰੱਖਣਾ ਈਜ਼ੀ ਰਹੇਗਾ ਜਾਂ ਡਿਫਿਕਲਟ ਹੋਏਗਾ ਕਾਮਰਸ ਦੇ ਨਾਲ ਰੱਖਣਾ? ਕਾਮਰਸ ਬੱਚੇ ਆਪਣੇ ਆਪ ਚ ਵੀ ਟਫ ਹੈ। ਕਾਮਰਸ ਮਤਲਬ ਇੱਕ ਰੂਮਰ ਹੈ ਕਿ ਨਾਨ ਮੈਡੀਕਲ ਨਹੀਂ ਕਰ ਸਕਦੇ ਤਾਂ ਤੁਸੀਂ ਕਾਮਰਸ ਕਰ ਲਓ, ਰੂਮਰ ਹੈ ਇਹ। ਅਦਰਵਾਈਜ਼ ਕਾਮਰਸ ਵੀ ਉਨੀ ਟਫ ਹੈ ਨਾਨ ਮੈਡੀਕਲ ਹੈ। ਉਹਦੇ ਵਿੱਚ ਵੀ ਸਟੈਟਸ ਇਕਨੋਮਿਕਸ ਸਬਜੈਕਟ ਉਹੋ ਜਿਹੇ ਹੈਗੇ ਨੇ ਜਿਹਦੇ ਵਿੱਚ ਮੈਥ ਬਹੁਤ ਜ਼ਿਆਦਾ ਹੈ। ਤੁਸੀਂ ਬੁੱਕਸ ਮੇਨਟੇਨ ਕਰਨੀ, ਉਹਦੇ ਵਿੱਚ ਆਲਰੇਡੀ ਮੈਥਸ ਬਹੁਤ ਜ਼ਿਆਦਾ ਹੁੰਦਾ ਹੈ। ਸੋ ਯੂ ਨੀਡ ਨਾਟ ਟੂ ਟੇਕ ਅਦਰ ਮੈਥਸ ਸਬਜੈਕਟ। ਉਹ ਤਾਂ ਫਿਰ ਜੇ ਤੁਸੀਂ ਮਤਲਬ ਤੁਹਾਡਾ ਡ੍ਰੀਮ ਹੀ ਚਾਰਟਰਡ ਅਕਾਊਂਟੈਂਟ ਦਾ ਹੈ, BCom MCom ਜਾਂ BCom CA ਕਰਨ ਦਾ ਹੈ, ਤਾਂ ਦੈਨ ਯੂ ਨਾਟ ਲਾਈਕ, ਮੈਨੂੰ ਲੱਗਦਾ ਵੀ ਨਹੀਂ ਲੈਣਾ ਚਾਹੀਦਾ ਤੁਹਾਨੂੰ ਐਡੀਸ਼ਨਲ ਪ੍ਰੈਸ਼ਰ, ਕਿਉਂਕਿ ਆਲਰੇਡੀ ਟਫ ਹੁੰਦਾ ਹੈ ਕਾਮਰਸ। ਹਾਂਜੀ ਬੇਟਾ, ਮਹਾਰਾਜਾ ਰਣਜੀਤ ਸਿੰਘ ਵਾਲੇ ਪੇਪਰ 10th ਕਰ ਰਹੇ ਬੱਚੇ ਦੇ ਸਕਦੇ ਨੇ। 10th ਕਰ ਰਹੇ ਬੱਚਿਆਂ ਲਈ ਹੀ ਮਹਾਰਾਜਾ ਰਣਜੀਤ ਸਿੰਘ ਦਾ ਪੇਪਰ ਹੈ, ਔਰ 10th ਤੇ +1 ਦੋਨੇ ਕਰ ਰਹੇ ਬੱਚੇ ਦੇ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਫਤਿਹ ਬੇਟਾ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਇਹ ਸੀ ਕਿ IPS ਆਫਿਸਰ ਦੀ ਜੌਬ ਲਈ ਸਾਨੂੰ ਕਿਹੜੀ ਸਟਰੀਮ ਯੂਜ਼ ਕਰਨੀ ਚਾਹੀਦੀ ਹੈ, ਕਾਮਰਸ ਜਾਂ ਫਿਰ ਆਰਟਸ ਤੋਂ? ਤੁਸੀਂ ਕਿਹੜੀ ਕਲਾਸ ਚ ਹੋ ਇਸ ਟਾਈਮ ਬੱਚੇ? 10th ਚ? ਵੀਰ ਜੀ ਮੈਂ 10th ਵਿੱਚ। ਓਕੇ, ਸੋ ਵੈਸੇ ਮੈਂ ਤੁਹਾਨੂੰ ਇੱਕ ਤੁਸੀਂ ਆਰਟਸ ਹੀ ਚੂਜ਼ ਕਰਨੀ ਹੈ ਬੱਚੇ।
ਦੋ ਚੀਜ਼ਾਂ ਨੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਜਾਂ ਤਾਂ ਤੁਸੀਂ ਜੇ ਤਾਂ ਤੁਸੀਂ ਆਪਣੇ ਦਿਮਾਗ ਨੂੰ ਥੋੜਾ ਜਿਹਾ ਡਿਵੈਲਪ ਕਰਨਾ ਚਾਹੁੰਦੇ ਹੋ, ਦੇਖੋ ਗ੍ਰੈਜੂਏਸ਼ਨ ਦੇ ਵਿੱਚ ਕਿਹੜੇ ਸਬਜੈਕਟ ਰੱਖਣੇ ਨੇ ਇਹ ਇੰਪੋਰਟੈਂਟ ਹੈ ਜਦੋਂ ਆਪਾਂ ਆਈਐਸ ਕਰਦੇ ਹਾਂ। ਗ੍ਰੈਜੂਏਸ਼ਨ ਚ ਤੁਸੀਂ ਉਹ ਸਬਜੈਕਟ ਰੱਖੋ ਜਿਹੜੇ ਸਬਜੈਕਟ ਕੀ ਹੈ ਆਈਐਸ ਦੇ ਵਿੱਚ ਆਉਂਦੇ ਨੇ। +2 ਦੇ ਵਿੱਚ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਐਕਸਪਲੋਰ ਕਰਨ ਦੀ ਲੋੜ ਹੈ ਆਪਣੇ ਆਪ। ਨॉन ਮੈਡੀਕਲ ਵਾਲੇ ਬੱਚੇ ਜ਼ਿਆਦਾ ਐਕਸਪਲੋਰ ਕਰ ਪਾਉਂਦੇ ਨੇ ਰੈਦਰ ਦੈਨ ਆਰਟਸ ਵਾਲੇ, ਕਿਉਂਕਿ ਉਹ ਨਾਲ ਨਾਲ ਸਾਇੰਸ ਵੀ ਪੜ੍ਹਦੇ ਨੇ ਔਰ ਤੁਹਾਨੂੰ ਆਈਐਸ ਦੇ ਵਿੱਚ ਸਾਇੰਸ ਆਉਂਦੀ ਹੈ, ਉਦੋਂ ਸਾਇੰਸ ਪੜ੍ਹਨੀ ਬਹੁਤ ਔਖੀ ਹੋ ਜਾਂਦੀ ਹੈ। ਬੇਸਿਕ ਸਾਇੰਸ ਆਉਂਦੀ ਹੈ, ਐਡਵਾਂਸ ਨਹੀਂ ਆਉਂਦੀ। ਤੁਸੀਂ 10th ਤੱਕ ਵੀ ਸਾਇੰਸ ਪੜ੍ਹੀ ਹੁੰਦੀ ਹੈ, ਲੇਕਿਨ ਕੀ ਉਹਦੇ ਚ ਕੁਝ ਸਬਜੈਕਟ ਨੇ ਆਈਐਸ, ਸਾਈਬਰ ਸਿਕਿਉਰਿਟੀ ਸਬਜੈਕਟ ਹੈ, ਇੰਟਰਨੈਸ਼ਨਲ ਰਿਲੇਸ਼ਨਸ਼ਿਪ ਇੱਕ ਸਬਜੈਕਟ ਹੈ, ਸ਼ਾਇਦ ਕਿਸੇ ਆਮ ਬੰਦੇ ਨੇ ਸੁਣੇ ਵੀ ਨਹੀਂ ਹੁੰਦੇ ਨਾ। ਐਥਿਕਸ ਇੱਕ ਸਬਜੈਕਟ ਹੈਗਾ, ਸੋ ਉਸ ਸਬਜੈਕਟਸ ਦੇ ਵਿੱਚ ਸਾਇੰਸ ਬਹੁਤ ਕੰਮ ਆਉਂਦੀ ਹੈ। ਸੋ ਅਗਰ ਤਾਂ ਕਰ ਸਕਦੇ ਹੋ ਨਾਨ ਮੈਡੀਕਲ ਤਾਂ +1 +2 ਵਿਦ ਨਾਨ ਮੈਡੀਕਲ ਕਰੋ। ਗ੍ਰੈਜੂਏਸ਼ਨ ਚ ਸਿੰਪਲ ਸਬਜੈਕਟ ਰੱਖ ਲਓ ਆਈਐਸ ਵਾਲੇ, ਗ੍ਰੈਜੂਏਸ਼ਨ ਦੇ ਵਿੱਚ ਸਿੰਪਲ ਸਬਜੈਕਟ ਰੱਖ ਲਓ। +1 +2 ਦੇ ਵਿੱਚ ਤੁਸੀਂ ਨਾਨ ਮੈਡੀਕਲ ਕਰੋ, +1 +2 ਦੇ ਵਿੱਚ ਤੁਸੀਂ ਨਾਨ ਮੈਡੀਕਲ ਕਰੋ ਐਂਡ ਆਫਟਰ ਦੈਟ ਕੀ ਹੈ ਤੁਸੀਂ ਸ਼ਫਲ ਕਰ ਜਿਓ ਆਰਟਸ ਦੇ ਵਿੱਚ, ਬੀਏ ਦੇ ਵਿੱਚ। ਅਗਰ ਨਹੀਂ ਪੋਸੀਬਲ ਨਾਨ ਮੈਡੀਕਲ ਕਰਨਾ ਟਫ ਲੱਗਦੀ ਹੈ ਤਾਂ ਸਿੰਪਲ ਆਈਪੀਐਸ ਵੀ ਸੇਮ ਹੈ ਬੇਟਾ ਰਮਨ, ਆਈਪੀਐਸ ਵੀ ਸੇਮ ਹੈ। ਇਹ ਪੋਸਟਾਂ ਸਾਰੀਆਂ ਇੱਕੋ ਹੀ ਪੇਪਰ ਹੁੰਦਾ ਹੈ, ਬਾਅਦ ਦੇ ਵਿੱਚ ਤੁਸੀਂ ਸਿਲੈਕਟ ਕਰਨਾ ਹੁੰਦਾ ਕਿ ਤੁਸੀਂ ਕਿਹੜੀ ਬ੍ਰਾਂਚ ਕਰਨੀ ਹੈ, ਆਈਐਸ ਇਹਦੇ ਲਈ ਵੀ ਯੂਪੀਐਸਸੀ ਦਾ ਐਗਜ਼ਾਮ ਹੀ ਹੁੰਦਾ? यूपीएससी, हाँ जी, ਇਹਦੇ ਲਈ ਇੱਕ ਸਾਂਝਾ ਪੇਪਰ ਹੀ ਹੁੰਦਾ यूपीएससी ਵੱਲੋਂ। तो उससे 4000 पोस्टां हर साल निकलਦੀਆਂ ਨੇ ਔਰ 4000 ਪੋਸਟਾਂ ਦੇ ਲਈ ਸਿੰਗਲ ਪੇਪਰ ਹੁੰਦਾ, ਬਾਅਦ ਚ ਡਿਸਾਈਡ ਹੁੰਦਾ ਕਿ ਤੁਸੀਂ ਬ੍ਰਾਂਚ ਕਿਹੜੀ ਚ ਜਾਣਾ ਚਾਹੁੰਦੇ ਹੋ। ਐਨੀਵਨ? ਹਾਂਜੀ ਬੇਟਾ। ਜੋ ਆਰਮੀ ਐਂਡ ਪੁਲਿਸ ਫੋਰਸ ਹੈ ਉਹਦੇ ਵਿੱਚ ਕਿਹੜੇ-ਕਿਹੜੇ ਮਤਲਬ ਐਸੀਆਂ ਫੋਰਸ ਨੇ ਜਿਹਦੇ ਵਾਸਤੇ ਐਗਜ਼ਾਮ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਸਾਇੰਸ ਇਨਕਲੂਡਡ ਹੁੰਦੀ ਹੈ? ਬਿਕਾਜ਼ ਸਰ ਸਾਨੂੰ ਨਾ ਸਾਇੰਸ ਬਹੁਤ ਟਫ ਲੱਗਦੀ ਹੈ, ਉਹ ਥੋੜਾ ਲਰਨਿੰਗ ਔਰ ਕਰਨਾ ਟਿਪੀਕਲ ਲੱਗਦਾ ਹੈ। ओके, वेरी गुड क्वेश्चन, वेरी गुड क्वेश्चन। सो बहुत सारे बच्चे जिन्होंने पहला क्वेश्चन पूछा कि मैथ रख लेना चाहिए कि नहीं रखना चाहिए। सो सब तो बड़ा ये है कि ਜਿਹੜੀ ਆਰਮੀ ਹੈ ਥਲ ਸੈਨਾ ਆਰਮੀ, ਉਹਦੇ ਵਿੱਚ ਕੋਈ ਵੀ ਸਟਰੀਮ ਦਾ ਇਸ਼ੂ ਨਹੀਂ ਹੁੰਦਾ। ਤੁਸੀਂ ਆਰਟਸ ਵਾਲੇ ਹੋ ਤੇ ਤੁਸੀਂ ਆਰਮੀ ਨੂੰ ਜੁਆਇਨ ਕਰ ਸਕਦੇ ਹੋ ਲੈਫਟੀਨੈਂਟ ਪੋਸਟ ਵਜੋਂ। ਜਿਹੜੀ ਥਲ ਸੈਨਾ ਹੈ, ਮੈਂ ਸਿਪਾਹੀ ਦੀ ਨਹੀਂ ਗੱਲ ਕਰ ਰਿਹਾ, ਸਿਪਾਹੀ ਦਾ ਤਾਂ ਰੌਲਾ ਹੀ ਕੋਈ ਨਹੀਂ, ਸਿਪਾਹੀ ਤਾਂ ਦੌੜਦਾ ਤੇ ਉਹਦੇ ਬਿਹਾਫ ਤੇ ਉਹਦੀ ਭਰਤੀ ਹੁੰਦੀ ਹੈ। ਮੈਂ ਆਫੀਸਰ ਰੈਂਕ ਦੀ ਗੱਲ ਕਰ ਰਿਹਾ, ਲੈਫਟੀਨੈਂਟ। ਇੱਕ ਲੈਫਟੀਨੈਂਟ ਦੇ ਲਈ ਜ਼ਰੂਰੀ ਹੈ ਜੇ ਉਹਨੇ ਆਰਮੀ ਚ ਰਹਿਣਾ ਉਹਨੂੰ ਕੋਈ ਸਟਰੀਮ ਦਾ ਪ੍ਰੋਬਲਮ ਨਹੀਂ ਹੈ, ਨਾਨ ਮੈਡੀਕਲ, ਮੈਡੀਕਲ, ਆਰਟਸ, ਕਾਮਰਸ। ਅਗਰ ਉਹਨੇ ਨੇਵੀ ਐਂਡ 에ਅਰ ਫੋਰਸ ਚ ਜਾਣਾ ਹੈ ਉਹਦੇ ਵਿੱਚ ਕੀ ਹੈ, ਦੋ ਸਬਜੈਕਟ ਮੈਂਡੇਟਰੀ ਹੋ ਜਾਂਦੇ ਨੇ, ਇੱਕ ਫਿਜ਼ਿਕਸ ਤੇ ਇੱਕ ਮੈਥਸ। ਦੋ ਸਬਜੈਕਟ ਮੈਂਡੇਟਰੀ ਹੋ ਜਾਂਦੇ ਨੇ, ਇੱਕ ਫਿਜ਼ਿਕਸ ਤੇ ਇੱਕ ਮੈਥਸ। तो ਉਹਦੇ ਵਾਸਤੇ ਹੁੰਦਾ ਕਿ ਤੁਹਾਨੂੰ ਨਾਨ ਮੈਡੀਕਲ ਹੀ ਕਰਨੀ ਚਾਹੀਦੀ ਹੈ। ਨਾਨ ਮੈਡੀਕਲ ਜੇ ਤੁਸੀਂ ਥਲ ਸੈਨਾ ਤੋਂ ਇਲਾਵਾ 에ਅਰ ਫੋਰਸ ਜਾਂ ਨੇਵੀ ਚ ਜਾਣਾ ਚਾਹੁੰਦੇ ਹੋ ਸੋ ਉਹਦੇ ਵਾਸਤੇ ਨਾਨ ਮੈਡੀਕਲ। ਅਦਰਵਾਈਜ਼ ਜੇ ਤੁਸੀਂ ਆਰਟਸ ਥਰੂ ਜਾਂਦੇ ਹੋ ਤਾਂ ਫਿਰ ਤੁਹਾਡੇ ਵਾਸਤੇ ਆਰਮੀ ਹੀ ਆਪਸ਼ਨ ਬਚਦੀ ਹੈ, ਥਲ ਸੈਨਾ ਹੀ ਬਚਦੀ ਹੈ। ਫਿਰ ਵਾਯੂ ਸੈਨਾ ਤੇ ਸਮੁੰਦਰੀ ਸੈਨਾ, ਜਲ ਸੈਨਾ ਚ ਤੁਸੀਂ ਨਹੀਂ ਜਾ ਸਕਦੇ। ਵੈਰੀ ਗੁੱਡ। 10th ਕਰ ਰਹੇ ਬੱਚੇ ਮਹਾਰਾਜਾ ਰਣਜੀਤ ਸਿੰਘ ਦਾ ਪੇਪਰ ਦੇ ਸਕਦੇ ਨੇ। ਅਗੇਨ ਰਿਪੀਟ ਕਰ ਲਿਆ, 10th ਕਰ ਰਹੇ ਤੇ +1 ਕਰ ਰਹੇ ਬੱਚੇ ਮਹਾਰਾਜਾ ਰਣਜੀਤ ਸਿੰਘ ਦਾ ਪੇਪਰ ਦੇ ਸਕਦੇ। ਹਾਂਜੀ ਬੇਟਾ। ਸਰ ਜੋ ਤੁਸੀਂ ਹੁਣੇ ਦੱਸਿਆ ਕਿ ਥਲ ਸੈਨਾ ਮਤਲਬ ਜੋ ਹੈ ਉਹਦੇ ਵਾਸਤੇ ਆਰਟਸ ਮੈਂਡੇਟਰੀ ਹੁੰਦੀ ਹੈ, ਮਤਲਬ ਆਰਟਸ ਕਰ ਲਾਂਗੇ ਤਾਂ ਉਹਦੇ ਲਈ ਜੌਬ ਮਿਲ ਜਾਏਗੀ? ਮੈਂਡੇਟਰੀ ਨਹੀਂ ਬੱਚੇ, ਥਲ ਸੈਨਾ ਚ ਕੋਈ ਵੀ ਸਟਰੀਮ ਵਾਲਾ ਜਾ ਸਕਦਾ ਹੈ। ਨੇਵੀ ਤੇ 에ਅਰ ਫੋਰਸ ਨਾਨ ਮੈਡੀਕਲ ਮੈਂਡੇਟਰੀ। ਸਰ ਬਟ ਅਗਰ ਅਸੀਂ ਜਾਵਾਂਗੇ ਤਾਂ ਉਹਦੇ ਵਾਸਤੇ ਸਰ ਜੋ ਆਫੀਸਰਸ ਦੀ ਪੋਸਟ ਮਤਲਬ ਹਾਇਰ ਪੋਸਟ ਵਾਸਤੇ ਹੋ ਸਕਦਾ ਹੈ ਨਾ ਕਿ ਅਸੀਂ ਹਾਇਰ ਪੋਸਟ ਤੇ ਵੀ ਪਹੁੰਚ ਸਕਦੇ ਆ? ਉਹ ਇਹ ਵੀ ਕੁਐਸਚਨ ਅੱਛਾ ਹੈ। ਇੱਕ ਤਾਂ ਬੱਚੇ ਸਮਝਣਾ ਹੈ ਜਿਹੜਾ ਕਮਿਸ਼ਨ ਰੈਂਕ ਹੁੰਦਾ ਹੈ, ਜਿਵੇਂ ਮੈਂ ਫਰੈਸ਼ਰ ਆ ਤਾਂ ਮੈਂ ਫਰੈਸ਼ਰ ਆ ਤੇ ਮੈਂ ਐਨਡੀਏ ਦਾ ਪੇਪਰ ਦਿੱਤਾ ਤੇ ਮੈਂ ਕਲੀਅਰ ਕੀਤਾ, तो ऑफिसर रैंक ਦੇ ਵਿੱਚ ਪੋਸਟ ਹੀ ਸਟਾਰਟਿੰਗ ਲੈਫਟੀਨੈਂਟ ਮਿਲਦੀ ਹੈ। ਉਸ ਤੋਂ ਜਿਹੜੀ ਹਾਇਰ ਪੋਸਟਾਂ ਨੇ ਲੈਫਟੀਨੈਂਟ ਤੋਂ ਉੱਤੇ ਕਰਨਲ ਆਉਂਦੇ ਨੇ, ਮੇਜਰ ਆਉਂਦੇ ਨੇ, ਬ੍ਰਿਗੇਡੀਅਰਸ ਆਉਂਦੇ ਨੇ, ਜਰਨਲਸ ਆਉਂਦੇ ਨੇ। ਜਰਨਲ ਹੁਣ ਤਿੰਨੇ ਵਿੰਗਸ ਦਾ ਹੈਡ ਹੁੰਦਾ ਹੈ ਨਾ, तो ਜਰਨਲ ਤੱਕ ਵੀ ਤੁਸੀਂ ਪਹੁੰਚ ਸਕਦੇ ਹੋ। ਲੇਕਿਨ ਉਹ ਮਿਲਦੇ ਹੀ ਕਾ ਨੇ ਜਦੋਂ ਤੱਕ ਮੈਂ ਆਰਮੀ ਦੇ ਵਿੱਚ ਐਕਸਪੀਰੀਅੰਸ ਨਹੀਂ ਲੈ ਲੈਂਦਾ। ਲੈਫਟੀਨੈਂਟ ਤੋਂ ਕਰਨਲ ਬਣਨ ਦੇ ਲਈ ਵੀ ਮੈਨੂੰ ਆਰਮੀ ਦੇ 7 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੁੰਦਾ। तो मेरा स्टार्ट भावें मैं ग्रेजुएशन तो बाद जावां
ਭਾਵੇਂ ਮੈਂ 10th ਤੋਂ ਬਾਅਦ ਜਾਵਾਂ, ਭਾਵੇਂ ਮੈਂ +2 ਤੋਂ ਬਾਅਦ ਜਾਵਾਂ, ਸਟਾਰਟ ਮੇਰਾ ਲੈਫਟੀਨੈਂਟ ਤੋਂ ਹੀ ਹੋਏਗਾ। ਉਸ ਤੋਂ ਬਾਅਦ ਜਿੰਨੀ ਦੇਰ ਐਕਸਪੀਰੀਅੰਸ ਹੁੰਦਾ ਜਾਏਗਾ ਹੋਰ ਤੇ ਫਿਰ ਮੈਨੂੰ ਹਾਇਰ ਪੋਸਟਾਂ ਆਰਮੀ ਦੇ ਐਕਸਪੀਰੀਅੰਸ ਤੋਂ ਬਗੈਰ ਉਹ ਪੋਸਟਾਂ ਨਹੀਂ ਮਿਲ ਸਕਦੀਆਂ। ਮੈਂ ਪਹਿਲਾਂ ਲੈਫਟੀਨੈਂਟ ਲੱਗਾਂਗਾ ਜਾਂ ਮੈਨੂੰ ਲਾਇਆ ਹੀ ਲੈਫਟੀਨੈਂਟ ਜਾਏਗਾ, ਉਸ ਤੋਂ ਬਾਅਦ ਮੇਰਾ ਐਕਸਪੀਰੀਅੰਸ ਵੱਧਦਾ ਜਾਏਗਾ ਔਰ ਮੈਨੂੰ ਹਾਇਰ ਰੈਂਕਸ ਤੇ ਪੋਸਟਾਂ ਮਿਲਦੀਆਂ ਜਾਣਗੀਆਂ। ਉੱਥੇ ਠੀਕ ਹੈ, ਮੈਂ ਤੁਹਾਨੂੰ ਦੱਸਿਆ ਕਿ 에ਅਰ ਫੋਰਸ ਤੇ ਨੇਵੀ ਦੇ ਵਿੱਚ ਪ੍ਰੋਬਲਮ ਹੁੰਦੀ ਹੈ, ਉੱਥੇ ਤਾਂ ਨਾਨ ਮੈਡੀਕਲ ਰਿਕੁਆਇਰਡ ਹੈ। ਆਰਟਸ ਦੇ ਵਿੱਚ ਕੋਈ ਸਟਰੀਮ ਇਸ਼ੂ ਨਹੀਂ ਹੈ, ਤੁਸੀਂ ਆਰਟਸ ਵਿੱਚ ਵੀ ਕਰ ਸਕਦੇ ਹੋ। ਠੀਕ ਹੈ ਬੇਟਾ। ਨਹੀਂ ਵੀਰ ਜੀ, ਮੇਰੀ ਸਾਰੀ ਬੱਚਿਆਂ ਦੀ ਕੁਐਰੀਜ਼ ਕੰਪਲੀਟ ਹੋ ਗਈਆਂ ਨੇ। ਫਿਰ ਵੀ ਮੈਂ ਇੱਕ ਬੇਨਤੀ ਕਰਾਂਗੀ, ਅਗਰ ਆਪ ਜੀ ਆਪਣਾ ਨੰਬਰ ਚੈਟ ਬਾਕਸ ਦੇ ਵਿੱਚ ਡ੍ਰੌਪ ਕਰ ਦਿਓ, ਤਾਂ ਕਿ ਅਗਰ ਕਿਸੇ ਦਾ ਕੋਈ ਹੋਰ ਕੁਐਸਚਨ ਹੋਵੇ ਜਾਂ ਅਗਰ ਉਹ ਜੁਆਇਨ ਕਰਨਾ ਚਾਹੁੰਦੇ ਨੇ ਟ੍ਰੇਨਿੰਗ ਦੇ ਲਈ, ਤਾਂ ਉਹ ਆਪ ਜੀ ਨੂੰ ਕੰਟੈਕਟ ਕਰ ਸਕਣ। ਹਾਂਜੀ ਮੈਮ, ਮੈਂ ਚੈਟ ਬਾਕਸ ਤੇ ਵੀ ਇੱਕ ਸਟੂਡੈਂਟ ਸਾਡਾ ਬੈਠਾ ਹੋਇਆ ਇੱਥੇ, ਉਹ ਕਰ ਰਿਹਾ ਹੁਣੇ। ਵੈਸੇ ਮੈਂ ਨੰਬਰ ਮੈਂਸ਼ਨ ਵੀ ਕਰ ਦੇਣਾ ਸਕਰੀਨ ਦੇ ਉੱਤੇ 8360761609। ਇੱਕ ਨੰਬਰ ਇਹ ਹੈ, ਇਹਦੇ ਤੇ WhatsApp ਚੱਲ ਰਿਹਾ ਹੈ। ਕੋਈ ਵੀ ਬੱਚਾ ਅਗਰ ਮੈਂ ਫੋਨ ਪਿਕ ਨਹੀਂ ਕਰ ਪਾਉਂਦਾ, ਸਮ ਟਾਈਮ ਕਲਾਸਿਸ ਹੁੰਦੀਆਂ ਨੇ, ਫੋਨ ਪਿਕ ਨਹੀਂ ਕਰ ਪਾਉਂਦਾ, ਤਾਂ ਤੁਸੀਂ ਇਸ ਨੰਬਰ ਤੇ ਮੈਨੂੰ WhatsApp ਤੇ ਮੈਸੇਜ ਕਰੋ, ਮੈਂ ਤੁਹਾਨੂੰ ਨਾਲ ਦੀ ਨਾਲ ਡਿਟੇਲਸ ਭੇਜ ਦਿਆਂਗਾ ਜਿਵੇਂ ਹੀ ਫ੍ਰੀ ਹੁੰਦਾ। ਇੱਕ ਹੋਰ ਨੰਬਰ ਮੇਰਾ WhatsApp ਤੇ ਚੱਲ ਰਿਹਾ ਹੈ 9779125855। तो ये दोनों ही नंबर्स अवेलेबल ने कांटेक्ट दे लई। तुसी सानू जदों मर्जी कुछ आईपीएस आर्ट्स वाले कर सकते हैं बच्चे, ਉਹਦੇ ਵਿੱਚ कोई प्रॉब्लम नहीं। तुसी सानू ਇਹਨਾਂ ਦੋਨੇ नंबर्स ਤੇ कांटेक्ट कर सकते हो। सो ਹਾਂਜੀ, लक्ष्मी ने ਹੁਣੇ ਨੰਬਰ ਵੀ ਸੇਵ ਕੀਤਾ 9779125855 ਚੈਟ ਬਾਕਸ ਦੇ ਵਿੱਚ। तो तुसी ਇਹਨਾਂ ਦੋਨੇ ਨੰਬਰਸ ਤੇ ਬੱਚਿਓ ਅਪਰੋਚ ਕਰ ਸਕਦੇ ਹੋ। ਆਈਪੀਐਸ ਆਫਿਸਰ जॉब कॉमर्स नाल कर सकते हैं। हाँ जी बेटा, तुसी कॉमर्स नाल भी कर सकते हो। आईपीएस च कोई स्ट्रीम दा रौला ही नहीं है। आईपीएस तो सिर्फ ये मंगदे ने कि तुसी ग्रेजुएशन कीती होवे, दैट्स और कोई स्ट्रीम इश्यूज नहीं है। ठीक है। सो आईएएस आईपीएस तुसी बीटेक कीती है, तुसी इंजीनियरिंग कीती है, तुसी डॉक्टरी कीती है, तुसी कोई भी स्ट्रीम कीता है, आईएएस आईपीएस ਲਈ कोई प्रॉब्लम नहीं है, तुसी पेपर दे सकते हो। ठीक है बेटा। ਜੀ ਸਰ, ਬਹੁਤ ਧੰਨਵਾਦ ਤੁਹਾਡਾ। ਔਰ ਸਾਰੇ ਸਟੂਡੈਂਟਸ ਨੂੰ ਬੇਨਤੀ ਹੈ ਕਿ ਜੋ ਇਨਫੋਰਮੇਸ਼ਨ ਤੁਹਾਨੂੰ ਮਿਲੀ ਹੈ, ਫਿਰ ਵੀ ਤੁਹਾਡੇ ਮਨ 'ਚ ਕੋਈ ਡਾਊਟ ਹੋਵੇ ਤਾਂ ਸਰ ਨੇ ਆਪਣੇ ਨੰਬਰਸ ਦਿੱਤੇ ਨੇ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਔਰ ਜਿਸ ਤਰ੍ਹਾਂ ਸਰ ਨੇ ਕਿਹਾ ਕਿ ਕਮਿਊਨੀਕੇਸ਼ਨ ਸਕਿੱਲਸ ਦੇ ਨਾਲ ਸਪੋਕਨ ਇੰਗਲਿਸ਼ ਤੇ ਉਸ ਤੋਂ ਇਲਾਵਾ ਜਿਹੜੇ ਕੰਪੀਟੀਟਿਵ ਐਗਜ਼ਾਮਸ ਉਹਦੀ ਤਿਆਰੀ ਕਰਾਉਂਦੇ ਨੇ, ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਸਪੋਰਟ ਦੀ ਲੋੜ ਹੋਵੇ ਤਾਂ ਸਰ ਨੂੰ ਕੰਟੈਕਟ ਕਰ ਸਕਦੇ ਨੇ। ਸੋ ਅਗਰ ਕਿਸੇ ਨੂੰ ਕੋਈ ਹੈਲਪ ਦੀ ਲੋੜ ਵੀ ਹੋਵੇ ਕਿ ਅਗਰ ਉਹ ਨਹੀਂ ਅਫੋਰਡ ਕਰ ਸਕਦਾ ਨਾ, ਕੋਈ ਇਦਾਂ ਦਾ ਕੋਰਸ ਹੁੰਦਾ, ਤਾਂ ਉਹਦੇ ਲਈ ਵੀ ਸਰ ਹਮੇਸ਼ਾ ਰੈਡੀ ਹੁੰਦੇ ਨੇ। ਐਜੂਕੇਟ ਪੰਜਾਬ ਪ੍ਰੋਜੈਕਟ ਹਮੇਸ਼ਾ ਇਸ ਕੰਮਾਂ ਲਈ, ਐਜੂਕੇਸ਼ਨ ਦੇ ਲਈ ਅੱਗੇ ਵਧਣ ਦੇ ਲਈ ਸਪੋਰਟ ਕਰ ਰਿਹਾ। ਸੋ ਜਿਹੜੇ ਵੀ ਸਟੂਡੈਂਟਸ ਹੋਣ, ਤੁਸੀਂ ਆਪ ਵੀ ਔਰ ਇਹ ਸਾਰੀ ਇਨਫੋਰਮੇਸ਼ਨ ਤੁਸੀਂ ਅੱਗੇ ਵੀ ਸ਼ੇਅਰ ਕਰੋ ਸਾਰਿਆਂ ਦੇ ਨਾਲ। ਔਰ ਇਹ ਜਿਹੜੀ ਵੀਡੀਓ ਅੱਜ ਤੁਸੀਂ ਦੇਖੀ ਹੈ ਜ਼ੂਮ ਤੇ ਜੋ ਸੈਸ਼ਨ ਹੋਇਆ, ਇਹਦਾ YouTube ਦੇ ਉੱਤੇ ਜਲਦੀ ਹੀ ਅਸੀਂ ਇਹਨੂੰ ਅਪਲੋਡ ਕਰ ਦਾਂਗੇ, ਤਾਂ ਕਿ ਇਹਨੂੰ ਤੁਸੀਂ ਦੁਬਾਰਾ ਵੀ ਦੇਖ ਸਕੋ ਤੇ ਜੋ ਤੁਹਾਡੇ ਡਾਊਟਸ ਰਹਿ ਗਏ ਨੇ ਉਹਨਾਂ ਨੂੰ ਤੁਸੀਂ ਕਲੀਅਰ ਕਰ ਸਕੋ। ਸੋ ਸਰ ਦਾ ਬਹੁਤ ਬਹੁਤ ਧੰਨਵਾਦ ਦੁਬਾਰਾ ਤੋਂ ਜੀ, ਕਿਉਂਕਿ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਸਰ ਉਸੇ ਵੇਲੇ ਸਾਨੂੰ ਜਿਹੜਾ ਹੈਗਾ ਹੈ ਕਿ ਓਕੇ ਕਰਦੇ ਨੇ ਕਿ ਬੱਚਿਆਂ ਦੇ ਲਈ ਉਹ ਕਹਿੰਦੇ ਮੈਂ ਹਮੇਸ਼ਾ ਹਾਜ਼ਰ ਹਾਂ। ਸੋ ਬਹੁਤ ਧੰਨਵਾਦ ਸਰ ਤੁਹਾਡਾ। ਸੋ ਆਸ ਕਰਾਂਗੇ ਅੱਗੋਂ ਵੀ ਇਸੇ ਤਰ੍ਹਾਂ ਆਪ ਜੀ ਬੱਚਿਆਂ ਨੂੰ ਗਾਈਡ ਕਰਦੇ ਰਹੋਗੇ ਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੋਗੇ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਸੋ ਅੱਜ ਦੇ ਸੈਸ਼ਨ ਦੀ ਇੱਥੇ ਸਮਾਪਤੀ ਹੈ। ਇਨਫੋਰਮੇਸ਼ਨ ਸੀ ਜਿਹੜਾ ਅੱਜ ਦਾ ਸੈਸ਼ਨ ਹੈ, ਇਹ ਵੀ ਲਾਈਵ ਸੀ YouTube ਸਾਡੇ ਆਪਣੇ ਚੈਨਲ ਤੇ ਵੀ, ਉੱਥੋਂ ਵੀ ਕਰ ਸਕਦੇ ਨੇ ਜੇ ਫ੍ਰੀਕੁਐਂਟ ਦੇਖਣਾ ਹੈਗਾ। ਬਾਕੀ ਆਪਣੇ ਮਲਟੀਵਰਸਿਟੀ ਦੇ ਚੈਨਲ ਤੇ ਤਾਂ ਜਿਵੇਂ ਹੀ ਤੁਸੀਂ ਕਰੋਗੇ, ਇਹ ਅਨਹਦ ਤੇ ਵੀ ਲਾਈਵ ਹੈਗਾ ਸੀ, ਹੁਣੇ ਕਲਾਸ ਚੱਲ ਰਹੀ ਸੀ ਲਾਈਵ ਵੀ, ਉਹਦੇ ਤੇ ਵੀ ਇਹ ਦੇਖ ਸਕਦੇ ਨੇ। ਇਸ ਸਰ ਇੱਕ ਵਾਰੀ YouTube ਚੈਨਲ ਦਾ ਲਿੰਕ ਵੀ ਤੁਸੀਂ ਪਾ ਦਿਓ ਚੈਟ ਦੇ ਵਿੱਚ, ਤਾਂ ਕਿ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਕਰ ਸਕਣ। ਹਾਂਜੀ ਮੈਮ, ਮੈਂ ਇਸੇ ਵੀਡੀਓ YouTube ਤੇ ਚੱਲ ਰਹੀ ਹੈ। ਜੀ ਜੀ, YouTube ਦਾ ਆ ਗਿਆ, ਚੈਨਲ ਦਾ ਲਿੰਕ ਆ ਗਿਆ। ਸੋ ਸਾਰੇ ਸਟੂਡੈਂਟਸ ਨੂੰ ਬੇਨਤੀ ਹੈ ਜ਼ਰੂਰ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੀਏ। ਠੀਕ ਹੈ ਜੀ ਜੀ। ਸੋ ਥੈਂਕ ਯੂ ਸੋ ਮਚ ਸਰ। ਸੋ ਅੱਜ ਦੇ ਸੈਸ਼ਨ ਦੀ ਅਸੀਂ ਇੱਥੇ ਸਮਾਪਤੀ ਕਰਦੇ ਹਾਂ ਤੇ ਅਗਲੇ ਸੰਡੇ ਫਿਰ ਸਾਰਿਆਂ ਨੇ ਇਕੱਠੇ ਹੋਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।